हाँ जी। हाँ जी इंद्रवीर क्वेश्चन पूछ रहे कुछ? नहीं सर, गलतियां हो गई। अच्छा अच्छा ठीक है। सो देखो पोटेंशियोमीटर बारे में ਆਪਾਂ ਪਹਿਲਾਂ ਤਾਂ ਨਾਰਮਲੀ ਗੱਲ ਕਰ ਚੁੱਕੇ ਹਾਂ। ਤੁਹਾਨੂੰ ਪਤਾ ਹੈ ਕਿ ਪੋਟੈਂਸ਼ੀਓਮੀਟਰ ਕਿਵੇਂ ਕੰਮ ਕਰਦਾ ਹੈ, ਕਿਸ ਤਰ੍ਹਾਂ ਅਸੀਂ ਇੱਕ ਪੋਟੈਂਸ਼ੀਓਮੀਟਰ ਵਾਇਰ ਨੂੰ ਕੈਲੀਬ੍ਰੇਟ ਕਰਨ ਦੇ ਲਈ ਪਹਿਲਾਂ ਉਹਦੇ ਨਾਲ ਇੱਕ ਡਰਾਈਵਿੰਗ ਬੈਟਰੀ ਲਗਾਉਂਦੇ ਆ, ਜਿਹਦੇ ਨਾਲ ਉਸ ਪੂਰੀ ਵਾਇਰ ਦੇ ਉੱਪਰ ਪੋਟੈਂਸ਼ੀਅਲ ਡ੍ਰੌਪ ਹੋਣ ਲੱਗ ਜਾਂਦਾ ਆ। ਤੇ ਫਿਰ ਆਪਾਂ ਉਸ ਵਾਇਰ ਦੇ ਉੱਪਰ ਹੀ ਇੱਕ ਇਹਦੇ ਇੱਕ ਪੋਜ਼ਿਟਿਵ ਐਂਡ ਦੇ ਵਿੱਚ ਆਪਣਾ ਅਨਨੋਨ ਕੋਈ ਈਐਮਐਫ ਵਾਲਾ ਸੈੱਲ ਅਟੈਚ ਕਰਦੇ ਆ, ਤੇ ਦੂਸਰੇ ਐਂਡ ਤੇ ਗੈਲਵੇਨੋਮੀਟਰ ਲਗਾ ਕੇ ਨਾਲ ਜੌਕੀ ਦੇਖਦੇ ਆ, ਨਲ ਪੁਆਇੰਟ ਲੱਭਦੇ ਆ ਅਸੀਂ, ਤੇ ਜਿੰਨੀ ਲੈਂਥ ਦੇ ਉੱਪਰ ਵੀ ਉਹ ਬੈਲੈਂਸ ਹੁੰਦਾ ਹੈ ਆਪਣਾ ਈਐਮਐਫ, ਫਿਰ ਉਹਨੂੰ ਕੇ ਨਾਲ ਮਲਟੀਪਲਾਈ ਕਰਦੇ ਆ, ਕੇ ਐਲ, ਫਿਰ ਕੇ ਇਜ਼ ਕਾਲਡ ਪੋਟੈਂਸ਼ੀਅਲ ਗ੍ਰੇਡੀਐਂਟ। ਸੋ ਇਹ ਸਾਰੇ ਕਾਸੇ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਕੁਆਂਟੀਟੀ ਸੀ that was potential gradient। ਇਹ ਤੁਹਾਨੂੰ ਮੈਂ ਸਮਝਾਈ ਸੀ ਚੰਗੀ ਤਰ੍ਹਾਂ, ਹਨਾ? ਯਾਦ ਹੈ ਸਭ ਨੂੰ? यस सर। ਇਹਨੂੰ ਜੇ ਆਮ ਕਰਕੇ ਸਿੱਧੇ ਤੌਰ ਤੇ ਬੰਦਾ ਸਿੱਖਣਾ ਚਾਹੇ ਨਾ, ਸਰਕਟ ਨੂੰ ਤੁਸੀਂ ਗੋਲੀ ਮਾਰੋ ਇੱਕ ਵਾਰ ਤਾਂ ਐ ਸੋਚੋ ਬਸ ਕਿ ਵੈਸੇ ਸਿੱਧੇ ਤੌਰ ਤੇ ਮੈਨੂੰ ਕੋਈ ਪੁੱਛੇ ਪੋਟੈਂਸ਼ੀਅਲ ਗ੍ਰੇਡੀਐਂਟ ਕੀ ਹੈ, ਮੈਂ ਕਹੂੰਗਾ ਦੇਖੋ ਵੀ ਮੰਨ ਲਓ ਇੱਕ ਤਾਰ ਹੈ, ਉਸ ਤਾਰ ਦੇ ਉੱਪਰ ਪੋਟੈਂਸ਼ੀਅਲ ਡ੍ਰੌਪ ਹੋ ਰਿਹਾ, ਮੰਨ ਲਓ ਉਹਦੇ ਇੱਕ ਸਿਰੇ ਤੇ, ਜਸਟ ਐਗਜ਼ਾਮਪਲ ਮੰਨ ਲਓ 100 ਵੋਲਟ ਦਾ ਪੋਟੈਂਸ਼ੀਅਲ ਹੈ, ਦੂਜੇ ਸਿਰੇ ਤੇ ਮੰਨ ਲਓ ਕੁਝ ਵੀ 30 ਵੋਲਟ ਦਾ ਪੋਟੈਂਸ਼ੀਅਲ ਹੈ, ਤਾਂ ਇਸ ਦੇ ਅਕ੍ਰੋਸ ਪੋਟੈਂਸ਼ੀਅਲ ਡ੍ਰੌਪ ਕਿੰਨਾ ਆਇਆ? 70 ਵੋਲਟ, ਹੈ ਨਾ? ਸਮਝ ਲੱਗੀ ਗੱਲ? ਤੇ ਵਾਇਰ ਦੀ ਜਿਹੜੀ ਲੈਂਥ ਹੈ, ਮੰਨ ਲਓ ਜਸਟ ਮੈਂ ਵੈਸੇ ਕੁਝ ਵੀ ਲੈ ਲੈਣਾ, ਮੰਨ ਲਓ ਵਾਇਰ ਦੀ ਲੈਂਥ 200 ਸੈਂਟੀਮੀਟਰ ਹੈ, ਤਾਂ ਮੈਂ ਕਹਾਂਗਾ 70 ਵੋल्ट बटा 200 सेंटीमीटर, यानी पोटेंशियल ड्रॉप पर यूनिट लेंथ वो कितना आएगा? देखो 7/20, 0.35 वोल्ट पर सेंटीमीटर। ये अपना इन्हू बोलते हैं पोटेंशियल ग्रेडियंट। क्लियर है सबनू ये गल? याद है? सो जे इस वायर ਨੂੰ ਉੱਪਰ ਕਿਵੇਂ ਕੈਲੀਬ੍ਰੇਟ ਕੀਤਾ, 100 ਵੋਲਟ ਕਿੱਥੋਂ ਆਇਆ, 30 ਵੋਲਟ ਕਿੱਥੋਂ ਆਇਆ, ਇਹ ਬਾਅਦ ਦੀਆਂ ਗੱਲਾਂ ਨੇ, ਡਰਾਈਵਿੰਗ ਉਹ ਤਾਂ ਆਪਾਂ ਲਗਾਵਾਂਗੇ। ਪਰ ਫਿਰ ਜੇ ਮੈਂ ਇਹਦੇ ਨਾਲ ਹੁਣ ਇਸ ਤੇ 100 ਵੋਲਟ ਵਾਲੇ ਸਿਰੇ ਤੇ ਆਪਣਾ ਕੋਈ ਸੈੱਲ ਲਗਾਵਾਂ, ਤੇ ਆਬਵੀਅਸਲੀ ਉਸ ਸੈੱਲ ਦੇ ਨਾਲ ਕੋਈ ਇੰਟਰਨਲ ਰੈਜ਼ਿਸਟੈਂਸ ਵੀ ਸ਼ੋ ਕਰੀ ਆਪਾਂ, ਉੱਥੇ ਆਪਾਂ ਨਹੀਂ ਸ਼ੋ ਕਰ ਰਹੇ ਉਸ ਟਾਈਮ, ਤੇ ਇੱਕ ਗੈਲਵੇਨੋਮੀਟਰ ਲਾ ਦਵਾਂ, ਤੇ ਮੰਨ ਲਓ ਕਿਸੇ ਜਗ੍ਹਾ ਜਾ ਕੇ ਇਹ ਬੈਲੈਂਸ ਪੁਆਇੰਟ ਆ ਜਾਂਦਾ ਇੱਥੇ, ਤੇ बैलेंस पॉइंट ਜਿਹੜਾ ਆ ਜਸਟ ਐਗਜ਼ਾਮਪਲ ਮੰਨ ਲਓ ਇਹ 70 ਸੈਂਟੀਮੀਟਰ ਤੇ ਆ ਜਾਂਦਾ ਆ ਬੈਲੈਂਸ ਪੁਆਇੰਟ, ਤਾਂ ਤੇਰਾ ਸੈੱਲ ਦਾ ਈਐਮਐਫ ਆਂਦਾ ਹੈ ਤੁਹਾਡਾ, ਕਿਉਂਕਿ ਦੇਖੋ ਇੱਥੇ ਇਹਦੇ ਵਿੱਚੋਂ ਕਰੰਟ ਤਾਂ ਜਾ ਨਹੀਂ ਰਿਹਾ ਨਾ, ਗੈਲਵੇਨੋਮੀਟਰ ਨੋ ਡਿਫਲੈਕਸ਼ਨ ਸ਼ੋ ਕਰ ਰਿਹਾ, ਕਰੰਟ ਨਹੀਂ ਜਾ ਰਿਹਾ, ਤਾਂ ਇਹਦਾ ਈਐਮਐਫ ਤੇ ਪੋਟੈਂਸ਼ੀਅਲ ਡਿਫਰੈਂਸ, ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਸੇਮ ਹੀ ਹੁੰਦਾ ਹੈ ਫਿਰ ਸੈੱਲ ਦਾ। ਸੋ ਆਪਾਂ ਸੈੱਲ ਦਾ ਇੱਥੇ ਈਐਮਐਫ ਫਾਈਂਡ ਕਰੀਏ, ਜੋ ਇੱਕੋ ਗੱਲ ਹੈ। ਈਐਮਐਫ ਕਿਹਦੇ ਬਰਾਬਰ ਆਏਗਾ ਫਿਰ ਇਹਦੇ ਵਿੱਚ? ਦੇਖੋ वो आएगा K टाइम्स L ना, ये पोटेंशियल ड्रॉप पर यूनिट लेंथ वोल्ट पर सेंटीमीटर गुणा कितने सेंटीमीटर है? 70 सेंटीमीटर। ठीक है, इस तरह करके कितना आया देखो, इन्हें करो मल्टीप्लाई, वोल्ट कितने आए? ये आएगा 35 × 70/100, क्या आएगा? 16.5। देखो ठीक आ रहा है, गलत आ रहा? नहीं कुछ 22.5 ना, 22 भी नहीं सच, 34.5 34.5 वोल्ट आएगा ਇਹਦਾ ईएमएफ। ਇਹ ਬੇਸਿਕ ਗੱਲ ਹੈ ਨਾ ਪੋਟੈਂਸ਼ੀਓਮੀਟਰ ਬਾਰੇ, ਬਾਕੀ ਸਾਰੀ ਗੱਲਾਂ ਦਾ ਕਿਵੇਂ ਕੀ ਹੁੰਦਾ ਹੈ ਬਾਅਦ ਦੀਆਂ ਗੱਲਾਂ ਨੇ। ਬੇਸਿਕ ਗੱਲ ਤਾਂ ਪਤਾ ਹੋਣੀ ਚਾਹੀਦੀ ਕਿ ਪੋਟੈਂਸ਼ੀਅਲ ਮੀਟਰ ਵਿੱਚ ਪੋਟੈਂਸ਼ੀਓਮੀਟਰ ਵਾਇਰ ਹੁੰਦੀ ਹੈ, ਵਾਇਰ ਦੇ ਅਕ੍ਰੋਸ ਪੋਟੈਂਸ਼ੀਅਲ ਡ੍ਰੌਪ ਹੋ ਰਿਹਾ ਹੁੰਦਾ ਆ। ਹੁਣ 30 ਹੈ, 30 ਕਿਉਂ ਹੈ? ਮਤਲਬ ਕੀ ਪਤਾ ਕੀ ਹੋਵੇ ਅੱਗੇ ਸਰਕਟ ਦੇ ਵਿੱਚ, ਕਿਉਂਕਿ ਇਹਦੇ ਉੱਪਰ ਸਰਕਟ ਜਿਹੜਾ ਲੱਗਿਆ ਹੁੰਦਾ, ਇਹਦੇ ਨਾਲ ਪਹਿਲਾਂ ਇੱਕ ਬੈਟਰੀ ਲੱਗੀ ਹੁੰਦੀ ਹੈ ਨਾ, ਜਿਹੜੀ ਅਸਲ ਵਿੱਚ ਇਹਨੂੰ ਵੱਡੀ ਬੈਟਰੀ ਜਿਹੜੀ ਇਹਨੂੰ ਕੈਲੀਬ੍ਰੇਟ ਕਰਨ ਲੱਗਦੀ ਹੈ। ਕੋਈ ਹੋਰ ਐਕਸਟਰਾ ਰੈਜ਼ਿਸਟੈਂਸ ਵੀ ਲੱਗਿਆ ਹੋ ਸਕਦਾ ਹੈ, ਫਿਰ ਕੋਈ ਰਿਓਸਟੈਟ ਹੋ ਸਕਦਾ ਆ, ਤੇ ਉਹਨਾਂ ਸਾਰਿਆਂ ਵਿੱਚ ਵੀ ਡ੍ਰੌਪ ਹੁੰਦਾ ਨਾ। ਤਾਂ ਬੇਸਿਕਲੀ ਡ੍ਰੌਪ ਹੁੰਦੇ ਕੀ ਪਤਾ ਬੈਟਰੀ ਕਿੰਨੇ ਵੋਲਟ ਦੀ ਹੋਵੇ, 100 ਵੋਲਟ ਦੀ ਲਗਾ ਲਓ, ਤਾਂ 100 ਵੋਲਟ ਇੱਥੇ, ਤੇ ਬਾਕੀ ਡ੍ਰੌਪ ਇੱਥੇ ਡ੍ਰੌਪ ਹੋ ਗਿਆ, ਕੁਝ ਇੱਥੇ ਡ੍ਰੌਪ ਹੋ ਗਿਆ ਕਰਕੇ ਫਿਰ ਇੱਥੇ 30 ਬਚਦਾ ਹੈ। ਸੋ ਇਸ ਤਰ੍ਹਾਂ ਕੁਝ ਵੀ ਹੋ ਸਕਦਾ ਹੈ। ਇਹ ਤੱਕ ਗੱਲ ਕਲੀਅਰ ਹੈ ਸਭ ਨੂੰ? यस सर। यस सर। हाँ भाई ये आंसर 24.5 है। यस सर 24 है। 24। चलो कोई गल नहीं, कोई बड़ी गल नहीं, क्लियर है गल।
ਸੋ ਪੋਟੈਂਸ਼ੀਓਮੀਟਰ ਜਿਹੜਾ ਆ, ਪੋਟੈਂਸ਼ੀਓਮੀਟਰ ਦੇ ਬਾਰੇ ਬੇਸਿਕ ਗੱਲ, ਬੇਸਿਕ ਫੰਡਾ ਕਲੀਅਰ ਹੋਣਾ ਚਾਹੀਦਾ, ਫਿਰ ਆਪਾਂ ਇਹਦੇ ਬਾਰੇ ਹੋਰ ਗੱਲ ਕਲੀਅਰ ਕਰਦੇ ਹਾਂ। ਤੇ ਇਹਦਾ ਬੇਸਿਕ ਅਸਲੀ ਸਟਰਕਚਰ ਹੁੰਦਾ ਆ, ਉਹ ਵੀ ਮੈਂ ਤੁਹਾਨੂੰ ਕਰਾਇਆ ਆਇਆ ਸੀ, ਇੱਕ ਵਾਰ ਰਿਮਾਈਂਡ ਕਰ ਦੇਣਾ ਬਸ ਥੋੜਾ ਜਿਹਾ। ਇਹਦੇ ਵਿੱਚ ਇਸ ਤਰ੍ਹਾਂ ਆਪਣਾ ਇੱਕ ਕਾਪਰ ਸਟ੍ਰਿਪ ਹੁੰਦੀ ਹੈ, ਕਾਪਰ ਸਟ੍ਰਿਪ ਤੋਂ ਬਾਅਦ ਇੱਥੇ ਇੱਕ ਹੋਰ ਕਾਪਰ ਸਟ੍ਰਿਪ ਹੁੰਦੀ ਹੈ ਇਸ ਤਰ੍ਹਾਂ, ਫਿਰ ਕਾਪਰ ਸਟ੍ਰਿਪ ਬਾਅਦ ਇੱਥੇ ਫਿਰ ਕਾਪਰ ਸਟ੍ਰਿਪ ਹੁੰਦੀ ਹੈ। ਆਪਾਂ ਆਮ ਕਰਕੇ 400 ਸੈਂਟੀਮੀਟਰ ਵਾਇਰ ਵਾਲਾ ਉਹ ਬਣਾਉਂਦੇ ਆ, ਜ਼ਰੂਰੀ ਨਹੀਂ ਕਿ 400 ਸੈਂਟੀਮੀਟਰ ਹੀ ਹੋਵੇ, 600 ਸੈਂਟੀਮੀਟਰ ਹੋ ਸਕਦਾ, 200 ਸੈਂਟੀਮੀਟਰ ਹੋ ਸਕਦਾ, ਵਾਇਰ ਜਿਵੇਂ ਮਰਜ਼ੀ ਹੋ ਸਕਦੀ ਹੈ। ਜਿਵੇਂ ਦੇਖੋ ਮੈਂ ਸਿੱਧੀ ਸਟ੍ਰੇਟ ਵਾਇਰ ਦਿਖਾਤੀ ਤੁਹਾਨੂੰ ਉੱਥੇ ਤਾਂ ਇਸ ਤਰ੍ਹਾਂ। ਸੋ ਬੇਸਿਕਲੀ ਵਾਇਰ ਜਿਹੜੀ ਹੈ ਆਪਣੀ ਪੋਟੈਂਸ਼ੀਓਮੀਟਰ ਵਾਇਰ ਉਹ ਐ ਹੁੰਦੀ ਹੈ, ਆ 100 ਮੀਟਰ 100 ਸੈਂਟੀਮੀਟਰ ਆ, 100 ਆ, फिर 100 आ, ठीक है, फिर 100 आ, मैं चलो ऊपर बनाती 100 आ, ठीक है। इस तरह 400 सेंटीमीटर वायर होती टोटल ਜਿਹਨੂੰ ਹੁੰਦਾ। ਇੱਥੇ ਮੈਂ ਦੇਖੋ ਸਟ੍ਰੇਟ ਵਾਇਰ ਦਿਖਾਤੀ ਸੀ ਤੁਹਾਨੂੰ, ਸੋ ਇੱਥੇ ਇਸ ਤਰ੍ਹਾਂ ਆਪਾਂ ਸ਼ੋ ਕਰ ਸਕਦੇ ਹਾਂ 400 ਸੈਂਟੀਮੀਟਰ ਵਾਇਰ। ਇਸ ਤੋਂ ਬਾਅਦ ਇਹਦੇ ਨਾਲ ਆਪਣਾ ਲੱਗੀ ਹੁੰਦੀ ਹੈ ਬੈਟਰੀ, ਇੱਥੇ ਆਪਾਂ ਤੁਸੀਂ ਇਹਦੇ ਨਾਲ ਲਗਾ ਲਓ ਚਾਹੇ ਐ ਕਰਕੇ, ਪੋਜ਼ਿਟਿਵ ਇਧਰ ਨੈਗੇਟਿਵ ਇਧਰ, ਪੋਜ਼ਿਟਿਵ ਇਧਰ ਨੈਗੇਟਿਵ ਇਧਰ, ਇਸ ਤਰ੍ਹਾਂ। ਫਿਰ ਬੈਟਰੀ ਦੇ ਨਾਲ ਕਈ ਵਾਰ ਕੋਈ ਐਕਸਟਰਨਲ ਰੈਜ਼ਿਸਟੈਂਸ ਵੀ ਗਿਵਨ ਹੋ ਸਕਦੀ ਹੈ, ਕੋਈ ਫਿਰ ਰਿਓਸਟੈਟ ਵੀ ਹੋ ਸਕਦਾ ਹੈ ਇਸ ਤਰ੍ਹਾਂ, ਠੀਕ ਹੈ, ਰਿਓਸਟੈਟ ਵੀ ਹੋ ਸਕਦਾ। ਬਾਅਦ ਚ ਆਪਾਂ ਅੱਛਾ ਇੱਕ ਐਮੀਟਰ ਜ਼ਰੂਰ ਲਗਾਉਂਦੇ ਆ ਇਹਦੇ ਚ, ਐਮੀਟਰ ਜ਼ਰੂਰ ਲਗਾਉਂਦੇ ਆ ਆਪਾਂ। ਐਮੀਟਰ ਕਿਉਂ ਲਗਾਉਂਦੇ ਆ ਦੱਸ ਸਕਦਾ ਕੋਈ, ਯਾਦ ਆ ਕਿਸੇ ਨੂੰ? करंट की डिटेक्शन, ਹਾਂਜੀ मतलब से करंट देखने लगी सर्किट च करंट है। ਹਾਂ, ਸਰਕਟ 'ਚ ਕਰੰਟ ਕਿੰਨਾ ਆਇਆ, ਤੇ ਕਰੰਟ ਮੈਟਰ ਕਰਦਾ ਨਾ ਆਪਣੇ ਲਈ, ਕਰੰਟ ਦੇ ਨਾਲ ਵੀ ਸਾਨੂੰ ਇਨਫੋਰਮੇਸ਼ਨ ਕੱਢਣੀ ਪੈ ਜਾਂਦੀ ਕਈ ਵਾਰੀ। ਸੋ ਇੱਥੇ ਫਿਰ ਆ ਜਿਹੜਾ ਪੋਜ਼ਿਟਿਵ ਟਰਮੀਨਲ ਹੈਗਾ ਇਧਰਲਾ ਹਾਇਰ ਵਾਲਾ, ਇਹਦੇ ਨਾਲ ਫਿਰ ਆਪਣਾ ਸੈੱਲ ਲਗਾਉਂਦੇ ਆ ਆਪਾਂ, ਜਿਸ ਸੈੱਲ ਦਾ ਆਪਾਂ ਪਤਾ ਕਰਨਾ ਹੁੰਦਾ ਹੈ। ਇਸ ਤਰ੍ਹਾਂ EMF ਮੰਨ ਲਓ ਉਹਨੂੰ E1 ਕਹਿ ਦਈਏ, ਇਹਦੇ ਨਾਲ ਇਹਦੀ ਕੋਈ ਵੀ ਨਹੀਂ ਕੋਈ ਰੈਜ਼ਿਸਟੈਂਸ ਹੋਏਗੀ, ਮੰਨ ਲਓ R ਜਾਂ E ਕਹਿ ਲਓ ਚਲੋ, ਤੇ ਗੈਲਵੈਨੋਮੀਟਰ ਲੱਗਿਆ ਹੁੰਦਾ ਤੇ ਆ ਜੌਕੀ ਲੱਗੀ ਹੁੰਦੀ ਹੈ, ਜੌਕੀ ਜਿੱਥੇ ਮਰਜ਼ੀ ਜਾ ਕੇ ਇਹਨੂੰ ਬੈਲੈਂਸ ਕਰੇ ਵਟਐਵਰ ਇਸ ਦਾ ਲੈਂਥ। ਤਾਂ ਲੈਂਥ ਕਿਹੜੀ ਮੰਨੀ ਜਾਂਦੀ ਹੈ ਇਹ 'ਚ? ਆ ਲੈਂਥ ਤੇ ਆ ਲੈਂਥ ਪੂਰੀ ਮੰਨੀ ਜਾਏਗੀ, ਆ ਲੈਂਥ ਯੈਲੋ ਵਾਲੀ ਸ਼ੋ ਕੀਤੀ ਹੈ, ਠੀਕ ਹੈ। ਸੋ ਆਪਾਂ ਜੋ ਵੀ ਲੈਂਥ ਹੈ, ਫਿਰ ਆਪਾਂ ਇਹਦਾ EMF ਜਿਹੜਾ ਆਏਗਾ E, ਉਹ ਇਕੁਅਲ ਟੂ ਆ ਜਾਂਦਾ ਵਾ K ਟਾਈਮਸ ਦਿਸ L, ਜਾਂ ਫਿਰ K ਜਿਹੜਾ ਹੈ ਉਹ ਆਪਣਾ ਦਾ E/L। ਇਹਦਾ ਸਾਰਾ ਪ੍ਰੋਸੀਜਰ ਆਪਾਂ ਦੱਸ ਚੁੱਕੇ ਹਾਂ। ਆਪਾਂ ਕੀ ਕਰਦੇ ਹਾਂ ਮੋਸਟਲੀ ਇਸ ਬੈਟਰੀ ਦੇ EMF ਤੋਂ ਆਪਾਂ ਨਹੀਂ ਪਤਾ ਕਰ ਸਕਾਂਗੇ, ਕਿਉਂਕਿ ਰਿਓਸਟੈਟ ਨੇ ਕਿੰਨੀ ਰੈਜ਼ਿਸਟੈਂਸ ਇੰਟਰੋਡਿਊਸ ਕੀਤੀ ਹੈ ਤੁਹਾਨੂੰ ਆ ਵੀ ਨਹੀਂ ਪਤਾ ਲੱਗੇਗਾ ਨਾ, ਹਨਾ, ਕਿ ਬੈਟਰੀ ਨੇ ਕਿੰਨੀ ਰੈਜ਼ਿਸਟੈਂਸ ਇਹਨੇ ਰਿਓਸਟੈਟ ਨੇ ਇੰਟਰੋਡਿਊਸ ਕੀਤੀ, ਸੌਰੀ ਆ ਵਾਲੀ, ਤੇ ਫਿਰ ਇਹਦੇ ਵਿੱਚ ਕਿੰਨਾ ਡ੍ਰੌਪ ਹੋਇਆ, ਇਹ 'ਚ ਕਿੰਨਾ ਡ੍ਰੌਪ ਹੋਇਆ, ਇਹ ਸਾਰਾ ਪਤਾ ਕਰਕੇ ਤੁਸੀਂ ਫਿਰ ਦੇਖੋਗੇ ਇਹ 'ਚ ਕਿੰਨਾ ਡ੍ਰੌਪ ਹੋਇਆ ਵਾਇਰ ਦੇ ਕ੍ਰਾਸ। ਜੇ ਪ੍ਰੈਕਟੀਕਲੀ ਦੇਖੋ ਕੀ ਪੋਸੀਬਲ ਆ, ਇੱਥੇ ਤਾਂ ਠੀਕ ਆ, ਮੈਂ ਸਾਫ਼ ਕਿਹਾ ਵੀ ਇੱਕ ਪਾਸੇ 100 ਵੋਲਟ ਇੱਕ ਪਾਸੇ 30 ਵੋਲਟ, ਸਿੱਧਾ 70 ਡ੍ਰੌਪ ਹੋਇਆ, 200 ਸੈਂਟੀਮੀਟਰਾਂ 'ਚ ਡ੍ਰੌਪ ਹੋਇਆ, ਤਾਂ 70/200 ਕਰਕੇ ਪੋਟੈਂਸ਼ੀਅਲ ਗ੍ਰੇਡੀਐਂਟ ਆ ਗਿਆ। ਪਰ ਜਦੋਂ ਤੁਸੀਂ ਪ੍ਰੈਕਟੀਕਲੀ ਯੂਜ਼ ਕਰਦੇ ਹੋ ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ? ਐਵੇਂ ਹਵਾ ਵਿੱਚ ਥੋੜੀ ਪਤਾ ਲੱਗੇਗਾ। ਬੰਦਾ ਕਹੂਗਾ ਲੈ ਜੀ ਆਹ ਵਾਲੀ ਬੈਟਰੀ ਦਾ ਵੋਲਟੇਜ ਪਤਾ ਲੱਗ ਗਿਆ, ਇਹਦੇ ਨਾਲ ਪਤਾ ਲੱਗ ਜੂਗਾ। ਮੰਨ ਲਓ ਆ 200 ਵੋਲਟ ਹੈ, ਮੈਨੂੰ ਕਿਵੇਂ ਪਤਾ ਲੱਗੂਗਾ ਇੱਥੇ ਕਿੰਨਾ ਤੇ ਇੱਥੇ ਕਿੰਨਾ ਹੈ? ਪਤਾ ਲੱਗ ਜੂਗਾ ਸਿੱਧਾ ਹੀ, ਕਿਉਂਕਿ ਸਰਕਟ ਵਿੱਚ ਐਮੀਟਰ ਵੀ ਹੈ, ਸਰਕਟ ਵਿੱਚ ਰਿਓਸਟੈਟ ਲੱਗਿਆ, ਸਰਕਟ 'ਚ ਕੋਈ ਰੈਜ਼ਿਸਟੈਂਸ ਲੱਗੀ ਹੈ, ਕੁਝ ਹੋਰ 2-4 ਚੀਜ਼ਾਂ ਲੱਗੀਆਂ। ਹੁਣ ਉਹ ਜਿਹੜੀ ਬਾਹਰ ਡ੍ਰੌਪ ਹੋ ਰਿਹਾ, ਮੈਨੂੰ ਕੀ ਪਤਾ 200 ਵਿੱਚੋਂ ਕਿੰਨਾ ਡ੍ਰੌਪ ਹੋ ਰਿਹਾ ਬਾਹਰ? ਆ ਵੀ ਹੋ ਸਕਦਾ 200 ਵਿੱਚੋਂ ਬਾਹਰ 50 ਡ੍ਰੌਪ ਕਰ ਜੇ ਤੇ ਤਾਰ ਤੇ 150 ਡ੍ਰੌਪ ਹੋ ਰਿਹਾ ਹੋਵੇ। ਆ ਵੀ ਹੋ ਸਕਦਾ ਬਾਹਰ 100 ਡ੍ਰੌਪ ਹੋ ਜੇ ਤਾਰ ਤੇ 100 ਡ੍ਰੌਪ ਹੋ ਰਿਹਾ ਹੋਵੇ। ਆ ਵੀ ਹੋ ਸਕਦਾ ਬਾਹਰ 120 ਤਾਰ ਤੇ 80 ਡ੍ਰੌਪ ਹੋ ਰਿਹਾ ਹੋਵੇ। ਵਾਟ ਐਵਰ ਇਜ਼ ਦਾ ਅਮਾਊਂਟ ਵੀ ਜੋ ਬਾਹਰ ਡ੍ਰੌਪ ਹੋਏਗਾ, ਉਸ ਤੋਂ ਬਾਅਦ ਜੋ ਬਚੇਗਾ ਉਹ ਵਾਇਰ ਤੇ ਡ੍ਰੌਪ ਹੋਏਗਾ। ਮੈਨੂੰ ਕਿਵੇਂ ਪਤਾ ਲੱਗੇਗਾ ਇਸ ਤਰ੍ਹਾਂ? ਇਸ ਲਈ ਪੋਟੈਂਸ਼ੀਅਲ ਗ੍ਰੇਡੀਐਂਟ ਪਤਾ ਕਰਨਾ ਪਹਿਲਾਂ ਆਪਾਂ ਨੂੰ ਜੇ ਕਰਨਾ ਹੈ ਪਤਾ, ਆਪਾਂ ਸਭ ਤੋਂ ਪਹਿਲਾਂ ਪੋਟੈਂਸ਼ੀਓਮੀਟਰ ਵਾਇਰ ਨੂੰ ਕੈਲੀਬ੍ਰੇਟ ਕਰਦੇ ਹਾਂ। ਕੈਲੀਬ੍ਰੇਟ ਕਰਨ ਦੇ ਲਈ ਸਾਨੂੰ ਬਾਹਰਲੀ ਬੈਟਰੀ ਕਿੰਨੇ ਵੋਲਟ ਦੀ ਹੈ ਮੈਟਰ ਨਹੀਂ ਕਰਦੀ, ਆਪਾਂ ਇੱਕ ਨੋਨ ਬੈਟਰੀ ਲੈਂਦੇ ਹਾਂ, ਨੋਨ ਸੈੱਲ ਲੈਂਦੇ ਹਾਂ, ਜਿਹਦੇ ਨਾਲ ਆਪਾਂ ਆ ਨੋਨ ਹੁੰਦਾ ਹੈ, ਆ ਨੋਨ ਲੈ ਲੈਂਦੇ ਆਪਾਂ, ਤੇ ਸਾਨੂੰ ਪਤਾ ਇਹਦੇ ਅਕ੍ਰੋਸ ਡ੍ਰੌਪ ਤਾਂ ਹੋ ਹੀ ਰਿਹਾ ਹੋਣਾ। ਆਪਾਂ ਫਿਰ ਆ ਲੈਂਥ ਦੇਖ ਲੈ ਕਿੰਨੀ ਲੈਂਥ ਦੇ ਵਿੱਚ ਜਾ ਕੇ ਬੈਲੈਂਸ ਹੁੰਦਾ ਹੈ। ਫਿਰ E = K E/L, ਇੱਥੋਂ E ਤੁਹਾਨੂੰ ਨੋਨ ਹੀ ਸੀਗਾ, L ਤੁਹਾਡੀ ਇੱਥੋਂ ਆ ਗਈ, ਤੁਹਾਨੂੰ ਪਤਾ ਲੱਗ ਜਾਏਗਾ ਨਾ ਪੋਟੈਂਸ਼ੀਅਲ ਡ੍ਰੌਪ ਪਰ ਯੂਨਿਟ ਲੈਂਥ ਇੱਥੋਂ ਡਾਇਰੈਕਟਲੀ। ਇਹ ਹੈਗਾ ਪ੍ਰੈਕਟੀਕਲੀ ਕਿਵੇਂ ਕਰਦੇ ਆ, ਉਦੋਂ ਮੈਂ ਤੁਹਾਨੂੰ ਥਿਓਰੈਟਿਕਲੀ ਸਮਝਾਇਆ ਸੀ ਸਭ ਕੁਝ। ਕਲੀਅਰ ਹੋਈ ਗੱਲ ਕਿ ਨਹੀਂ ਦੱਸੋ? Yes, sir. Yes.
ਸੋ ਕਹਿਣ ਦਾ ਮਤਲਬ ਇਹੀ ਹੈ ਕਿ ਕੁਐਸਚਨ ਵਿੱਚ ਤੁਹਾਨੂੰ ਇਸ ਤਰ੍ਹਾਂ ਪੁੱਛਿਆ ਜਾਂਦਾ। ਹੁਣ ਆੜੀ ਵਾਇਰ ਬਾਰ-ਬਾਰ ਨਾ ਮੈਂ 400 ਸੈਂਟੀਮੀਟਰ ਐ ਨਹੀਂ ਬਣਾਉਂਗਾ ਵੀ ਮੈਂ ਸਿੱਧੀ ਬਣਾ ਦੂੰਗਾ, ਤੁਹਾਨੂੰ ਗੱਲ ਸਮਝ ਆਣੀ ਚਾਹੀਦੀ ਜੀ ਮੀਟਰ ਵਿੱਚ ਕਰਦੇ ਜੀ। ਕਹਿਣ ਦਾ ਭਾਵ ਇਹ ਹੈ ਮੈਂ ਕਹਾਂ ਕਿ ਆਹ ਸਿੱਧੀ ਵਾਇਰ ਹੈ, ਆਹ ਸਿੱਧੀ ਵਾਇਰ ਹੈ ਮੰਨ ਲਓ, ਤੇ ਮੈਨੂੰ ਇਹਦੇ ਉੱਪਰਲਾ ਸਟਰਕਚਰ ਨਹੀਂ ਪਤਾ, ਜਸਟ ਮੈਂ ਐਗਜ਼ਾਮਪਲ ਲੈ ਰਿਹਾ। ਉੱਪਰ ਇਹਦੇ ਹੁਣ ਇਹ 'ਚ ਬੈਟਰੀ ਵੀ ਲੱਗੀ ਹੋਈ ਹੈ, ਫਿਰ ਅੱਗੇ ਕੋਈ ਹੋਰ ਰੈਜ਼ਿਸਟੈਂਸ ਲੱਗੀ ਹੈ, ਰਿਓਸਟੈਟ ਲੱਗਿਆ ਆ, ਐਮੀਟਰ ਲੱਗਿਆ, ਇਹ ਸਾਰਾ ਕੁਝ ਲੱਗਿਆ ਲਗਾਇਆ ਹੈ ਇੱਥੇ ਤੱਕ। ਆ ਵਾਇਰ ਇੱਥੋਂ ਸ਼ੁਰੂ ਹੁੰਦੀ ਹੈ ਇੱਥੇ ਤੱਕ ਹੈ ਮੰਨ ਲਓ, ਤੇ ਆਪਾਂ ਕੈਲੀਬ੍ਰੇਸ਼ਨ ਇਹਨਾਂ ਦੇ ਬਿਨਾ ਹੀ ਕਰ ਸਕਦੇ ਹਾਂ। ਉੱਪਰ ਮੰਨ ਲਓ EMF ਇਹਦਾ ਪਤਾ ਨਹੀਂ, ਇਹਦਾ ਗਿਵਨ ਹੀ ਹੈ, ਚਲੋ ਰੈਜ਼ਿਸਟੈਂਸ ਵੀ ਗਿਵਨ ਹੈ ਕਿੰਨੀ ਹੈ, ਇਹ ਸਭ ਕੁਝ ਰਿਓਸਟੈਟ ਨੇ ਕਿੰਨੀ ਇੰਟਰੋਡਿਊਸ ਕੀਤੀ ਮੈਨੂੰ ਨਹੀਂ ਪਤਾ, ਮੈਂ ਇਹਦੀ ਟੈਨਸ਼ਨ ਨਹੀਂ ਲਵਾਂਗਾ। ਮੈਂ ਸਿਰਫ ਨੋਟ ਕਰ ਲੈਣਾ ਚਾਹੀਦਾ, ਕਰੰਟ ਜ਼ਰੂਰ ਨੋਟ ਕਰ ਲੈਣਾ ਚਾਹੀਦਾ। ਇੱਕ ਗੱਲ ਯਾਦ ਰੱਖੋ, ਕਰੰਟ ਨੋਟ ਕਰ ਲੈਣਾ ਜ਼ਰੂਰੀ ਹੈ ਰੀਡਿੰਗ ਲੈਣ ਤੋਂ ਪਹਿਲਾਂ, ਕਾਂਸਟੈਂਟ ਕਰੰਟ। ਉਸ ਤੋਂ ਬਾਅਦ ਅਸੀਂ ਕੋਈ ਨॉन EMF ਲਿਆ, ਮੰਨ ਲਓ ਐਗਜ਼ਾਮਪਲ ਕਿ 10 ਵੋਲਟ ਦਾ ਇੱਕ EMF ਵਾਲਾ ਸੈੱਲ ਲਿਆ, ਇੰਟਰਨਲ ਚਾਹੇ ਸ਼ੋ ਕਰੋ ਚਾਹੇ ਨਾ ਕਰੋ, ਬੈਲੈਂਸ ਪੁਆਇੰਟ ਲਈ ਮੈਟਰ ਨਹੀਂ ਕਰਦਾ। ਤੇ ਇੱਥੇ ਜਾ ਕੇ ਮੰਨ ਲਓ ਇੱਥੇ ਬੈਲੈਂਸ ਹੋ ਗਿਆ, ਆਹ ਜਿਹੜੀ ਲੈਂਥ ਆਈ, ਆਹ ਵਾਲੀ ਲੈਂਥ, ਹੁਣ ਮੈਂ ਇੱਥੇ ਸਿੱਧਾ ਹੀ ਲਿਖ ਰਿਹਾ ਹਾਂ, ਮੰਨ ਲਓ 250 ਸੈਂਟੀਮੀਟਰ ਜਾਂ 200 ਸੈਂਟੀਮੀਟਰ ਆ ਜਾਣਾ, ਤਾਂ ਮੇਰਾ ਇੱਥੋਂ ਪੋਟੈਂਸ਼ੀਅਲ ਗ੍ਰੇਡੀਐਂਟ ਸਿੱਧਾ ਹੀ ਨਿਕਲ ਜਾਣਾ ਆ ਕਿ 10 ਵੋਲਟ ਜਿਹੜਾ ਆ, ਇਹ ਪੱਕਾ ਹੈ ਨਾ, ਜੇ ਇਧਰ ਕਰੰਟ ਨਹੀਂ ਆ ਰਿਹਾ ਗੈਲਵਨੋਮੀਟਰ 'ਚ, ਤਾਂ ਮਤਲਬ ਕਿ ਆ 10 ਵੋਲਟ ਜਿਹੜਾ ਇਹਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਹੈ, ਉਹੀ ਪੋਟੈਂਸ਼ੀਅਲ ਡਿਫਰੈਂਸ ਇਹਦੇ ਅਕ੍ਰੋਸ ਡ੍ਰੌਪ ਹੋਇਆ ਹੋਏਗਾ ਨਾ ਇਨ ਲੈਂਥ। ਤਾਂ ਉਹ 10 ਵੋਲਟ ਬਟਾ 200 ਸੈਂਟੀਮੀਟਰ ਕਰ ਦੋ ਤੁਸੀਂ, ਬਸ ਇਹ ਆ ਗਿਆ 0.05 ਵੋਲਟ ਪਰ ਸੈਂਟੀਮੀਟਰ ਆ ਜਾਏਗਾ ਪੋਟੈਂਸ਼ੀਅਲ ਗ੍ਰੇਡੀਐਂਟ। ਸੋ ਜਦੋਂ ਇਹ ਆ ਗਿਆ, ਫਿਰ ਆਹ ਵਾਲਾ ਸੈੱਲ ਕੱਢ ਲਓ, ਇਸ ਸੈੱਲ ਨੂੰ ਕੱਢ ਲਓ, ਇਹਦੀ ਜਗ੍ਹਾ ਤੇ ਜਿਹੜਾ ਵੀ ਸੈੱਲ ਦਾ ਤੁਸੀਂ EMF ਪਤਾ ਕਰਨਾ ਹੈ ਉਹ ਲਗਾਓ, ਫਿਰ ਉਹਦਾ ਦੇਖ ਲਓ ਪੋਟੈਂਸ਼ੀਅਲ ਕਿੱਥੇ ਆ ਕੇ ਬੈਲੈਂਸ ਹੁੰਦਾ। ਜੇ L ਲੈਂਥ ਤੇ ਬੈਲੈਂਸ ਹੁੰਦਾ ਹੈ, ਇਸ K ਨੂੰ ਉਸ L ਨਾਲ ਗੁਣਾ ਕਰ ਦਿਓ, ਤਾਂ ਆ ਨਵਾਂ ਵਾਲਾ ਜਿਹੜਾ EMF ਤੁਹਾਨੂੰ ਮਿਲ ਜਾਏਗਾ। ਹੁਣ ਦੱਸੋ ਗੱਲ ਕਲੀਅਰ ਹੋਈ ਸਭ ਨੂੰ, ਕਿਵੇਂ ਪ੍ਰੈਕਟੀਕਲੀ ਕਰਦੇ ਹਾਂ? यस ਇੱਕ ਤਾਂ ਆ ਗੱਲ ਹੋ ਗਈ, ਠੀਕ। ਦੂਸਰਾ ਤਰੀਕਾ ਕੀ ਸੀਗਾ, ਮੈਂ ਕਿਹਾ ਸੀ ਦੇਖੋ ਪੋਟੈਂਸ਼ੀਅਲ ਗ੍ਰੇਡੀਐਂਟ ਪਤਾ ਕਰਨ ਦਾ ਦੂਸਰਾ ਤਰੀਕਾ ਇਹ ਨੂਮੈਰਿਕਲਸ ਵਗੈरह ਚ ਯੂਜ਼ ਹੁੰਦਾ ਹੈ ਕਿ ਜੇ ਕੋਈ ਵਾਇਰ ਹੈ, ਉਹ ਵਾਇਰ ਦੀ ਰੈਜ਼ਿਸਟੈਂਸ R ਹੈ, ਮੰਨ ਲਓ ਟੋਟਲ ਵਾਇਰ ਦੀ ਰੈਜ਼ਿਸਟੈਂਸ R ਹੈ, ਟੋਟਲ ਵਾਇਰ ਦੀ ਰੈਜ਼ਿਸਟੈਂਸ, ਵਾਇਰ ਦੀ ਰੈਜ਼ਿਸਟਿਵਿਟੀ, ਵਾਇਰ ਦੀ ਲੈਂਥ, ਵਾਇਰ ਦਾ ਏਰੀਆ ਆਫ ਕ੍ਰਾਸ ਸੈਕਸ਼ਨ, ਇਹ ਸਭ ਇਹ ਹੈ ρ L/T। ਜੇ ਆਪਾਂ ਰੈਜ਼ਿਸਟੈਂਸ ਪਰ ਯੂਨਿਟ ਲੈਂਥ ਦੇਖ ਲਈ ਉਹਦੀ ਕਿੰਨੀ ਹੈ, ਕਿਉਂਕਿ ਆਪਾਂ ਵੋਲਟੇਜ ਪਰ ਯੂਨਿਟ ਲੈਂਥ ਦੇਖਣਾ ਹੈ, ਡ੍ਰੌਪ ਪੋਟੈਂਸ਼ੀਅਲ ਗ੍ਰੇਡੀਐਂਟ, ਰੈਜ਼ਿਸਟੈਂਸ पर यूनिट लेंथ देख लो कितनी है, R/L कितना हो गया ρ/A, ठीक है। ਤੇ ਆਪਾਂ ਜੇ ਇਹਨੂੰ ਗੁਣਾ ਕਰਦੀ ਹੁਣ ਕਰੰਟ ਦੇ ਨਾਲ, ਦੋਨੋਂ ਪਾਸੇ ਮਲਟੀਪਲਾਈ ਬੋਥ ਸਾਈਡਸ ਬਾਈ ਕਰੰਟ। ਤੇ ਕਰੰਟ ਕਿੱਥੋਂ ਮਿਲਦਾ ਹੈ ਉਹਦਾ ਤੁਹਾਨੂੰ ਮੈਂ ਕਿਹਾ ਤਾਂ ਹੈ, ਐਮੀਟਰ ਲਾਇਆ ਹੋਇਆ ਆਪਾਂ, ਐਮੀਟਰ ਤਾਂ ਹੀ ਤਾਂ ਲਾਇਆ ਸੀ, I/R/L I ρ/A। ਤਾਂ ਜਿਹੜਾ ਇਹ ਹੋਏਗਾ ਤੁਹਾਡਾ I/R, ਇਹ ਹੋਏਗਾ ਉਸ ਪੂਰੀ ਵਾਇਰ ਦੇ ਉੱਪਰ ਪੋਟੈਂਸ਼ੀਅਲ ਡ੍ਰੌਪ ਹੋਏਗਾ ਕਿ ਨਹੀਂ, ਦੇਖੋ ਆਪਣੇ ਆਪ। यस सर। ਕਿਉਂਕਿ ਪੂਰੀ ਤਾਰ ਦਾ ਕਰੰਟ ਹੈ, ਇਹ ਤਾਂ ਬਿਲਕੁਲ ਨਾਰਮਲ ਗੱਲ ਹੈ, ਤੁਸੀਂ ਪਹਿਲਾਂ ਵੀ ਯੂਜ਼ ਕਰਦੇ ਰਹੇ ਆ। ਮੰਨ ਲਓ ਕੋਈ ਰੈਜ਼ਿਸਟੈਂਸ R ਹੈ, ਇਹ ਚੋਂ ਕਰੰਟ I ਜਾ ਰਿਹਾ, ਤਾਂ ਇਹਦੇ ਅਕ੍ਰੋਸ ਡ੍ਰੌਪ ਕਿੰਨਾ ਹੋ ਰਿਹਾ, IR, ਹੈਨਾ। ਉਵੇਂ ਹੀ ਤਾਰ ਦੇ ਉੱਪਰ ਟੋਟਲ ਡ੍ਰੌਪ ਜਿਹੜਾ 70 ਵੋਲਟ ਮੈਂ ਇੱਥੇ ਲੈ ਰਿਹਾ ਸੀ, ਮਿਲ ਗਿਆ ਨਾ ਉੱਥੇ ਹੁਣ, ਤੇ ਇਹਦੇ ਨਾਲ ਡਿਵਾਈਡ ਕੀਤਾ ਟੋਟਲ ਤਾਰ ਦੀ ਲੈਂਥ ਨੂੰ, ਤੇ ਆਪਣੇ ਕੋਲ ਆ ਪੋਟੈਂਸ਼ੀਅਲ ਗ੍ਰੇਡੀਐਂਟ ਆ ਗਿਆ K, ਜਿਹੜਾ ਕੀ ਆਇਆ I ρ/A। ਸੋ ਜੇ ਕੋਈ ਚਾਹੇ ਤਾਂ ਕਿਸੇ ਨੂਮੈਰੀਕਲ ਚ ਰੈਜ਼ਿਸਟਿਵਿਟੀ ਆਫ ਵਾਇਰ ਗਿਵਨ ਹੋਵੇ, ਕਰੰਟ ਗਿਵਨ ਹੋਵੇ, ਏਰੀਆ ਆਫ ਕ੍ਰਾਸ ਸੈਕਸ਼ਨ ਗਿਵਨ ਹੋਵੇ, ਤਾਂ ਉਹ ਵੀ ਪਤਾ ਕਰ ਸਕਦਾ ਹੈ ਆਪਣਾ ਇਹ। ਜਾਂ ਫਿਰ ਜੇ ਕਿਸੇ ਨੂੰ ਨੂਮੈਰੀਕਲ ਚ ਰੈਜ਼ਿਸਟੈਂਸ ਗਿਵਨ ਹੋਵੇ, ਉਹਨੂੰ ਕਰੰਟ ਨਾਲ ਗੁਣਾ ਕਰਕੇ ਲੈਂਥ ਨਾਲ ਡਿਵਾਈਡ ਕਰ ਦੇਵੇ, ਤਾਂ ਵੀ ਪਤਾ ਕਰ ਸਕਦਾ ਹੈ। ਠੀਕ, ਸੋ K ਪਤਾ ਕਰਨ ਦਾ ਦੇਖੋ ਕੀ ਤਰੀਕੇ ਹੋ ਗਏ। ਇੱਕ ਤਾਂ ਹੋ ਗਿਆ ਪ੍ਰੈਕਟੀਕਲੀ ਯੂਜ਼ਿੰਗ any known EMF, है ना, ਸੈੱਲ, ਕੋਈ ਇਸ ਤਰ੍ਹਾਂ ਦਾ ਸੈੱਲ ਯੂਜ਼ ਕੀਤਾ ਜਿਹਦਾ ਆਪਾਂ EMF ਪਹਿਲੇ ਪਤਾ ਸੀਗਾ, ਤੇ ਪ੍ਰੈਕਟੀਕਲੀ ਦੇਖ ਲਿਆ ਕਿੰਨਾ ਆਇਆ, ਉਹਨੂੰ ਡਿਵਾਈਡ ਕਰਤਾ, ਗੱਲ ਖਤਮ। ਦੂਜਾ ਹੋ ਗਿਆ ਕਰੰਟ ਨੂੰ ਰੈਜ਼ਿਸਟੈਂਸ ਆਫ ਵਾਇਰ ਨਾਲ ਗੁਣਾ ਕਰਕੇ ਪੂਰੀ ਵਾਇਰ ਨਾਲ, ਤੇ ਲੈਂਥ ਆਫ ਵਾਇਰ ਨਾਲ ਡਿਵਾਈਡ ਕਰਤਾ, ਤਾਂ ਵੀ ਹੋ ਗਿਆ। ਤੀਸਰਾ ਕੀ ਹੋ ਗਿਆ, ਕਰੰਟ ਇਨਟੂ ਰੈਜ਼ਿਸਟਿਵਿਟੀ ਬਾय ਏਰੀਆ ਆਫ ਕ੍ਰਾਸ ਸੈਕਸ਼ਨ। ਇਹ ਬਹੁਤ ਰੇਅਰ, ਬਹੁਤ ਘੱਟ ਯੂਜ਼ ਹੋਏਗਾ, ਮੈਂ ਮੋਸਟਲੀ ਤੁਹਾਨੂੰ ਆ ਜਾਂ ਆ ਦੇ ਨਾਲ ਕੰਮ ਸਰਦਾ ਹੈ।
ਦੱਸੋ ਇੱਥੇ ਤੱਕ ਗੱਲ ਕਲੀਅਰ ਹੋਈ ਸਭ ਨੂੰ? Yes, sir. ਤੋ ਇਹਦੇ ਨਾਲ ਆਪਾਂ ਪੋਟੈਂਸ਼ੀਅਲ ਗ੍ਰੇਡੀਅੰਟ ਨੂੰ ਯੂਜ਼ ਕਰਕੇ ਉਹ ਕਰ ਸਕਦੇ ਹਾਂ। ਤੇ ਜੇ ਆਪਾਂ ਇੱਕ ਕੁਐਸਚਨ ਕਰਦੇ ਹਾਂ, ਪਹਿਲੇ ਗੱਲ ਆਦੀ ਐਪਲੀਕੇਸ਼ਨਸ ਡਿਸਕਸ ਕਰੀਏ ਇੱਕ ਵਾਰ ਦੁਬਾਰਾ। ਐਪਲੀਕੇਸ਼ਨਸ ਆਫ, ਮੈਂ ਤੁਹਾਨੂੰ ਅਲੱਗ-ਅਲੱਗ ਡਾਇਗਰਾਮ ਵੀ ਦੱਸੇ ਸਿਸਟਮ ਕੀ ਕਿਵੇਂ ਕਿਵੇਂ ਬਣਾਉਣੇ ਆ, ਉਹ ਤੁਸੀਂ ਆਪਣੇ ਨੋਟਸ 'ਚ ਬਣਾਇਓ ਪ੍ਰੋਪਰ। ਐਪਲੀਕੇਸ਼ਨਸ ਆਫ ਪੋਟੈਂਸ਼ੀਓਮੀਟਰ, तो सब तो पहली एप्लीकेशन तो यही है, it is used to calculate potential difference between any 2 points of circuit। ਤੇ ਤੁਸੀਂ ਕਹੋਗੇ ਕਿ ਇਹ ਕੰਮ ਤਾਂ ਅਸੀਂ ਵੋਲਟਮੀਟਰ ਨਾਲ ਵੀ ਕਰ ਸਕਦੇ ਹਾਂ। हाँ जी, वोल्टमीटर नाल ही करते हैं, वोल्टमीटर लगाने आप, पर वोल्टमीटर नालों ज्यादा एक्यूरेट की बिल्कुल एक्यूरेट होंगे अपना जो पोटेंशियोमीटर है। किवें एक्यूरेट होंगे देखो, जो भी नहीं मेजरमेंट वाली गलती होनी तो होंगी ही अपने एरर वगैरह ऑब्जरवेशन लेंदे हुए, पर अदरवाइज वो ज़्यादा एक्यूरेट होंगे है। वोल्टमीटर जो होंगे वो एक्यूरेट नहीं होंगे। किवें मैं दिखाना तुहानूं, इहदे लई आपां की करिए, आपां पहला एक सर्किट बनाइए पहली एप्लीकेशन लई। अच्छा, इतना पोटेंशियल डिफरेंस या ईएमएफ ऑफ अननोन सेल भी हो सकता है, ईएमएफ ऑफ सेल भी पता कर सकते हैं। तो तुसीं देख लिया किवें पता करते हैं। सब तो पहली इहनूं किवें पता करते हो, इहदा एक सर्किट है, मान लो आ प्राइमरी सर्किट है अपना जिहड़ा पोटेंशियोमीटर वाला सर्किट है। इत्थों आ पोटेंशियोमीटर वाली तार है, ये आया बहुत सौखा है, इहनूं बना लो। आ अपना वो बैटरी जी कैलीब्रेट करने के लिए लगाई सी, या ड्राइविंग बैटरी कह लो। ड्राइविंग बैटरी ये बिना तो फिर उस तार च करंट ही ना गया, कोई पोटेंशियल ड्रॉप ही नहीं होना, फिर कोई गल ही नहीं। ये R0 है मान लो कुछ भी, इत्थे एक रियोस्टैट भी ला दें आप। वही छोटा वर्जन बनाता आप वायर सीधी बनाती, उसे 400 सेंटीमीटर दिखाई सी। आए कहते हैं प्राइमरी सर्किट। ये प्राइमरी सर्किट है बेसिकली, ये वही है ना जो पोटेंशियोमीटर है अपना। हुण मान लो एक अपने को सर्किट हो रहेगा, इत्थे आ रेजिस्टेंस R है, कुछ भी सर्किट हो सकता। आ मान लो R1 है, आ मान लो ਇਹਦਾ EMF E है, ਇਹਦਾ कोई रेजिस्टेंस R है, ये कोई भी अलग एक सर्किट है बस इस तरह। आ सर्किट है, आ ਜਿਹੜਾ सर्किट है मेरा परपज की है। मैनू किसी ने कहा कि मैनू आ वाला ਜਿਹੜਾ पॉइंट है 1 पॉइंट ਤੇ ਆ ਜਿਹੜਾ पॉइंट 2 पॉइंट है, ਇਹਨਾਂ ਦੋਨਾਂ ਵਿਚਕਾਰ पोटेंशियल डिफरेंस दसो। एक तो तुसीं कैलकुलेट ही करते, तुहानूं पता ही है, तुसीं करते ही हो ना। तुसीं की करोगे इह पहला तो करंट पता कर लो, बहुत सौखा काम है ये तो, वैसे सर्किट सॉल्विंग बड़ा सौखा काम है। तुसीं की करो, करंट पता कर लो कि की आएगा, करंट आएगा E/R1 + R आ जाएगा ना करंट, देखो। यस सर। फिर उस करंट नूं तुसीं R नाल गुणा करोगे तो 1 ते 2 च पोटेंशियल डिफरेंस आ जाएगा, सिंपली है कि नहीं? हाँ जी सर। पर आपां नूं क्या है कि नहीं, आपां प्रैक्टिकली पता करना है 1 ते 2 च पोटेंशियल डिफरेंस कितना है। ठीक है, मैंने R1 बारे कोई नॉलेज ही नहीं है, मान लो मैंने आई डोंट नो दिस R1 कितनी है या ਇਹਦੀ इंटरनल रेजिस्टेंस कितनी है, ਇਹਦਾ EMF मान लो पता भी है ਤਾਂ ਵੀ मतलब मैं सीधा तौर ਤੇ नहीं दस सकता ਹੁਣ R ਦੇ क्रॉस कितना आएगा जो बाकी दो रेजिस्टेंस पता ही नहीं है। एक रेजिस्टेंस R लगी हुई है, बस उन्होंने कहा पता करो ਇਹਦੇ क्रॉस कितना पोटेंशियल डिफरेंस आएगा। ਆਪਾਂ ਜਿਹੜੇ दो पॉइंट पोटेंशियल पता करना है, पहली गल ਤਾਂ देखो ਇਹ ਚ हायर ਕਿਹੜਾ है, हायर ਤਾਂ ਇੱਧਰ ਲਾਇਆ ਤਾਂ पता ही है ना, लोअर ਇੱਧਰ ਲਾਇਆ करंट ਦੀ डायरेक्शन तो पता लग ਜਾਂਦਾ। ਤੁਸੀਂ ਫਿਰ 1 ਨੂੰ ਕਿਹਦੇ ਨਾਲ ਜੋੜੋਗੇ, 1 ਨੂੰ ਇਸ ਦੇ ਇਸ ਸਿਰੇ ਨਾਲ ਜੋੜ ਲਓ, ਉਸ ਤਾਰ ਦੇ ਉਸ ਹਾਇਰ ਪੋਟੈਂਸ਼ੀਅਲ ਨਾਲ ਜਿਹੜਾ ਇਹ ਜੋ ਹੁਣ ਇਹ ਚ ਕੀ ਹੈ, ਇਹ ਚ ਕਰੰਟ I0 ਜਾਂ ਮੰਨ ਲਓ ਜਾ ਰਿਹਾ ਇਸ ਤਾਰ ਦੇ ਵਿੱਚ, I0 ਕਰੰਟ ਜਾ ਰਿਹਾ ਇਹਦੇ ਵਿੱਚ, ਉਹ ਆਪਣਾ ਸਰਕਟ ਅਲੱਗ ਚੱਲ ਰਿਹਾ I0 ਵਾਲਾ। ਇਹ ਚ ਕਰੰਟ ਮੰਨ ਲਓ I ਜਾ ਵੀ ਰਿਹਾ, ਮੰਨ ਲਓ ਮੈਨੂੰ ਨਹੀਂ ਪਤਾ ਇਹਦੇ ਬਾਰੇ ਕੁਝ ਹਲੇ ਕਿ ਕਿੰਨਾ ਹੈ ਕਿੰਨਾ ਨਹੀਂ, ਤੇ ਹੁਣ ਆਪਾਂ ਇਹਨੂੰ 1 ਨੂੰ ਇਹਦੇ ਨਾਲ ਜੋੜਤਾ। ਜੇ 1 ਨੂੰ ਇਹਦੇ ਨਾਲ ਜੋੜਦਾ ਤੇ 2 ਦੇ ਨਾਲ ਕੀ ਲਾਵਾਂਗਾ ਮੈਂ, ਦੱਸੋ ਕੀ ਲਾਣਾ ਚਾਹੀਦਾ ਹੈ? ਗੈਲਵੇਨੋਮੀਟਰ। हाँ, गैल्वेनोमीटर लाऊंगा ते नाल जॉकी, जॉकी ਨੂੰ ਇਹਦੇ ਉੱਪਰ ਲਿਆ ਕੇ ਮੈਂ ਇਹਦਾ ਬੈਲੈਂਸ ਪੁਆਇੰਟ ਲੱਭੂਗਾ ਵੀ ਕਿੱਥੇ ਆ ਰਿਹਾ, ਤੇ ਉਹ ਮੰਨ ਲਓ ਇੱਥੇ ਲਗਾ ਕੇ
ਆ ਰਿਹਾ J। ਦੱਸੋ ਗੱਲ ਸਮਝ ਲੱਗ ਰਹੀ ਸਭ ਨੂੰ? ਰਿਲੇਟ ਕਰ ਪਾ ਰਹੇ ਹੋ ਪੁਰਾਣੀ ਜਿਹੜੀ ਸਿੱਖੀ ਹੈ ਚੀਜ਼ ਉਹਦੇ ਨਾਲ ਇਹਨੂੰ? Yes, sir. ਠੀਕ ਹੈ। ਇੱਥੇ ਜਾ ਕੇ ਗਵਰਨਮੈਂਟ 'ਚ ਕੋਈ ਡਿਫਲੈਕਸ਼ਨ ਨਹੀਂ ਆ ਰਹੀ। ਕਿਉਂ ਨਹੀਂ ਆ ਰਹੀ? ਕਿਉਂ ਨਹੀਂ ਆ ਰਹੀ ਹੋਗੀ? ਸੋਚੋ। ਕਿਉਂਕਿ ਬੇਸਿਕਲੀ ਆਹ ਵਾਲੀ ਤਾਰ ਦਾ ਆਹ ਕੋਈ ਵੀ ਪੋਟੈਂਸ਼ੀਅਲ ਹੋਏਗਾ, ਜਿੰਨਾ ਵੀ ਪੋਟੈਂਸ਼ੀਅਲ ਹੋਏਗਾ ਇੱਥੇ, ਠੀਕ ਹੈ, ਜਿੰਨਾ ਵੀ ਪੋਟੈਂਸ਼ੀਅਲ ਹੋਏਗਾ, ਤੇ ਇੱਥੇ ਵੀ ਕੁਝ ਪੋਟੈਂਸ਼ੀਅਲ ਹੋਏਗਾ, ਇੱਥੋਂ ਘਟਦਾ ਪੋਟੈਂਸ਼ੀਅਲ ਘਟ ਰਿਹਾ ਇੱਥੇ ਆ ਗਿਆ ਹੋਣਾ ਕੁਝ ਵੀ, ਠੀਕ ਹੈ। ਤੇ ਇਹ ਰਾਰ ਦੇ ਅਕ੍ਰੋਸ ਦਾ ਪੋਟੈਂਸ਼ੀਅਲ ਹੈ, ਇਹ ਵੀ ਉਨਾ ਹੀ ਹੋਏਗਾ। 1 ਤੇ 2 ਦੇ ਵਿਚਕਾਰ ਪੋਟੈਂਸ਼ੀਅਲ ਡਿਫਰੈਂਸ ਉਨਾ ਹੀ ਹੋਏਗਾ। ਤਾਂ ਹੀ ਤਾਂ ਗੈਲਵੈਨੋਮੀਟਰ 'ਚ ਕੋਈ ਡਿਫਲੈਕਸ਼ਨ ਨਹੀਂ ਆ ਰਹੀ ਨਾ, ਕੋਈ ਕਰੰਟ ਨਹੀਂ ਆ ਰਿਹਾ। ਇਹ 'ਚ ਕੋਈ ਕਰੰਟ ਨਹੀਂ ਆ ਰਿਹਾ। ਯਾਨੀ ਆ ਰੈੱਡ ਕਲਰ ਦੀਆਂ ਤਾਰਾਂ ਜੋ ਮੈਂ ਬਣਾਈਆਂ ਨੇ, 2 ਤਾਰਾਂ ਰੈੱਡ ਕਲਰ ਦੀਆਂ, ਇਹਨਾਂ ਦੋਨੋਂ ਤਾਰਾਂ ਵਿੱਚ ਕੋਈ ਕਰੰਟ ਨਹੀਂ ਆ ਰਿਹਾ ਹੋਏਗਾ ਐਟ ਨਲ ਪੁਆਇੰਟ, ਕਿਉਂਕਿ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਉੱਪਰ, ਹੁਣ ਜਿਵੇਂ ਮੰਨ ਲਓ ਕਹਿੰਦਾ ਮਤਲਬ ਆ 10 ਵੋਲਟ ਹੈ, ਕਹਿਣ ਦਾ ਭਾਵ ਇਹੀ ਹੈ, ਆ 10 ਵੋਲਟ ਹੈ, ਆ ਮੰਨ ਲਓ 3 ਵੋਲਟ ਹੈ, ਇਹ 'ਚ ਕਰੰਟ ਜਾ ਰਿਹਾ ਆ ਕੁਝ ਵੀ, ਇਧਰ ਵੀ ਆ 10 ਵੋਲਟ ਹੈ, ਆ ਮੰਨ ਲਓ 3 ਵੋਲਟ ਹੈ, ਇਹ 'ਚ ਕਰੰਟ ਜਾ ਰਿਹਾ ਇਸ ਤਰ੍ਹਾਂ ਕੁਝ ਵੀ। ਤੇ ਇਹਨਾਂ ਵਿੱਚ ਜੇ ਤੁਸੀਂ ਤਾਰਾਂ ਐ ਜੋੜੋਗੇ, ਆ ਤਾਰਾਂ 'ਚ ਕੋਈ ਕਰੰਟ ਨਹੀਂ ਆਏਗਾ ਨਾ। Yes, sir. ਸਮਝ ਲੱਗ ਰਹੀ ਹੈ ਨਾ ਗੱਲ? ਹਾਂਜੀ ਸਰ। तो आ लाल वाली तारा च तो कोई करंट आएगा ही नहीं। तो बेसिकली हुण जिहड़ा पोटेंशियल डिफरेंस होएगा 1 ते 2 विचकार, वो सीधा ही इस बैलेंस पॉइंट तो आ जाएगा। तो उपर ये जिहड़ा हैगा अपने कोल पोटेंशियोमीटर, ओदा के तुहानूं पता है, उस के नूं L नाल गुणा करोगे तो तुहानूं मिल जाएगा 1 ते 2 दा पोटेंशियल डिफरेंस। क्लीयर है गल? Yes, sir. ठीक है जी। ਇਹਨੂੰ ਕਹਿੰਦੇ ਸੈਕੰਡਰੀ ਸਰਕਟ। ਆ ਪ੍ਰਾਇਮਰੀ ਸਰਕਟ ਸੀਗਾ ਉੱਪਰ, ਇਹ ਸੈਕੰਡਰੀ ਸਰਕਟ ਆ ਥੱਲੜਾ। ਯਾਨੀ ਕਿ ਜਿਹੜੇ ਸਰਕਟ ਦੇ ਵਿੱਚ ਤੁਸੀਂ ਪਤਾ ਕਰਨਾ ਚਾਹ ਰਹੇ ਹੋ ਕੋਈ ਵੀ 2 ਪੁਆਇੰਟ, ਕੋਈ ਵੀ 2 ਪੁਆਇੰਟ ਹੋ ਸਕਦੇ ਆ, ਇਸ ਪੁਆਇੰਟ ਤੇ ਇਸ ਪੁਆਇੰਟ 'ਚ ਹੋ ਸਕਦਾ, ਬੈਟਰੀ ਦੇ ਦੋਨੋਂ ਪਾਸੇ ਸਿਰਿਆਂ ਤੇ ਹੋ ਸਕਦਾ, ਕੁਝ ਵੀ ਹੋ ਸਕਦਾ। ਜਿਹੜੇ 2 ਪੁਆਇੰਟ 'ਚ ਪਤਾ ਕਰਨਾ ਉਹਨਾਂ ਨੂੰ ਐ ਜੋੜੋ, ਪਹਿਲੇ ਸਿਰੇ ਨੂੰ ਜੋੜੋ ਉਧਰ ਹਾਇਰ ਵਾਲੇ ਨੂੰ, ਉਧਰਲੇ ਹਾਇਰ ਨਾਲ A ਨਾਲ, ਦੂਜੇ ਸਿਰੇ ਨਾਲ ਜੋਕੀ ਲਾ ਕੇ ਉਹ 'ਚ ਰਗੜੋ ਉਹਦੇ ਉੱਪਰ, ਦੇਖੋ ਕਿੱਥੇ ਆ ਕੇ ਬੈਲੈਂਸ ਪੁਆਇੰਟ ਮਿਲ ਜਾਂਦਾ ਹੈ। ਜਿੱਥੇ ਮਿਲ ਗਿਆ ਆਪਾਂ ਕਹਾਂਗੇ ਹਾਂ ਬਰਾਬਰ ਹੋ ਗਿਆ, ਹੁਣ ਉਹਦੇ ਬਰਾਬਰ ਆਏਗਾ ਬਿਲਕੁਲ। ਹੁਣ ਤੁਸੀਂ ਦੇਖੋ ਜੇ ਆਹੀ ਕੰਮ ਤੁਸੀਂ ਕਰਦੇ ਵੋਲਟਮੀਟਰ ਨਾਲ, ਇਫ ਵੀ ਯੂਜ਼ ਵੋਲਟਮੀਟਰ, ਫਿਰ ਉਹੀ ਸਰਕਟ ਬਣਾ ਦਿੰਦੇ ਆਪਾਂ। ਫਿਰ ਉਹੀ ਸਰਕਟ ਹੈ, ਮੰਨ ਲਓ ਇਸ ਤਰ੍ਹਾਂ R1 ਸੀਗਾ, ਇੱਥੇ ਇਹ R ਹੈ, ਤੇ ਇੱਥੇ ਆਪਣਾ ਸੈੱਲ ਲੱਗਿਆ ਹੈ, ਇੰਟਰਨਲ ਰੈਜ਼ਿਸਟੈਂਸ R ਸ਼ੋ ਕਰ ਦੋ। ਹੁਣ ਆ ਪੁਆਇੰਟ 1 ਤੇ 2 ਹੈਗੇ ਨੇ ਜਿਨ੍ਹਾਂ 'ਚ ਮੈਂ ਫਾਈਂਡ ਕਰਨਾ ਹੈ ਪੋਟੈਂਸ਼ੀਅਲ ਡਿਫਰੈਂਸ। ਤੇ ਕਰਨ ਦੇ ਲਈ ਮੰਨ ਲਓ ਮੈਂ ਇੱਥੇ ਵੋਲਟਮੀਟਰ ਲਾਤਾ ਐ ਕਰਕੇ। ਹੁਣ ਵੋਲਟਮੀਟਰ ਦੀ ਆਪਾਂ ਕਹਿੰਦੇ ਜਨਰਲੀ ਰੈਜ਼ਿਸਟੈਂਸ ਜ਼ਿਆਦਾ ਹੁੰਦੀ ਹੈ, ਪਰ ਸਟਿਲ ਕੁਝ ਤਾਂ ਹੋਏਗੀ ਨਾ। ਕਹਿੰਦੇ ਨੇ ਜੇ ਇਹ 'ਚੋਂ ਕਰੰਟ ਆਈ ਜਾ ਰਿਹਾ ਇੱਥੇ ਤੱਕ, ਅੱਛਾ ਇਸ ਤੋਂ ਪਿਛਲੇ ਕੇਸ ਵੀ ਆਈ ਜਾ ਰਿਹਾ ਸੀ ਨਾ, ਇੱਥੋਂ ਆਈ ਹੈ ਕਿ ਨਹੀਂ, ਤਾਂ ਰੈੱਡ ਵਾਲੀ 'ਚ ਗਿਆ ਹੀ ਨਹੀਂ, ਆਈ ਗਿਆ ਨਾ ਇਹ 'ਚ, ਹੈ ਕਿ ਨਹੀਂ? Yes, sir. Yes, sir. ਉੱਪਰ ਆਈ ਨੋਟ ਗਿਆ, ਉਹ ਆਈ ਨੋਟ ਉੱਪਰ ਆਪਣਾ ਜਾਂਦਾ ਰਿਹਾ, ਇਧਰ ਆਈ ਜਾਂਦਾ ਰਿਹਾ, ਆਪਸ ਵਿੱਚ ਇੰਟਰਫੇਰੈਂਸ ਨਹੀਂ ਹੋਈ ਕੋਈ ਜਦੋਂ ਬੈਲੈਂਸ ਪੁਆਇੰਟ ਨਾਲ ਪੁਆਇੰਟ ਸੀਗਾ। ਪਰ ਇੱਥੇ ਹੁਣ ਆ ਆਈ ਜਾ ਰਿਹਾ, ਇਹਦੇ ਚ ਕੁਝ ਕਰੰਟ ਦਾ ਉੱਪਰ ਜਾਏਗਾ ਹੀ ਜਾਏਗਾ, ਚਾਹੇ ਥੋੜਾ ਜਿਹਾ ਜਾਏ ਆਈ ਵੀ, ਇਧਰ ਕਰੰਟ ਥੋੜਾ ਜਿਹਾ ਤਾਂ ਘਟੇਗਾ ਹੀ, I ਮਾਈਨਸ ਆਈ ਵੀ। ਤਾਂ ਫਿਰ ਜਿਹੜਾ V ਵੋਲਟਮੀਟਰ ਜਿਹੜਾ ਮੈਜ਼ਰ ਕਰੇਗਾ, ਵੋਲਟਮੀਟਰ ਜਿਹੜੀ ਤੁਹਾਨੂੰ ਰੀਡਿੰਗ ਦੇਗਾ, ਉਹ I ਮਾਈਨਸ IV into R ਦੀ ਰੀਡਿੰਗ ਦੇਗਾ ਨਾ। क्लियर है? Yes. ਜਿਹਦੇ ਕ੍ਰੋਸ ਹੁੰਦਾ ਫਿਰ ਇਹ IR ਤਾਂ ਨਹੀਂ ਆਇਆ ਨਾ ਜਿੰਨਾ ਆਣਾ ਚਾਹੀਦਾ ਸੀ, ਯਾਨੀ ਜੋ ਐਕਚੁਅਲ ਸੀ ਅਸਲੀ ਵਿੱਚ ਜਿੰਨਾ ਪੋਟੈਂਸ਼ੀਅਲ ਡਿਫਰੈਂਸ ਸੀਗਾ ਉਹ ਵੈਲਿਊ ਦੇ ਬਰਾਬਰ ਨਹੀਂ ਆਏਗਾ, ਹਨਾ? Yes, sir. Yes, sir. ਇਹਦਾ ਮਤਲਬ ਵੋਲਟਮੀਟਰ ਕਿਤੇ ਨਾ ਚਾਹੇ ਵੋਲਟਮੀਟਰ ਆਪਾਂ ਤਾਂ ਹੀ ਕਹਿੰਦੇ ਵੋਲਟਮੀਟਰ ਤੁਸੀਂ ਲਓ ਜਿਹਦੀ ਬਹੁਤ ਜ਼ਿਆਦਾ ਰੈਜ਼ਿਸਟੈਂਸ ਹੋਵੇ, ਬਹੁਤ ਜ਼ਿਆਦਾ, ਤਾਂ ਕਿ ਉੱਪਰ ਕਰੰਟ ਨੈਗਲੀਜੀਬਲ ਜਾਵੇ ਤੇ ਸਾਰਾ ਕਰੰਟ ਉੱਥੋਂ ਹੀ ਲੰਘੇ ਜਿੱਥੋਂ ਅਸਲੀ ਸਰਕਟ 'ਚ ਲੰਘ ਰਿਹਾ ਸੀ ਵੋਲਟਮੀਟਰ ਲਾਉਣ ਤੋਂ ਪਹਿਲਾਂ ਹੀ। ਕਲੀਅਰ ਹੈ ਗੱਲ? Yes, sir. ਤੇ ਅਸੀਂ ਪੋਟੈਂਸ਼ੀਓਮੀਟਰ ਜਦੋਂ ਵਰਤਦੇ ਹਾਂ, ਪੋਟੈਂਸ਼ੀਓਮੀਟਰ ਕੀ ਕਰਦਾ ਹੈ? ਪੋਟੈਂਸ਼ੀਓਮੀਟਰ ਜਿਹਦੇ ਬੈਲੈਂਸ ਪੁਆਇੰਟ ਆਉਂਦਾ ਨਾ, ਪੋਟੈਂਸ਼ੀਓਮੀਟਰ ਤੁਹਾਡੇ ਅਸਲੀ ਸੈਕੰਡਰੀ ਸਰਕਟ ਦੇ ਵਿੱਚੋਂ ਕੋਈ ਕਰੰਟ ਨਹੀਂ ਮੰਗਦਾ। ਉਹ ਕਹਿੰਦਾ ਜੀ ਤਾਂ ਬੈਲੈਂਸ ਕਰਕੇ ਕੰਮ ਸਾਰ ਲੈਣਾ ਹੈ, ਗੈਲਵੇਨੋਮੀਟਰ ਰਿਫਲੈਕਸ਼ਨ 0 ਦੇਗਾ ਤਾਂ ਹੀ ਤਾਂ ਉਹਦੀ ਬੈਲੈਂਸ ਪੁਆਇੰਟ ਆਉਂਦੀ ਹੈ। ਤੇ ਜੇ ਗੈਲਵੇਨੋਮੀਟਰ 'ਚ ਕੋਈ ਕਰੰਟ ਨਹੀਂ ਗਿਆ ਤਾਂ ਇਟ ਮੀਨਸ ਸਭ ਕੁਝ ਠੀਕ ਹੈ। ਜੇ ਬੈਲੈਂਸ ਪੁਆਇੰਟ ਤੋਂ ਅੱਗੇ ਪਿੱਛੇ ਜੋੜੋਗੇ ਇਹਨੂੰ ਪੁਆਇੰਟ ਨੂੰ, ਆ ਬੈਲੈਂਸ ਪੁਆਇੰਟ ਆ ਗਿਆ, ਜੇ ਜੋਕੀ ਨੂੰ ਥੋੜਾ ਜਿਹਾ ਅੱਗੇ ਜਾੜੋ ਇੱਥੇ ਜੋੜੋਗੇ
ਤਾਂ ਦੱਸੋ ਕਰੰਟ ਜਾਏਗਾ ਗੈਲਵੇਨੋਮੀटर ਚ ਕਿੱਧਰ ਨੂੰ ਜਾਏਗਾ ਫਿਰ J to 2 ਜਾਂ 2 to J ਜਾਏਗਾ ਜੇ ਇੱਥੇ ਅੱਗੇ ਕਰਕੇ ਜੋੜੀਏ ਰਾਈਟ ਸਾਈਡ सर J to 2 ਕਿਵੇਂ सोचो किवें सर ऊपर वाला पोटेंशियल ज्यादा होना चाहिए थल्ले वाला घट जिवें कहण दा भाव ਇਹ ਆ ਕਿ ਮੈਂ ਕਹਿੰਦਾ ਇਸ ਟਾਈਮ ਮੰਨ ਲੈ ਵੀ ਆ 100 ਵੋਲਟ ਸੀਗਾ ਹਨਾ ਤੇ ਆ ਹੈਗਾ 30 ਵੋਲਟ ਜਾਂ 70 ਵੋਲਟ ਮੰਨ ਲਾ ਤੇ ਆ ਵੀ 70 ਮੰਨ ਲਈ ਆਪਾਂ ਫਿਲਹਾਲ ਹਨਾ ਤਾਂ ਹੀ ਤਾਂ ਕਰੰਟ ਆਇਆ ਨਹੀਂ ਕੋਈ ਜੇ ਇਹਨੂੰ ਥੋੜਾ ਅੱਗੇ ਵਧਾਇਆ ਤਾਂ 70 ਦੀ ਬਜਾਏ ਇੱਥੇ ਕੀ ਹੋ ਜਾਊਗਾ 60 ਹੋ ਜਾਊਗਾ ਫਿਰ ਕਿ ਨਹੀਂ ਜੇ ਆਪਾਂ ਇਹਨੂੰ ਇੱਧਰ ਖਿੱਚ ਦਈਏ ਇੱਥੇ ਜੋੜ ਦਈਏ ਤਾਂ ਇੱਥੇ 70 ਦੀ ਬਜਾਏ 60 ਹੋ ਜਾਊਗਾ ਤੇ ਇੱਧਰ ਕਿੰਨਾ ਹੈ 70 ਹੀ ਹਾਲੇ ਵੀ ਤਾਂ ਫਿਰ ਕਰੰਟ ਗੈਲਵੇਨੋਮੀਟਰ ਚ 2 to J ਜਾਣਾ ਚਾਹੀਦਾ ਕਿ J to 2 2 to J 2 to J ਜਾਣਾ ਚਾਹੀਦਾ ਨਾ ਫਿਰ ਸੋ ਇਸ ਤਰ੍ਹਾਂ ਸੋਚਿਓ ਕਿ ਕਿਸ ਤਰ੍ਹਾਂ ਆਪਣਾ ਮਤਲਬ ਜੇ ਸੈੱਲ ਵੀ ਲਗਾਵਾਂਗੇ ਤਾਂ ਕਿ ਮੈਂ ਦੱਸਦਾ ਕੋਈ ਨਹੀਂ ਅੱਗੇ ਜਾ ਕੇ ਪਰ ਗੱਲ ਸੋਚੋ ਜੇ ਥੋੜਾ ਉਸ ਬੈਲੈਂਸ ਪੁਆਇੰਟ ਤੋਂ ਲੈਫਟ ਕਰ ਦਵਾਂ ਲੈਫਟ ਕਰ ਦਵਾਂ ਜੀ ਤਾਂ J to 2 ਜਾਏਗਾ ਹਾਂ ਹੈ ਕਿ ਨਹੀਂ Yes, sir. ਕਿਉਂਕਿ ਫਿਰ ਲੈਫਟ ਤੇ ਉਹ 70 ਤੋਂ ਘੱਟ ਹੋਊਗਾ ਨਾ ਸੋਚੋ ਪੂਰੀ ਤਾਰ ਦਾ ਦਿਮਾਗ ਵਿੱਚ ਇਮੇਜ ਬਣਾਓ ਸੋਚਣਾ ਆਪਾਂ ਕਿ ਪੋਟੈਂਸ਼ੀਓਮੀਟਰ ਦੇ ਅੰਦਰ ਚੱਲ ਕੀ ਰਿਹਾ ਤਾਰ 'ਚ ਕਰੰਟ ਆ ਕਿੱਥੋਂ ਰਿਹਾ ਉਹਦੇ ਕਰਕੇ ਡ੍ਰੌਪ ਹੋ ਰਿਹਾ ਅਸੀਂ ਕਿਹਨੂੰ ਕਿੰਨਾ ਜੋੜ ਰਹੇ ਆ ਇਹਦੇ ਨਾਲ ਤੁਸੀਂ ਓਵਰਆਲ ਸਿੱਖੋਗੇ ਸਰਕਟਸ ਵਿੱਚ ਕਿਵੇਂ ਕੰਮ ਕਰਦੇ ਆ ਅਸੀਂ ਆਹ ਵਾਲੀ ਗੱਲ ਕਲੀਅਰ ਹੋ ਗਈ ਬਲਜੀਤ ਹਾਂਜੀ ਸਰ ਇੱਕ ਤਾਂ ਆ ਹੋ ਗਿਆ ਦੂਜਾ ਜਿਹੜਾ ਇਹਦਾ ਫਾਇਦਾ ਹੈ ਆਪਾਂ ਨੂੰ ਪੋਟੈਂਸ਼ੀਓਮੀਟਰ ਦਾ ਇਹ ਤਾਂ ਇੱਕ ਹੋ ਗਿਆ ਕਿ ਕੋਈ ਵੀ ਸਰਕਟ 'ਚ ਆਪਾਂ ਕੰਮ ਕਰਨਾ ਦੂਜਾ ਇੱਕ ਕਰਾਇਆ ਸੀ ਤੁਹਾਨੂੰ ਕੰਪੈਰੀਜ਼ਨ ਆਫ EMF of two batteries ਤੇ ਇਹ ਤਾਂ ਮੈਨੂੰ ਦਾ ਪਤਾ ਹੋਣਾ ਸਭ ਨੂੰ ਯਾਦ ਹੋਣਾ ਕਿ ਨਹੀਂ ਯਾਦ ਹੈ ਨਾ ਸੋ ਮੈਂ ਰਫ ਜਿਹਾ ਬਣਾ ਦੇਣਾ ਇੱਕ ਸਰਕਟ ਬਸ ਮੈਂ ਇੱਥੇ ਗੱਲ ਖਤਮ ਕਰਦਾ ਇਹਨੂੰ ਬਹੁਤੀ ਜ਼ਿਆਦਾ ਖਿੱਚਾਂਗੇ ਨਹੀਂ ਆ ਆਪਣੀ ਮੰਨ ਲਓ ਉਹ ਹੈ ਮਤਲਬ ਵਾਇਰ ਹੈ ਪੋਟੈਂਸ਼ੀਓਮੀਟਰ ਦੀ ਆ ਮੰਨ ਲਓ ਦੋ ਸਿਰੇ ਨੇ ਇਹਦੇ ਨਾਲ ਤੁਸੀਂ ਮੰਨ ਲਓ ਇੱਕ ਬੈਟਰੀ ਲਾਈ ਹੋਈ ਹੈ ਕੋਈ ਵੀ ਮੰਨ ਲਓ ਜੇ ਇਹਨੂੰ ਕੈਲੀਬ੍ਰੇਟ ਕਰਨ ਲਈ ਜਾਂ ਡਰਾਈਵ ਕਰਨ ਲਈ ਯੂਜ਼ ਕੀਤੀ ਹੈ ਇੱਥੇ ਰਿਓਸਟੈਟ ਵੀ ਲਾ ਦਿਓ ਕੋਈ ਚੱਕਰ ਨਹੀਂ ਫਿਰ ਇੱਕ ਐਮੀਟਰ ਵੀ ਲਾ ਹੀ ਦਿਓ ਕੋਈ ਚੱਕਰ ਨਹੀਂ ਐਂ ਜੋੜ ਦਿਓ ਇਹਦੇ ਨਾਲ ਠੀਕ ਆ ਉਸ ਤੋਂ ਬਾਅਦ ਅਸਲੀ ਵਿੱਚ ਆਪਣੇ ਕੀ ਆ ਦੋ ਹੁੰਦੇ ਆ ਸੈੱਲ ਆਪਾਂ ਦੋਨੋਂ ਸੈੱਲ ਐ ਲਗਾਉਂਦੇ ਆ ਇੱਕ ਸੈੱਲ ਇੱਥੇ ਲਗਾ ਦਿੰਦੇ ਆ ਮੰਨ ਲਓ E1 ਹੈ ਤੇ ਇਹ ਮੰਨ ਲਓ R ਹੈ R1 ਤੇ ਦੂਜਾ ਸੈੱਲ ਇੱਥੇ ਲਗਾ ਦਿਓ E2 ਤੇ ਇੱਧਰ ਲਗਾ ਦਿਓ R2 ਤੇ ਉਸ ਤੋਂ ਬਾਅਦ ਇਹਨਾਂ ਦੋਨੋਂ ਸੈਲਸ ਨੂੰ ਤੁਸੀਂ ਉੱਪਰ ਹੀ ਸਵਿਚ ਲਾ ਲਓ ਚਾਹੇ ਐ ਸਵਿਚ ਲਾ ਲਓ ਇਹਦਾ ਵੀ ਸਵਿਚ ਲਾ ਦਿਓ ਇੱਥੇ ਉੱਪਰ ਸਵਿਚ S1 ਆ ਇਹ S2 ਆ ਫਿਰ ਇਹਨਾਂ ਨੂੰ ਜੋੜ ਦਿਓ ਫਿਰ ਇੱਥੇ ਗੈਲਵੇਨੋਮੀਟਰ ਲਾ ਦਿਓ ਤੇ ਫਿਰ ਜੌਕੀ ਲਾ ਦਿਓ ਐ ਕਰਕੇ ਤਾਂ ਬੇਸਿਕਲੀ ਪਹਿਲਾਂ ਤੁਸੀਂ ਕੀ ਕਰੋਗੇ ਪਹਿਲਾਂ ਸਵਿਚ S1 ਨੂੰ ਔਨ ਕਰੋਗੇ ਤੇ ਇਹਨੂੰ ਆਫ ਹੀ ਰੱਖੋਗੇ ਨੀਚੇ ਨੂੰ ਠੀਕ ਹੈ ਤਾਂ ਇਸ ਵਾਇਰ ਦਾ ਕਰੰਟ ਜਾ ਹੀ ਨਹੀਂ ਸਕਦਾ ਨਾ ਕੋਈ ਵੀ ਨਾ ਕੋਈ ਇਹਦੇ ਵਿੱਚੋਂ ਲੈ ਸਕਦਾ ਹੈ ਨਾ ਉੱਪਰ S1 ਨੂੰ ਔਨ ਕੀਤਾ ਤਾਂ ਆਪਣੇ ਕੋਲ ਜਿਹੜੀ ਮੰਨ ਲਓ ਬੈਲੈਂਸ ਪੁਆਇੰਟ ਆਇਆ ਬੈਲੈਂਸ ਲੈਂਥ ਆਈ ਉਹ L1 ਆ ਗਈ ਤਾਂ ਤੁਹਾਡਾ ਜਿਹੜਾ E1 ਹੈ ਉਹ ਕਿਤੇ ਬਰਾਬਰ ਹੋ ਜਾਏਗਾ K times L1 ਫਿਰ ਤੁਸੀਂ S1 ਨੂੰ ਓਪਨ ਕਰ ਦਿਓ S2 ਨੂੰ ਕਲੋਜ਼ ਕਰ ਦਿਓ ਫਿਰ E2 ਕੀ ਆਏਗੀ K ਟਾਈਮ ਕੋਈ ਵੀ ਆ ਜਾਏਗੀ L2 ਤਾਂ ਜਿਹੜਾ ਤੁਹਾਡਾ E1 ਬਟਾ E2 ਹੋਏਗਾ ਉਹ ਕਿਤੇ ਬਰਾਬਰ ਹੋਏਗਾ L1 ਬਟਾ L2 ਐ ਕੰਪੇਅਰ ਕਰ ਸਕਦੇ ਹਾਂ ਦੋ ਸੈਲ ਕਲੀਅਰ ਹੈ ਗੱਲ यस सर ਕੋਈ ਬਹੁਤ ਵੱਡਾ ਮਸਲਾ ਨਹੀਂ ਮੈਂ ਤੁਹਾਨੂੰ ਉਦੋਂ ਡਾਇਗਰਾਮ ਪ੍ਰੋਪਰ 4 ਮੀਟਰ ਵਾਇਰ ਵਾਲਾ ਬਣਵਾਇਆ ਸੀ ਤੇ ਉਹ ਪਰ ਇੱਥੇ ਮੈਂ ਤੁਹਾਨੂੰ ਸਿੱਧਾ ਹੀ ਕਰਾਤਾ ਪ੍ਰਾਇਮਰੀ ਸਰਕਟ ਤੋਂ ਸੋ ਗਿਆ ਆ ਹੋ ਗਿਆ ਇੱਕ ਹੋਰ ਕਰਾਇਆ ਸੀ ਕੀ ਐਪਲੀਕੇਸ਼ਨ ਕਰਾਈ ਸੀ ਦੱਸੋ ਯਾਦ ਆ ਕਿਸੇ ਨੂੰ ਤਾਂ ਭੁੱਲ ਗਿਆ ਲੱਗਦਾ ਮੈਂ ਕਰਾ ਕੇ ਉਧਰ ਗਿਆ ਸੀ ਨਾ ਯਾਰ ਛੁੱਟੀਆਂ ਤੋਂ ਜਸਟ ਪਹਿਲਾਂ ਕਰਾਇਆ ਤੁਹਾਨੂੰ ਇसीलिए इंटरनल रेजिस्टेंस में सिर्फ हाँ जी फाइंडिंग इंटरनल रेजिस्टेंस ऑफ अ बैटरी इंटरनल रेजिस्टेंस ऑफ अ बैटरी ਦੇ ਲਈ ਪਹਿਲਾਂ ਤਾਂ ਇੱਕ ਐਕਸਪ੍ਰੈਸ਼ਨ ਤੁਹਾਨੂੰ ਸਮਝਾਇਆ ਹੋਇਆ ਵਾ ਇਸ ਤਰ੍ਹਾਂ ਕੋਈ ਵੀ ਬੈਟਰੀ ਦਾ ਇੰਟਰਨਲ ਰੈਜ਼ਿਸਟੈਂਸ ਕਿਵੇਂ ਪਤਾ ਕਰਦੇ ਮੰਨ ਲਓ ਆ ਬੈਟਰੀ ਹੈ ਤੇ ਇਹਦਾ ਇੰਟਰਨਲ ਰੈਜ਼ਿਸਟੈਂਸ ਮੰਨ ਲਓ R ਹੈ ਤੇ ਬੈਟਰੀ ਦਾ EMF E ਹੈ
ਆਪਾਂ ਬੈਟਰੀ ਨਾਲ ਜਦੋਂ ਲਗਾਉਂਦੇ ਆ ਕੋਈ ਵੀ ਐਕਸਟਰਨਲ ਰੈਜ਼ਿਸਟੈਂਸ R ਇਸ ਸਰਕਟ ਦੀ ਆਪਾਂ ਗੱਲ ਕਰਦੇ ਆ, ਇਸ ਦੇ ਵਿੱਚੋਂ ਕਰੰਟ ਮੰਨ ਲਓ ਪਾਸ ਕਰ ਰਿਹਾ I, ਤਾਂ ਤੁਸੀਂ ਦੱਸ ਸਕਦੇ ਹੋ ਕਰੰਟ ਕਿੰਨਾ ਆਏਗਾ? ਇਹ ਆਏਗਾ ਨਾ। ਤਾਂ ਇਸ ਬੈਟਰੀ ਦੇ ਵਿੱਚੋਂ ਜਦੋਂ ਕਰੰਟ ਪਾਸ ਕਰ ਰਿਹਾ ਤਾਂ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਕਿਹਦੇ ਬਰਾਬਰ ਆਉਂਦਾ ਹੈ? ਇਹ ਤਾਂ ਪਤਾ ਹੈ ਨਾ ਕਰਾਇਆ ਹੋਇਆ। Yes, sir. ਸੋ ਇਹ ਆਏਗਾ I ਦੀ ਵੈਲਿਊ ਪੁੱਟ ਕਰ ਦਿਓ, ਇੱਥੋਂ E ਕਾਮਨ ਕਰ ਲਓ। ਹੁਣ ਕੀ ਵੈਲਿਊ V ਦਾ ਮਤਲਬ ਕੀ ਹੈ, E ਦਾ ਮਤਲਬ ਕੀ ਹੈ, ਇਹ ਸਭ ਗੱਲਾਂ ਤੁਹਾਡੇ ਨਾਲ ਕੀਤੀਆਂ ਹੋਈਆਂ ਨੇ, ਤਾਂ ਹੀ ਮੈਂ ਇੱਥੇ ਨਹੀਂ ਉਹ ਤੇ ਦੁਬਾਰਾ ਜਾ ਰਿਹਾ। ਆ ਗਿਆ। ਸੋ ਇਹ ਬੇਸਿਕਲੀ ਬਣ ਜਾਏਗਾ E by V is equal to R plus R by R। So therefore ਇਹ ਬਣੇਗਾ 1 plus R by R is equal to E by V। ਸੋ ਇਹ ਤਾਂ ਤੁਹਾਡੇ ਕੋਲ R ਦਾ ਐਕਸਪ੍ਰੈਸ਼ਨ ਕੀ ਆਇਆ ਸੀ? E by V minus 1 into capital R। ਆ ਕਲੀਅਰ ਹੈ ਗੱਲ? Yes, sir. Yes, sir. ਇਹ ਐਕਸਪ੍ਰੈਸ਼ਨ ਹੈ ਸਿਰਫ, ਇਹ ਜਸਟ ਮੈਂ ਕਹਿ ਰਿਹਾ ਇਹਨੂੰ ਯੂਜ਼ ਕਰਾਂਗੇ ਆਪਾਂ ਤੇ ਪੋਟੈਂਸ਼ੀਓਮੀਟਰ ਦੇ ਥਰੂ ਆਪਾਂ ਪਤਾ ਕਰਾਂਗੇ, ਕਿਉਂਕਿ ਪੋਟੈਂਸ਼ੀਓਮੀਟਰ ਦੇ ਥਰੂ ਹੀ ਸਾਨੂੰ E ਤੇ V ਮਿਲ ਸਕਦੇ ਨੇ ਅਲੱਗ-ਅਲੱਗ। ਇੱਥੇ ਵੋਲਟਮੀਟਰ ਦੇ ਤਾਂ ਕੋਈ ਲੋੜ ਹੀ ਨਹੀਂ ਆਪਾਂ ਨੂੰ ਵਰਤਣ ਦੀ, ਨਾ ਉਹ ਬਹੁਤ ਹੀ ਵੱਡੀ ਮਿਸਟੇਕਸ ਉੱਚ ਹੋਣਗੀਆਂ ਆਪਣੇ ਕੋਲ। ਤੇ ਇੱਥੇ ਆਪਾਂ ਕੀ ਕਰਦੇ ਫਿਰ? ਆਪਾਂ ਇਹਦੇ ਲਈ ਸਰਕਟ ਜੋ ਬਣਾਇਆ ਸੀ ਫਿਰ ਉਵੇਂ ਹੀ ਮੈਂ ਇੱਕ ਵਾਰ 1 ਮੀਟਰ ਵਾਲੀ ਬਣਾ ਦਿੰਦਾ ਇਸ ਤਰ੍ਹਾਂ ਹੀ। ਇਹਦੇ ਨਾਲ ਤੁਸੀਂ ਫਿਰ ਉਹੀ ਲਗਾ ਦਿਓ, ਇੱਕ ਬੈਟਰੀ ਲਗਾ ਦਿਓ, ਉਹਦੀ ਕੋਈ ਇੰਟਰਨਲ ਸ਼ੋ ਕਰਨੀ ਕਰੋ, ਨਹੀਂ ਕਰਨੀ ਨਾ ਕਰੋ। ਰਿਓਸਟੈਟ ਲਗਾ ਦਿਓ, ਰਿਓਸਟੈਟ ਲਾ ਕੇ ਐਮੀਟਰ ਜ਼ਰੂਰ ਲਗਾਇਓ, ਬਸ ਐ ਕਰਦੇ। ਠੀਕ ਹੈ। ਹਾਂ ਮੰਨ ਲਓ EMF E0 ਹੈ ਕੁਝ ਵੀ, ਤੇ ਆਪਾਂ ਇਹਦੇ ਨਾਲ ਜਦੋਂ ਕਿਸੇ ਸੈੱਲ ਦਾ ਪਤਾ ਕਰਦੇ ਹਾਂ ਤਾਂ ਸਰਕਟ ਕਿਵੇਂ ਬਣਾਉਂਦੇ ਆ? ਇਸ ਤਰ੍ਹਾਂ ਕਰਕੇ ਉਹ ਸੈੱਲ ਉਹਦਾ ਇੰਟਰਨਲ ਰੈਜ਼ਿਸਟੈਂਸ R ਮੰਨ ਲਓ, ਇਹ R0 ਮੰਨ ਲਓ ਜਾਂ ਜੋ ਵੀ ਹੈ, ਤੇ ਇਸ ਤੋਂ ਬਾਅਦ ਇਹਦੇ ਨਾਲ ਇੱਥੇ ਆਪਾਂ ਇੱਕ ਸਵਿਚ ਲਗਾ ਦਿੰਦੇ ਆ ਤੇ ਇੱਕ ਐਕਸਟਰਨਲ ਰੈਜ਼ਿਸਟੈਂਸ ਲਗਾ ਦਿੰਦੇ ਆ। ਐਕਸਟਰਨਲ ਰੈਜ਼ਿਸਟੈਂਸ ਜਿਹੜੀ ਲਗਾਉਂਦੇ ਆ ਉਹ ਨੋਨ ਹੁੰਦੀ ਆ, ਆ ਯਾਦ ਰੱਖਿਓ। ਠੀਕ ਹੈ। ਇਹਦਾ ਸਵਿਚ ਲਗਾ ਦਿੰਦੇ ਆ ਇੱਕ S ਤੇ ਇਹਨੂੰ ਐ ਜੋੜ ਦਿੰਦੇ ਆ, ਅੱਗੇ ਗੈਲਵੇਨੋਮੀਟਰ ਤੇ ਜੌਕੀ ਵਾਲਾ ਸਿਸਟਮ ਉਵੇਂ ਚੱਲੇਗਾ ਕੰਮ। ਸੋ ਜੋ ਸਵਿਚ ਆਫ ਰੱਖਦੇ ਆ ਆਪਾਂ, ਪਹਿਲਾਂ ਤੁਹਾਨੂੰ ਸਮਝਾਇਆ ਸੀ ਨਾ, ਸਵਿਚ ਆਫ ਰੱਖੋਗੇ। ਸਵਿਚ ਆਫ ਰੱਖਣ ਦਾ ਮਤਲਬ ਹੈ ਕਿ ਇਹ ਚੋਂ ਕਰੰਟ ਨਹੀਂ ਜਾਏਗਾ, ਤੇ ਜੇ ਕਿਸੇ ਬੈਟਰੀ ਵਿੱਚੋਂ ਕਰੰਟ ਨਹੀਂ ਨਿਕਲੇਗਾ ਐਟ ਦਾ ਬੈਲੈਂਸ ਪੁਆਇੰਟ, ਆਬਵੀਅਸਲੀ ਜਦੋਂ ਬੈਲੈਂਸ ਪੁਆਇੰਟ ਹੈ ਉਦੋਂ ਬੈਲੈਂਸ ਪੁਆਇੰਟ ਤੇ ਦੇਖੋ ਇਸ ਤਾਰ ਵਿੱਚ ਤਾਂ ਕਰੰਟ ਆਣਾ ਨਹੀਂ, ਆਹ ਵਾਲੀ ਤਾਰ ਜਿਹੜੀ ਹੈ, ਆਹ ਵਾਲੀ ਤਾਰ 'ਚ ਕਰੰਟ ਆਣਾ ਨਹੀਂ, ਆਹ ਵਾਲੀ ਤਾਰ 'ਚ ਵੀ ਕਰੰਟ ਨਹੀਂ ਆਣਾ ਇੱਥੇ ਤੱਕ, ਪਰ ਆਹ ਸਰਕਟ 'ਚ ਕਰੰਟ ਆ ਸਕਦਾ ਸੀ, ਪਰ ਸਰਕਟ ਵਿੱਚ ਵੀ ਕਰੰਟ ਨਹੀਂ ਆਇਆ ਕਿਉਂਕਿ ਆਪਾਂ ਇਹ ਸਵਿਚ ਆਫ ਰੱਖਿਆ ਆ। ਇਸ ਲਈ ਜਿਹੜਾ EMF ਇਸ ਬੈਟਰੀ ਦਾ ਹੋਏਗਾ ਉਹਦੇ ਕੋਰਸਪੋਂਡਿੰਗਲੀ ਹੀ ਲੈਂਥ ਆਏਗੀ ਨਾ ਇਧਰ। Yes, sir. ਆਹ ਵਾਲੀ R ਕੋਈ ਪੰਗਾ ਨਹੀਂ ਪਾਏਗੀ, ਇਹ R ਤਾਂ ਪੰਗਾ ਪਾਏਗੀ, ਕੋਈ ਚੇਂਜ ਲੈ ਕੇ ਆਏਗੀ ਜਿਹਦੇ ਚੋਂ ਕਰੰਟ ਪਾਸ ਕਰੇ। ਕਰੰਟ ਤਾਂ ਪਾਸ ਨਹੀਂ ਕਰ ਰਿਹਾ, ਤਾਂ ਇਹਦਾ ਸਵਿਚ ਆਫ ਹੈ, ਕਿਉਂਕਿ ਸਵਿਚ ਆਫ ਹੋਣ ਦੇ ਕਰਕੇ ਜਿਹੜਾ EMF ਆਏਗਾ ਉਹਦੇ ਕੋਰਸਪੋਂਡਿੰਗ ਰੀਡਿੰਗ ਆਏਗੀ ਮੰਨ ਲਓ K ਟਾਈਮਸ L1। ਫਿਰ ਤੁਸੀਂ ਸਵਿਚ ਔਨ ਕਰ ਦੋ, ਜਦੋਂ ਸਵਿਚ ਔਨ ਕਰ ਦੋਗੇ ਤਾਂ ਆਹ ਸਰਕਟ ਵਿੱਚ ਨਾ ਫਿਰ ਜਦੋਂ ਬੈਲੈਂਸ ਪੁਆਇੰਟ ਫਿਰ ਔਨ ਕਰਕੇ ਫਿਰ ਬੈਲੈਂਸ ਪੁਆਇੰਟ ਲੱਭੋਗੇ। ਬੈਲੈਂਸ ਪੁਆਇੰਟ ਹੁਣ ਥੋੜਾ ਜਿਹਾ ਤੁਹਾਨੂੰ ਪਿੱਛੇ ਲੱਭੇਗਾ, ਆੜਾ ਨਾ ਥੋੜਾ ਪਿੱਛੇ ਉਸ ਤੋਂ। ਦੂਜੀ ਗੱਲ ਇਹ ਹੈ ਕਿ ਹੁਣ ਇਹ 'ਚ ਕਰੰਟ ਹੋਏਗਾ ਸਰਕਟ ਵਿੱਚ ਇਸ ਤਰ੍ਹਾਂ ਦਾ, ਇਹਦੇ ਵਿੱਚ ਆ ਇਹਨੂੰ ਬੰਦ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਕਰੰਟ ਹੋਏਗਾ ਇਸ ਸਰਕਟ ਵਿੱਚ, ਮਤਲਬ ਬੈਟਰੀ ਦਾ ਸਰਕਟ ਚੱਲ ਰਿਹਾ ਆਪਣੇ ਆਪ। ਤਾਂ ਹੁਣ ਜਿਹੜਾ ਇਹਦੇ ਵਿੱਚ ਪੁਆਇੰਟ ਤੇ ਇਸ ਪੁਆਇੰਟ ਪੋਟੈਂਸ਼ੀਅਲ ਡਿਫਰੈਂਸ ਆਏਗਾ, ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਕਿਹਾ ਜਾਏਗਾ, ਉਹਦੇ ਕੋਰਸਪੋਂਡਿੰਗਲੀ ਆਪਾਂ ਬੈਲੈਂਸ ਪੁਆਇੰਟ ਉੱਪਰ ਮਿਲੇਗਾ K ਟਾਈਮਸ L2। देयरफॉर ਤੁਹਾਡਾ E by V ਜਿਹੜਾ ਹੈ ਉਹ ਆਵਲੇ ਬੈਲੈਂਸ ਪੁਆਇੰਟ ਦਾ ਰੇਸ਼ੋ ਹੋਏਗਾ। देयरफॉर रेजिस्टेंस इंटरनल की होएगी E by V minus 1 times R ਹੁੰਦਾ ना, तब की आ जाएगा L1 by L2 minus 1 times R आंसर। दसो अगर क्लियर हो तो कोई डाउट नहीं? ठीक है जी? Yes. Yes. Sir. चलो फिर ऐ करो, एक क्वेश्चन करिए ਆਪਾਂ AHCV ਦਾ 56 क्वेश्चन ਦਾ ਹੈ, ਪਰ ਮੈਂ ਪਹਿਲਾਂ ਕੋਈ ਹੋਰ ਕੁਐਸਚਨ ਕਰਾਉਂਗਾ ਇਹਦੇ ਰਿਲੇਟਡ, ਫਿਰ ਇਹ ਇਸ ਕੁਐਸਚਨ ਤੇ ਤਿਆਰ ਹੋਵਾਂਗੇ। ਇਹਦੇ ਵਿੱਚ ਕੀ ਕਹਿ ਰਹੇ ਨੇ ਉਹ ਕਹਿ ਰਹੇ ਨੇ ਇੱਕ ਵਾਇਰ ਹੈ AB, ਉਵੇਂ ਹੀ ਬਹੁਤ ਸਿੰਪਲ ਸਰਕਟ ਬਣਾਵਾਂਗੇ। ਲਓ ਜੀ, A ਤੇ B,
ਤੇ ਇਹਦੇ ਨਾਲ ਆ ਲੱਗੀ ਹੋਈ ਹੈ बैटरी ਜਿਹੜੀ ਇਹਨੂੰ ਡਰਾਈਵ ਕਰਦੀ ਹੈ ਸਾਰੇ ਸਿਸਟਮ ਨੂੰ। ਬਿਨਾ बैटरी ਦੇ पोटेंशियोमीटर ਕੰਮ ਨਹੀਂ ਕਰਦਾ। बिना बैटरी ਦੇ वोल्टमीटर ਕੰਮ ਕਰਦਾ? ਦੱਸੋ ਭਾਈ। No, बिना बैटरी ਦੇ वोल्टमीटर ਕੰਮ ਕਰਦਾ? No, sir. ਕਰਦਾ। ਉਹਨੂੰ ਚਲਾਉਣ ਲਈ ਕੋਈ ਬੈਟਰੀ ਦੀ ਲੋੜ ਨਹੀਂ ਨਾ। ਉਹ ਤਾਂ ਸੈਕੰਡਰੀ ਸਰਕਟ ਦੀ ਬੈਟਰੀ ਜਿਹੜੀ ਪਹਿਲਾਂ ਲੱਗੀ ਹੋਈ ਹੈ, ਸੈਕੰਡਰੀ ਸਰਕਟ 'ਚ ਕਰੰਟ ਵੈਗਾ, ਪੋਟੈਂਸ਼ੀਅਲ ਡਿਫਰੈਂਸ ਹੈਗਾ, ਮੇਜਰ ਕਰਨ ਲਈ ਲਗਾਇਆ ਤੁਸੀਂ। ਉਹ ਸੈਕੰਡਰੀ ਤੋਂ ਹੀ ਉਧਾਰਾ ਲੈ ਲੈਂਦਾ ਮਾੜਾ ਜਿਹਾ ਕਰੰਟ ਆਪ ਕੰਮ ਕਰਨ ਲਈ, ਹਨਾ? यस ਲੱਗ ਰਹੀ ਗੱਲ ਸਮਝ? नहीं sir. ਦੇਖੋ ਨਾ, ਉਹ ਸੈਕੰਡਰੀ ਜਿਹੜਾ ਵੋਲਟਮੀਟਰ ਹੈਗਾ ਆ, ਉਹ ਤਾਂ ਸੈਕੰਡਰੀ ਸਰਕਟ ਜਿਹੜਾ ਆ ਸੈਕੰਡਰੀ ਸਰਕਟ ਹੈ ਨਾ ਤੁਹਾਡਾ, Yes sir. ਇਹ ਸੈਕੰਡਰੀ ਸਰਕਟ ਵਾਲੀ ਬੈਟਰੀ ਛੱਡੋ, ਇਹ ਤਾਂ ਬੈਟਰੀ ਇਹਦੀ ਹੈਗੀ ਹੈ, ਇਹ ਤੋਂ ਹੀ ਥੋੜਾ ਕਰੰਟ ਲੈ ਕੇ ਵੋਲਟਮੀਟਰ ਰੀਡਿੰਗ ਦਿੰਦਾ ਨਾ ਤੁਹਾਨੂੰ। हाँ जी sir. ਪਰ ਪੋਟੈਂਸ਼ੀਓਮੀਟਰ ਦੇ ਵਿੱਚ ਕੀ ਹੁੰਦਾ? ਪੋਟੈਂਸ਼ੀਓਮੀਟਰ ਨੂੰ ਚਲਾਉਣ ਲਈ ਇਹਦੀ ਆਪਣੀ ਖੁਦ ਦੀ ਬੈਟਰੀ ਹੁੰਦੀ ਨਾ ਅਲੱਗ ਤੋਂ, ਨਹੀਂ ਤਾਂ ਇਹਨੇ ਕੰਮ ਹੀ ਨਹੀਂ ਕਰਨਾ ਕੋਈ। ਕਿਵੇਂ ਬੈਲੈਂਸ ਕਰੋਗੇ? ਕਿਹਦੇ ਖਿਲਾਫ ਬੈਲੈਂਸ ਕਰੋਗੇ? हाँ जी sir. हाँ जी. ਪੋਟੈਂਸ਼ੀਓਮੀਟਰ ਦੇ ਵਿੱਚ ਇੱਕ ਡਰਾਈਵਿੰਗ ਬੈਟਰੀ ਵੀ ਲੱਗੀ ਹੁੰਦੀ ਆ, ਤੇ ਵੋਲਟਮੀਟਰ ਕੋਈ ਡਰਾਈਵਿੰਗ ਬੈਟਰੀ ਨਹੀਂ ਹੈ, ਉਹ ਤਾਂ ਸੈਕੰਡਰੀ ਸਰਕਟ 'ਚ ਲਗਾ ਦੋ ਜਿੱਥੇ ਮਰਜੀ। ਕਿੱਧਰ ਗਿਆ ਮੈਂ? ਹਾਂ, ਹੁਣ ਕੀ ਹੈ, ਇਹ ਜਿਹੜੀ ਵਾਇਰ ਹੈ, ਇਸ ਵਾਇਰ ਦੀ ਲੈਂਥ ਹੈ ਜੀ AB ਬਰਾਬਰ ਹੈ 600 ਸੈਂਟੀਮੀਟਰ। ਹੁਣ 600 ਸੈਂਟੀਮੀਟਰ ਮਤਲਬ ਉਹੀ 6 ਵਾਰੀ ਉਦਾਂ ਇੱਧਰ ਕਰਕੇ 1-1 ਮੀਟਰ ਦੀਆਂ ਲਗਾਈਆਂ ਹੋਣਗੀਆਂ, ਆਪਾਂ ਇਕੱਠੀ ਲਾ ਲਈ 600 ਸੈਂਟੀਮੀਟਰ। ਤੇ ਜਿਹੜੀ ਰੈਜ਼ਿਸਟੈਂਸ ਹੈਗੀ ਪੂਰੀ ਵਾਇਰ AB ਦੀ, ਵਾਇਰ AB ਪੂਰੀ ਵਾਇਰ ਦੀ ਰੈਜ਼ਿਸਟੈਂਸ ਹੈਗੀ 15 R ਦੇ ਬਰਾਬਰ ਹੈ। ਆ ਛੋਟੀ R ਵੈਸੇ ਲੱਗੀ ਹੋਈ ਹੈ, ਹੋਰ ਵਿੱਚ ਰਿਓਸਟੈਟ ਵੀ ਕੁਝ ਨਹੀਂ ਆਏਗਾ, ਕੋਈ ਐਮੀਟਰ ਨਹੀਂ, ਕੁਝ ਨਹੀਂ, ਸਿੱਧਾ ਹੀ ਸਵਾਲ ਹੈ ਨੂਮੈਰੀਕਲ ਦਾ, ਪ੍ਰੈਕਟੀਕਲੀ ਥੋੜੀ ਕੁਝ ਕਰ ਰਹੇ ਹਾਂ। ਇਹਦੇ ਨਾਲ ਇੱਕ EMF ਲਾਇਆ ਆਪਾਂ, ਬੈਟਰੀ ਲਾਈ ਜਿਹਦਾ EMF ਹੈਗਾ ਆ ਉਹਦੀ ਡਰਾਈਵਿੰਗ ਬੈਟਰੀ ਦਾ ਅੱਧਾ, ਤੇ ਇਹਦੀ ਆਪਣੀ ਵੀ ਇੰਟਰਨਲ ਰੈਜ਼ਿਸਟੈਂਸ ਹੈਗੀ ਹੈ ਸਮਾਲ r, ਇਹਦੇ ਵਿੱਚ ਗੈਲਵੋਮੀਟਰ ਲੱਗਿਆ ਹੋਇਆ ਵਾ, ਤਾਂ ਇਹਦਾ ਕਿਤੇ ਨਾ ਕਿਤੇ ਜਾ ਕੇ ਬੈਲੈਂਸ ਪੁਆਇੰਟ ਆਊਗਾ ਜੀ। ਠੀਕ ਹੈ, ਤੁਸੀਂ ਫਾਈਂਡ ਕਰਨਾ ਹੈ, ਫਾਈਂਡ distance of null point J from A। ਲਓ ਜੀ, ਹੁਣ ਇਹ ਕੁਐਸਚਨ ਬਣ ਗਿਆ ਇੱਕ। ਇਸ ਕੁਐਸਚਨ ਨੂੰ ਤੁਸੀਂ ਕਿਵੇਂ ਕਰੋਗੇ, ਕੀ ਪਤਾ ਕਰੋਗੇ, ਪੋਟੈਂਸ਼ੀਓਮੀਟਰ ਵਿੱਚੋਂ ਪੋਟੈਂਸ਼ੀਅਲ ਗ੍ਰੇਡੀਅੰਟ ਕਿਵੇਂ ਪਤਾ ਕਰੋਗੇ, ਔਰ ਵਟਐਵਰ ਤੁਸੀਂ ਆ ਲੈਂਥ ਪਤਾ ਕਰਕੇ ਦੱਸਣੀ ਹੈ ਮੈਨੂੰ। ਤੁਹਾਡੇ ਸਾਹਮਣੇ ਕੈਲੀਬ੍ਰੇਟਿੰਗ ਬੈਟਰੀ ਦਾ ਵੀ ਸਭ ਕੁਝ ਹੈ, ਤੇ ਇਹ ਵੀ ਹੈ। ਸਾਰੇ ਜਣੇ ਹੁਣੀ ਦਾ ਹੁਣੀ ਕਰੋਗੇ, ਤੇ ਹੁਣੀ ਦਾ ਹੁਣੀ ਆਪਾਂ ਇਹਨੂੰ ਸੋਲਵ ਕਰਾਂਗੇ। ਸਾਰੇ ਸ਼ੁਰੂ ਕਰੋ ਇਹਨੂੰ ਸੋਲਵ, ਜੋ ਤੁਹਾਨੂੰ ਦੱਸਿਆ ਸਮਝਾਇਆ, 2 ਮਿੰਟ 3 ਮਿੰਟ ਲਓ, ਹੁਣੇ ਕਰੋ, ਪਰ ਸਾਰੇ ਜਣੇ ਤੁਹਾਡੇ ਤੋਂ ਹੀ ਕਰਵਾਉਣਾ ਕਿ ਕਿਵੇਂ ਆਏਗਾ ਇਸ ਕੇਸ ਦੇ ਵਿੱਚ। E ਤੇ R ਨੂੰ ਨਾਲ ਆਈ ਚੱਕੀ ਰੱਖਿਓ, ਆਪਣੇ ਆਪ ਕਟਾ ਕੇ ਆਂਸਰ ਆ ਜਾਏਗਾ। ਕਰੋ, ਦੇਖੋ ਨਾ, K ਫਾਈਂਡ ਕਰਨੀ ਹੈ ਪਹਿਲਾਂ। K ਫਾਈਂਡ ਕਰਨ ਦੇ ਲਈ ਇੱਕ ਤਾਂ ਹੁੰਦਾ ਆਪਾਂ ਨੋਨ ਸੈਲ ਤੋਂ ਪਤਾ ਕਰਦੇ, ਪ੍ਰੈਕਟੀਕਲੀ ਮੈਂ ਤੁਹਾਨੂੰ ਸਮਝਾਇਆ ਤੁਹਾਨੂੰ। ਇੱਥੇ ਨੋਨ ਸੈਲ ਦਾ ਵੀ E/2 ਹੈਗਾ, ਇੰਟਰਨਲ R ਹੈਗਾ, ਤੇ ਉੱਪਰ L ਤੇ ਜੇ ਕਰਦਾ ਤਾਂ ਫਿਰ ਤੁਸੀਂ E/2 ਨੂੰ ਲਿਖੋਗੇ K × L। ਉਹਦੇ ਨਾਲ ਕਿਵੇਂ ਪਤਾ ਲੱਗ ਜੂਗਾ? L ਤਾਂ ਫਿਰ ਉੱਥੇ ਦਾ ਉੱਥੇ ਖੜਾ ਹੈ ਨਾ, K ਪਤਾ ਤੈਨੂੰ। ਸੋਚੋ ਸਾਰੇ ਜਣੇ, ਰੈਜ਼ਿਸਟੈਂਸ ਜਿਹੜੀ ਪੂਰੀ ਵਾਇਰ ਦੀ 15 R ਦੇ ਬਰਾਬਰ। ਹਾਂਜੀ ਹਿਮਾਨੀ, ਹੋਇਆ ਨਹੀਂ? Sir. ਕਿਸੇ ਦਾ ਹੋਇਆ ਹੋਵੇ? ਆਯੂਸ਼, ਮਹਿਕਦੀਪ, ਮਹਿਕਦੀਪ ਸਿੰਘ। Yes sir. ਹਾਂਜੀ, ਕਰ ਰਹੇ ਆ ਕੁਝ? हाँ जी sir. ਕੀ ਬਣਿਆ ਫਿਰ? ਲੈ ਹੁਣ ਚੁੱਪ ਕਰ ਗਿਆ। ਜਤਿੰਦਰਪਾਲ, हाँ जी सर। ਕੀ ਬਣਿਆ?
कर रहे हैं सर। अच्छा करो करो, ले लो टाइम, 1-2 मिनट हो जाए, सोच समझ के करो चंगी तरह। जी हुसनदीप, हुसनदीप कौर, हाँ कि तेरा आंसर बिल्कुल करेक्ट है जो भी तू मैसेज भेजिया। आवाज आ रही तेन मेरी? किवें कीता फिर तू दस दे, इन्हां सारिਆਂ ਨੂੰ भी पता लग जूगा। पहला की कढ़िया? देखो भी सारे जने पहला करंट कढ़ना सी, इत्थे करंट कढ़े बिना किवें पता लगूगा पोटेंशियल ग्रेडियंट आपां नूं? इत्थे करंट कढ़ना ते करंट कढ़दे होए आ नीचे वाले रैड सर्किट नूं तां भुल ही जाओ, क्योंकि जो मैं बैलेंस पॉइंट की गल कर रहा उदों इस रैड सर्किट च कोई करंट नहीं हुंदा। गैल्वेनोमीटर जो करंट की डिफ्लैक्शन नहीं दे रहा कोई, मतलब आ नीचे सर्किट च करंट है ही नहीं गा। उपरले सर्किट नूं इन्ना के इमेजिन करो भी आ बैटरी लगी आ, एक मिनट थल्ले बना, आ बैटरी लगी आ इन्ने ईएमएफ दी, इहदे नाल लगी आ आर, इहदे नीचे फिर वायर जिहड़ी हैगी ओ 15 आर आ, सिंपल जी गल है। ओदी रेजिस्टेंस टोटल रेजिस्टेंस 16 आर आ गई, ईएमएफ ई आ गया, तो करंट कितना आ गया हुसनदीप? ई बाय 3 आर, एग्जैक्टली आ गया करंट। देखो थॉट तो सही होना चाहिए तो भावें कैलकुलेशन च गलती हो जाए, हुण बिल्कुल सही सोचा ने। हुण फिर की कीता आगे? पोटेंशियल ग्रेडियंट किवें पता कीता, किहड़ा फार्मूला लाया? आई आर ऑफ ए बी बाय लेंथ ऑफ ए बी, है ना? ते आई हैगा वा तुहाडा ई बटा 16 आर, ते रेजिस्टेंस हैगी इहदी 15 आर, ते बटा लेंथ हैगी 600 सेंटीमीटर। सो सिंपल जी गल है, ये आ गई ई 15 बटा 16 गुणा 600 वोल्ट पर सेंटीमीटर। क्लियर है गल? आई है ना? सो जो पोटेंशियल ग्रेडियंट आ गया था E/2 जिहड़ा आ वो किहदे बराबर होगा? पोटेंशियल ग्रेडियंट जिहड़ा कि आ गुणा L। इथों L पता करना सी, दसो तुसीं इथों L पता करना कितना औखा? हिमानी पता लग रहा? हाँ जी सर। L जिहड़ा आऊगा 16 गुणा 600 बटा 15 दुना 30, 320 सेंटीमीटर आ जाऊगा। बलजीत क्लियर हुई गल? यस सर। ठीक है, हूँ बलजीत तेरा कोई बंदा ऐ सोच सकता कि ई हैगा तो सारे 600 ते आ, ई बटा 2 का 300 ते आऊगा ऑब्वियसली, पर जे आ उपरला आर ना होंदा तो शायद आंसर तेरा 300 ही आना सी। फिर बलजीत आ जेड़ा ऊपर आर सी ना उन्हें ई विचों माड़ा है ऊपर ड्रॉप करता सी, उन्हें समझ लगी गल? हाँ जी सर। सोच के देख, तू वही सोचा सी ना भी अद्धी आ तो अद्धी आऊगी, हाँ जी सर। पर वो तां हुंदी जे पूरे ते पूरी ई ने पूरी पूरी तार ते ड्रॉप होना हुंदा, पर वो ड्रॉप ऊपर आर वखरा सीगा, आर च ऊपर ही ड्रॉप हो गया माड़ा है, तां करके थल्ले घट गया वो, तां करके अपनी जिहड़ी लेंथ 320 ते जाना पिया आपां नूं E/2 नूं ड्रॉप करन बैलेंस करनी। समझ लगी सारिਆਂ ਨੂੰ? गुरांश? हाँ जी सर। योगेश? यस। ठीक है, हुण सवाल ये नहीं सीगा, पर ਉਹਦੇ ਵਿੱਚ ਆਪਣੇ ਸਵਾਲ ਆ ਨਹੀਂ ਹੈਗਾ ਸਵਾਲ, ਇਹ ਤਾਂ ਮੈਂ बैलेंस पॉइंट ਆਪਾਂ ਕੀਤਾ, ਸਵਾਲ ਆਪਾਂ ਹੁਣ ਕਰਦੇ ਹਾਂ। सवाल की है वो कहते आ सारी गल तो एवं ही है, आ तो गल ट्रू हैगी है, पर वो कह रहे ने असी की किता, वखरे डायग्राम बनाना चाहिए, चलो मैं इत्थे इहदे उपर ही बना दिना भी आ इत्थे नहीं लगाई चौकी 320 ते नहीं लाई, ठीक है, इत्थे नहीं लगाई, इनू लिजा के ना उन्होंने लगाया 560 सेंटीमीटर, टोटल 600 हैगी ना, इत्थे लगाया जाके 560 सेंटीमीटर ते, 560 सेंटीमीटर ते। तो हुण पूछया उन्होंने फाइंड करो करंट इन द गैल्वेनोमीटर, गैल्वेनोमीटर च कितना करंट आऊगा।
So find current in the galvanometer. ਹੁਣ ਮੈਂ ਇੱਕ ਗੱਲ ਤੁਹਾਨੂੰ ਪਹਿਲਾਂ ਸਮਝਾ ਦਵਾਂ, ਇਸ ਤੋਂ ਪਹਿਲਾਂ ਕਿ ਆਪਾਂ ਇਸ ਸਵਾਲ ਤੇ ਅੱਗੇ ਵਧੀਏ। ਗੱਲ ਮੇਰੀ ਬੜੇ ਧਿਆਨ ਨਾਲ ਸਮਝਿਓ ਪਲੀਜ਼, ਇਸ ਗੱਲ ਨੂੰ ਦਿਮਾਗ 'ਚ ਰੱਖਿਓ ਸਰਕਟ ਦੇ ਬਾਰੇ। ਇਹ ਆਪਣੀ ਮਾੜੀ ਜੀ ਗਲਤੀ ਹੋਈ ਹੈ ਉਦੋਂ ਸਟਾਰਟਿੰਗ 'ਚ ਨਾ, ਜਦੋਂ ਮੈਂ ਰੈਜ਼ਿਸਟੈਂਸ ਦੇ ਨਾਲ ਹੀ ਤੁਹਾਨੂੰ ਮੈਂ ਰੈਜ਼ਿਸਟੈਂਸ ਲਗਾ ਕੇ ਉਹ ਬੈਲੈਂਸ ਕਰਨਾ ਸਿਖਾ ਰਿਹਾ ਸੀ ਨਾ, ਉੱਥੇ ਆਪਾਂ ਬੈਲੈਂਸ ਪੁਆਇੰਟ ਦੀ ਥੋੜੀ ਗਲਤੀ ਕਰ ਗਏ ਸੀ ਆਪਾਂ। ਚਲੋ ਮੈਂ ਤੁਹਾਨੂੰ ਦੱਸਦਾ, ਤੁਹਾਨੂੰ ਆਹ ਗੱਲ ਕਲੀਅਰ ਆ? ਇਹ ਆਪਣੀ ਨੋਰਮਲ ਵਾਇਰ ਆ, ਉਹ ਵੀ ਉਸੇ ਤਰ੍ਹਾਂ ਹੀ ਇੱਥੇ ਤੁਸੀਂ आ गया EMF, कोई ना कोई रेजिस्टेंस जो भी है, चाहे रियोस्टेट भी लगा लो ऐ करके। मान लो कोई भी प्राइमरी सर्किट है, तो जो सैकेंडरी सर्किट लगाने हो ना, E0 कह दो, चाहे जिन्हों मर्जी कह दो, जो मर्जी, मैं तो गल समझानी है। मान लो बैलेंस पॉइंट है, जो बैलेंस पॉइंट होता था इस वायर दे विच कोई करंट नहीं आंदा ना, पता ना ये गल? पर जे मैं इसको बैलेंस पॉइंट ते ना लगा के किते होर लगांदा हां, मान लो इत्थे, है ना, तां फिर ए दी गैल्वेनोमीटर च डिफ्लेक्शन आंदी ते करंट जिहड़ा है इस वायर दे विच करंट फिर ऊपरों नीचे आंदा कि ए आंदा ना, समझाया सी ना हुणी? अगर पता है ना, ते एक करंट बेसिकली बैटरी जो निकल रहा होता, बेसिकली दा मतलब आया ते बैटरी तो निकल के इधर मिल जाता है ਇਹਦੇ ਵਿੱਚ। मतलब ਇਹ कि ਜਿਹੜਾ ਤਾਂ ਆਪਣਾ ਸਰਕਟ ਚੋਂ ਕਰੰਟ ਆ ਰਿਹਾ ਸੀ, ਮੰਨ ਲਓ I0 ਸੀ, ਉਹ ਤਾਂ ਸੀਗਾ ਹੀ। ਇਸ ਬੈਟਰੀ ਨੇ ਵੀ ਇੱਕ ਕਰੰਟ ਭੇਜ ਦਿੱਤਾ ਹੈ ਵਿੱਚ ਆਪਣਾ, ਬੈਟਰੀ ਨੇ ਕਰੰਟ ਭੇਜਦਾ, ਮੰਨ ਲਓ I ਹੁਣ ਉਹ I ਤੇ I0 ਮਿਲ ਕੇ ਫਿਰ I0 plus I ਇਕੱਠੇ ਆਉਂਦੇ ਨੇ इस पॉइंट तक, सिर्फ इस पॉइंट तक। इस पॉइंट तक आने तो बाद अगे कौन निकल जाता है? I0, ਇਹਦੇ ਵਿੱਚ कौन आ जाता? वापस I। सो आ ਜਿਹੜੀ दोनों तार, पूरी तार है ना, तार ਦੇ ਵਿੱਚ ਇਧਰਲੀ ਤਾਰ ਇੰਨੀ ਸਪੈਸ਼ਲ ਹੋ ਜਾਂਦੀ ਹੈ, ਇਸ ਤਾਰ 'ਚ ਕਰੰਟ ਵਾਇਆ ਕਾਫੀ ਵੱਧ ਜਾਂਦਾ, ਤੇ ਅੱਗੇ ਵਾਲੀ ਤਾਰ ਜਿਹੜੀ ਹੈ ਉਹ ਵੱਖਰੀ ਹੋ ਜਾਂਦੀ ਹੈ, ਕਿਉਂਕਿ ਆਹ ਵਾਲੀ ਜਿਹੜੀ ਬੈਲੈਂਸ ਪੁਆਇੰਟ ਤੋਂ ਇਲਾਵਾ ਗੱਲ ਹੋ ਰਹੀ ਹੈ ਕੋਈ। ਇਹ ਗੱਲ ਕਲੀਅਰ ਹੋਈ ਸਭ ਨੂੰ? ਤੇ ਜੇ ਮੈਂ ਐ ਕਰ ਲਵਾਂ ਨਾ ਕਿ ਬੈਲੈਂਸ ਪੁਆਇੰਟ ਤੋਂ ਜਿਹੜਾ ਤੁਹਾਡਾ ਸੈੱਲ ਹੈ ਬਾਹਰਲਾ, ਮੰਨ ਲਓ ਬੈਲੈਂਸ ਪੁਆਇੰਟ ਇੱਥੇ ਆਉਣਾ ਸੀ, ਠੀਕ ਹੈ, ਤੁਸੀਂ ਉਹਨੂੰ ਇਹਦੇ ਇੱਧਰ ਲਗਾਤਾ ਜਾ ਕੇ, ਤਾਂ ਹੁਣ ਇਹਦੇ ਚ ਕਰੰਟ ਕਿੱਧਰੋਂ ਕਿੱਧਰ ਨੂੰ ਜਾਂਦਾ ਹੈ? ਇਧਰੋਂ ਜਾਂਦਾ ਨਾ, ਹੈ ਨਾ? यस ਹੁਣੇ ਆਪਾਂ ਕੀਤੀ ਸੀ ਗੱਲ, ਜੋ ਕਰੰਟ ਐ ਜਾਂਦਾ ਬੇਸਿਕਲੀ ਫਿਰ ਇਧਰੋਂ ਐ ਜਾਂਦਾ, ਮਤਲਬ ਐ ਜਾਂਦਾ, ਮਤਲਬ ਕਿ ਉੱਪਰੋਂ ਜਿਹੜਾ ਕਰੰਟ ਆ ਰਿਹਾ ਸੀ I0, ਉਹਦੇ ਵਿੱਚੋਂ ਹੀ ਕਰੰਟ ਇੱਥੇ ਆਈ ਜਾਂਦਾ, ਤੇ ਇਹਦੇ ਵਿੱਚ ਕਰੰਟ ਫਿਰ I0 ਮਾਈਨਸ ਆਈ ਜਾਂਦਾ, I0 ਮਾਈਨਸ ਆਈ ਇੱਥੇ ਤੱਕ ਆਂਦਾ, ਇੱਥੋਂ I ਆਪ ਵਾਪਸ ਆ ਕੇ ਮਿਲ ਜਾਂਦਾ, ਫਿਰ I0 ਬਣ ਕੇ ਉੱਪਰ ਚਲਾ ਜਾਂਦਾ, मतलब फिर इधरली तार दे विच करंट थोड़ा पहले नालों घट हुंदा है ना। यस मतलब यह है कि पूरी दी पूरी तार दा सारा सिस्टम ही गड़बड़ हो जाता वा, वो सारा सिस्टम पोटेंशियल ग्रेडियंट, पोटेंशियल ड्रॉप पर यूनिट लेंथ, वो सारियां गल्लां वैलिड सिर्फ उस मोमेंट लई होणगीਆਂ ਜਦੋਂ ਤੁਸੀਂ ਉਹਨਾਂ ਨੂੰ बैलेंस ਕੀਤਾ ਤੇ ਗੈਲवेनोमीटर 'ਚ कोई करंट नहीं आ रहा, क्योंकि फिर उपरला सर्किट इंडिपेंडेंट ਹੁੰਦਾ निचले सर्किट ਤੋਂ। ਉੱਪਰਲੇ ਸਰਕਟ ਨੂੰ ਫਰਕ ਨਹੀਂ ਪੈਂਦਾ ਨੀਚੇ ਕੀ ਚੱਲ ਰਿਹਾ, ਜਦੋਂ ਬੈਲੈਂਸ ਪੁਆਇੰਟ ਤੇ ਆਪਾਂ ਇਹਨੂੰ ਲਗਾਣੇ ਜੋਕੀ, ਬੈਲੈਂਸ ਪੁਆਇੰਟ ਦੇ ਲੈਫਟ ਰਾਈਟ ਹੋਏ ਨਾਲ ਹੀ ਗੜਬੜ ਹੋ ਜਾਂਦਾ, ਫਿਰ ਉੱਪਰਲਾ ਕਰੰਟ ਜਿੰਨਾ ਨਿਕਲ ਰਿਹਾ ਸੀ ਨਾ ਉਹ ਵੀ ਫਿਰ ਉਨਾ ਨਹੀਂ ਰਹਿੰਦਾ, ਉਹ ਫਿਰ ਕਿਉਂਕਿ ਉਹਨੇ ਕੁਝ ਕਰੰਟ ਜੇ ਇੱਧਰ ਵੀ ਭੇਜਣਾ ਆ ਤਾਂ ਉਹ ਵੀ ਵੱਧ ਜਾਂਦਾ ਪਹਿਲਾਂ ਨਾਲੋਂ, ਜਾਂ ਵੱਧ ਜਾਂ ਘਟ ਜਾਂਦਾ ਡਿਪੈਂਡਿੰਗ ਅਮਾਉਂਟ ਕੀ, ਕਿਉਂਕਿ ਤੁਸੀਂ ਇਹ ਸਮਝ ਕੇ ਚੱਲੋ ਕਿ ਜਿਹੜਾ ਉੱਪਰਲਾ ਸਰਕਟ ਹੈ ਨਾ, ਜਿਵੇਂ ਮੈਂ ਇੱਕ ਮਿੰਟ ਤੁਹਾਨੂੰ ਪਿੱਛੇ ਦਿਖਾਣਾ, ਮੈਂ ਇੱਕ ਜਗ੍ਹਾ ਤੇ ਲਿਆ ਕੇ, आ देखो इस दे विच पता की है, जेड़ा उपरला प्राइमरी सर्किट है ना वो ब्लाइंड है फॉर सेकेंडरी सर्किट,
ਉਹਨੂੰ ਸੈਕੰਡਰੀ ਸਰਕਟ ਦਿਖਦਾ ਹੀ ਨਹੀਂ ਪਿਆ, ਉਹ ਮਸਤੀ 'ਚ ਚੱਲ ਰਿਹਾ ਆਪਣੀ ਵੀ ਮੇਰੇ ਕੋਲ ਇੰਨੀ ਰੈਜ਼ਿਸਟੈਂਸ ਹੈ, ਮੇਰੇ ਸਰਕਟ 'ਚ ਰੈਜ਼ਿਸਟੈਂਸ ਹੈ, ਇੰਨੀ ਕਰੰਟ ਭੇਜਣਾ, ਉਹਨੇ ਕਰੰਟ ਭੇਜਿਆ, ਕਰੰਟ ਜਾ ਰਿਹਾ, ਉਹਦੀ ਗ੍ਰੀਨ ਵਾਲੀ ਵਾਇਰ ਵਿੱਚ ਜਾ ਰਿਹਾ, ਉਧਰੋਂ ਨਿਕਲ ਰਿਹਾ, ਉਹ ਇਕੱਠਾ ਕਰ ਰਿਹਾ, ਫੇਰ ਦੇ ਰਿਹਾ, ਫਿਰ ਗ੍ਰੀਨ ਵਾਲੀ ਵਾਇਰ ਵਿੱਚ ਜਾ ਰਿਹਾ, ਉਧਰ ਇਕੱਠਾ ਕਰ ਰਿਹਾ, ਕੋਈ ਡਿਸਟਰਬੈਂਸ ਨਹੀਂ। ਕਲੀਅਰ ਹੈ ਗੱਲ? Yes, sir. ਪੂਰੀ ਗ੍ਰੀਨ ਵਾਇਰ 'ਚ ਬਿਲਕੁਲ ਸੇਮ ਕਾਂਸਟੈਂਟ ਕਰੰਟ ਜਾ ਰਿਹਾ, ਕੋਈ ਦਿੱਕਤ ਨਹੀਂ ਜੌਕੀ ਦੇ ਉੱਥੇ ਲੱਗੇ ਰਹਿਣ ਨਾਲ ਜਾਂ ਉਹਦੇ ਉਧਰ ਨਾਲ, ਕਿਉਂਕਿ ਉਹ ਬੈਲੈਂਸ ਕਰ ਰਿਹਾ ਬਸ। ਉਹਨੂੰ ਸੈਕੰਡਰੀ ਸਰਕਟ ਦਿਖਦਾ ਹੀ ਨਹੀਂ ਹੈ। ਪਰ ਜੇ ਮੈਂ ਇੱਥੇ ਜੌਕੀ ਨੂੰ ਹਿਲਾ ਦੇਵਾਂ ਤਾਂ ਨਾਲ ਹੀ ਉਹਨੂੰ ਨੀਚੇ ਵਾਲਾ ਸਰਕਟ ਦਿਖਣ ਲੱਗ ਜਾਣਾ, ਉਹਨੇ ਥੋੜਾ ਜਿਹਾ ਕਰੰਟ ਜਾਂ ਨਿਚਲੇ ਸਰਕਟ ਤੋਂ ਲੈਣ ਲੱਗ ਜਾਣਾ ਜਾਂ ਨਿਚਲੇ ਸਰਕਟ ਨੂੰ ਦੇਣ ਲੱਗ ਜਾਣਾ, ਉਹਦੇ ਕਰਕੇ ਨੀਚੇ ਵਾਲੀ ਰੈਜ਼ਿਸਟੈਂਸ ਵੀ ਮੈਟਰ ਕਰਨ ਲੱਗ ਜਾਣੀ ਕਿ ਨਹੀਂ ਫਿਰ? ਕਿਉਂਕਿ ਆਰ ਰੈਜ਼ਿਸਟੈਂਸ ਨੀਚੇ ਜਿਹੜੀ ਆਰ ਹੈ ਕੈਪੀਟਲ ਆਰ, ਇਹ ਉੱਪਰਲੇ ਬੈਟਰੀ ਦੇ ਲਈ ਵਿਜ਼ੀਬਲ ਹੋ ਜਾਣੀ, ਉਹਨੇ ਕਹਿਣਾ ਅੱਛਾ ਆ ਵੀ ਪਈ ਹੈ, ਉਹਨੇ ਫਿਰ ਸਾਰਾ ਕੈਲਕੂਲੇਸ਼ਨ ਦੁਬਾਰਾ ਕਰਨੀ ਹੈ ਰੈਜ਼ਿਸਟੈਂਸ ਦੀ, ਫਿਰ ਉਹਨੇ ਨਵਾਂ ਕਰੰਟ ਰਿਲੀਜ਼ ਕਰਨਾ, ਫਿਰ ਆਹੀ ਆਈ ਨੋਟ ਰਿਲੀਜ਼ ਨਹੀਂ ਹੋਏਗਾ, ਫਿਰ ਕੋਈ ਹੋਰ ਕਰੰਟ ਹੋ ਸਕਦਾ ਹੋ। ਇਹ ਗੱਲ ਸਮਝ ਲੱਗੀ ਕਿ ਨਹੀਂ ਦੱਸੋ? Yes, sir. Yes. ਮਤਲਬ ਕੀ ਹੈ ਕਿ ਉੱਪਰਲਾ ਪ੍ਰਾਇਮਰੀ ਸਰਕਟ ਸੈਕੰਡਰੀ ਪ੍ਰਾਇਮਰੀ ਸਰਕਟ ਦੇ ਲਈ ਸੈਕੰਡਰੀ ਸਰਕਟ ਹੈ ਹੀ ਨਹੀਂ, ਉਹਨੂੰ ਦਿਖਦਾ ਹੀ ਨਹੀਂ ਪਿਆ ਉਹਨੂੰ, ਠੀਕ ਹੈ? ਪਰ ਕਦੋਂ ਨਹੀਂ ਦਿਖਦਾ ਪਿਆ? ਸਿਰਫ ਉਸ ਮੋਮੈਂਟ ਤੇ ਨਹੀਂ ਦਿਖਦਾ ਪਿਆ ਜਿਸ ਮੋਮੈਂਟ ਤੇ ਬੈਲੈਂਸ ਪੁਆਇੰਟ ਤੁਹਾਨੂੰ ਮਿਲਿਆ, ਨਲ ਪੁਆਇੰਟ ਮਿਲਿਆ। ਕਲੀਅਰ ਹੈ ਗੱਲ? Yes, sir. ਤੁਸੀਂ ਨਲ ਪੁਆਇੰਟ ਤੋਂ ਥੋੜਾ ਲੈਫਟ ਗਏ, ਉਹਨੂੰ ਦਿਖਣ ਲੱਗ ਜਾਣਾ ਨਿਚਲਾ ਸਰਕਟ, ਥੋੜਾ ਰਾਈਟ ਗਏ, ਉਹਨੂੰ ਦਿਖਣ ਲੱਗ ਜਾਣਾ ਨਿਚਲਾ ਸਰਕਟ ਜਾਂ ਨਿਚਲਾ ਸੈੱਲ ਜਿਹੜਾ ਦੂਜਾ ਲਗਾਇਆ ਤੁਸੀਂ ਅਨਨੋਨ, ਫਿਰ ਉਹਨੇ ਉਹਦੇ ਵਿੱਚੋਂ ਸੈੱਲ ਤੋਂ ਜਾਂ ਕਰੰਟ ਲੈਣ ਲੱਗ ਜਾਣਾ ਜਾਂ ਉਹਨੂੰ ਕੁਝ ਦੇਣ ਲੱਗ ਜਾਣਾ ਕਰੰਟ, ਉਹਦੇ ਕਰਕੇ ਤੁਹਾਡੇ ਪੂਰੀ ਵਾਇਰ ਦਾ ਸਿਸਟਮ ਗੜਬੜ ਹੋ ਜਾਣਾ। ਸਾਰਾ ਜੋ ਤੁਸੀਂ ਸੋਚਿਆ, ਜੋ ਕਰੰਟ ਹੁਣੀ ਕੈਲਕੂਲੇਟ ਕੀਤਾ ਸੀ ਸੰਦੀਪ ਨੇ, ਉਹ ਸਾਰਾ ਸਭ ਕੈਲਕੂਲੇਸ਼ਨ ਗੜਬੜ ਹੋ ਜਾਣੀ ਹੈ। ਉਹ ਸਾਰੀ ਕੈਲਕੂਲੇਸ਼ਨ ਮੈਟਰ ਹੀ ਸਿਰਫ ਉਦੋਂ ਕਰਦੀ ਹੈ ਜਦੋਂ ਬੈਲੈਂਸ ਪੁਆਇੰਟ ਹੈ। ਬੈਲੈਂਸ ਪੁਆਇੰਟ ਵਾਲੇ ਮੋਮੈਂਟ ਲਈ ਸਾਰੇ ਕੈਲਕੂਲੇਸ਼ਨ ਸਹੀ ਹੈ ਤੇ ਤੁਹਾਡੇ ਜ਼ਿਆਦਾਤਰ ਕੁਐਸਚਨ ਬੈਲੈਂਸ ਵਾਲੇ ਹੀ ਆਉਂਦੇ ਨੇ, ਤੁਹਾਨੂੰ ਜ਼ਿਆਦਾਤਰ ਕੁਐਸਚਨ ਇਦਾਂ ਦੇ ਹੀ ਆਉਂਦੇ ਨੇ, ਇਸ ਲਈ ਪੂਰੀ ਬੋਰਡ ਐਗਜ਼ਾਮ ਵਿੱਚ ਕਿਤੇ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਨੂੰ। ਪਰ ਜੇ ਇਸ ਤਰ੍ਹਾਂ ਦੀ ਨਾ ਹੋਵੇ ਜਿਵੇਂ ਹੁਣ ਸਿਚੁਏਸ਼ਨ ਆ ਗਈ, ਕਿੱਥੇ ਗਿਆ ਉਹ ਸਵਾਲ? ਆ ਵਾ ਹੁਣ ਸਵਾਲ। ਕਹਿਣ ਦਾ ਮਤਲਬ ਕੀ ਹੈ ਕਿ ਕੁਐਸਚਨ ਆਪਣਾ ਹੁਣ ਜੇ ਤਾਂ ਮੈਂ ਸਿੱਧੀ ਜੀ ਗੱਲ ਕੀਤੀ ਇਹ ਸਾਰਾ ਕੁਝ ਆਹੀ ਗੱਲਾਂ ਜੇ ਆ ਵੈਲਿਡ ਹੈ ਸਭ ਕੁਝ, ਤਾਂ ਉਹਦੇ ਵਿੱਚ ਬੈਲੈਂਸ ਪੁਆਇੰਟ 320 ਸੈਂਟੀਮੀਟਰ ਦਾ ਆਏਗਾ। ਇਹ ਗੱਲ ਤਾਂ ਸਾਨੂੰ ਪਤਾ ਹੀ ਹੈ। ਹੁਣ ਅਸੀਂ ਆਪ ਦੇਖ ਲਿਆ ਕਿ 320 ਤੇ ਆਣਾ ਸੀ, ਪਰ 560 ਤੇ ਜਾ ਕੇ ਅਟੈਚ ਕੀਤਾ ਉਹਨੂੰ, ਦੈਨ 560 ਤੇ ਅਟੈਚ ਕਰੂੰਗਾ ਤਾਂ ਹੁਣ ਆਪਾਂ ਥੋੜਾ ਨੀਟ ਐਂਡ ਕਲੀਨ ਤਰੀਕੇ ਨਾਲ ਬਣਾਉਂਦੇ ਆ ਡਾਇਗਰਾਮ ਨੂੰ, ਸੋਚਦੇ ਆ ਕਿ ਹੁਣ ਆਪਾਂ ਕਿਵੇਂ ਕਰਾਂਗੇ। ਦੇਖੋ ਜਦੋਂ ਇਸ ਤਰ੍ਹਾਂ ਦੀ ਕੁਐਸਚਨ ਆ ਜਾਣ ਫਿਰ ਆਪਣੇ ਕੋਲ ਕੋਈ ਪੁਰਾਣਾ ਆ ਮੈਥਡ ਨਾਲ ਨਹੀਂ ਚੱਲੇਗਾ ਕੰਮ ਡਾਇਰੈਕਟਲੀ, ਤੇ ਆਪਾਂ ਕੀ ਕਰਾਂਗੇ, ਆਪਾਂ ਹਮੇਸ਼ਾ KVL ਲਗਾਵਾਂਗੇ। KVL ਲਗਾ ਕੇ ਹੀ ਕੰਮ ਕਰਨਾ ਪਏਗਾ। ਆ ਆਪਣੀ ਮੰਨ ਲਓ ਵਾਇਰ ਹੈ ਫਿਰ, ਐਂਡ ਇਸ ਵਾਇਰ ਦੀ ਲੈਂਥ ਕਿੰਨੀ ਗਿਵਨ ਹੈ? 600 ਸੈਂਟੀਮੀਟਰ, AB 600 ਸੈਂਟੀਮੀਟਰ, ਤੇ ਇਸ ਨੂੰ ਕੈਲੀਬ੍ਰੇਟ ਕਰਨ ਲਈ ਸੌਰੀ ਇਹਨੂੰ ਡਰਾਈਵ ਕਰਨ ਲਈ ਆਪਾਂ ਇੱਕ ਬੈਟਰੀ ਲਗਾਈ ਹੈ। ਉਹਦਾ EMF ਫਿਰ ਇਹੀ ਹੈ ਜੋ ਪਹਿਲਾਂ ਸੀ, ਇਹਦੀ ਇੰਟਰਨਲ ਰੈਜ਼ਿਸਟੈਂਸ ਜਾਂ ਪਤਾ ਨਹੀਂ ਐਕਸਟਰਨਲ ਜੋ ਮਰਜ਼ੀ ਹੋਵੇ, ਆਪਾਂ ਤਾਂ R ਸਰਕਟ ਚ ਲੈਣੀ ਹੈ, R ਹੈ, ਹੋਰ ਕੁਝ ਨਹੀਂ ਲਗਾਇਆ ਨਾ ਬਸ। ਤੇ ਰੈਜ਼ਿਸਟੈਂਸ ਆਫ ਦਿਸ ਵਾਇਰ AB ਕਿੰਨੀ ਹੈ? 15 ਟਾਈਮਸ R, ਤੇ ਇਹਦੇ ਨਾਲ ਇੱਕ ਸੈੱਲ ਲਗਾਇਆ ਜਿਸ ਸੈੱਲ ਦਾ EMF ਕਿੰਨਾ ਆ? E/2। ਇਹਦੀ ਵੀ ਇੰਟਰਨਲ ਰੈਜ਼ਿਸਟੈਂਸ ਕਿੰਨੀ ਹੈ? ਸਮਾਲ r, ਤੇ ਇਹਦਾ 320 ਸੈਂਟੀਮੀਟਰ ਤੇ ਆਂਦਾ ਹੈ ਬੈਲੈਂਸ ਪੁਆਇੰਟ। ਇਹ ਆਪਾਂ ਕੈਲਕੂਲੇਟ ਕੀਤਾ ਸੀ, ਪਰ ਆਪਣਾ 56th ਕੁਐਸਚਨ ਜਿਹੜਾ ਹੈ SCB ਵਿੱਚ ਉਹ ਇਹ ਕੁਐਸਚਨ ਨਹੀਂ ਹੈ। ਕੁਐਸਚਨ ਇਹ ਹੈ ਹੁਣ ਬੜਾ ਜੋ ਲਿਖਣ ਜਾ ਰਿਹਾ, ਆਪਾਂ ਇਹਨੂੰ ਜਾ ਕੇ ਇੱਥੇ ਅਟੈਚ ਕੀਤਾ ਹੈ, ਤੇ ਉਹ ਸੌਰੀ ਗੈਲਵੇਨੋਮੀਟਰ ਵੀ ਲੱਗਣਾ ਵਿੱਚ। ਗੈਲਵੇਨੋਮੀਟਰ ਵੀ ਲੱਗਿਆ ਇੱਥੇ, ਤੇ ਆਹ ਜਿਹੜੀ ਵਾਇਰ ਹੈ 560 ਸੈਂਟੀਮੀਟਰ ਤੇ ਲਗਾਈਏ। ਤੇ ਹੁਣ ਤੁਸੀਂ ਗੈਲਵੇਨੋਮੀਟਰ ਵਿੱਚ ਕਰੰਟ ਫਾਈਂਡ ਕਰਨਾ, ਫਾਈਂਡ ਕਰੰਟ ਇਨ ਗੈਲਵੇਨੋਮੀਟਰ। ਸਭ ਤੋਂ ਪਹਿਲਾਂ ਤੁਸੀਂ ਮੈਨੂੰ ਦੱਸ ਦਿਓ ਗੈਲਵੇਨੋਮੀਟਰ ਚ ਕਰੰਟ ਇਧਰੋਂ ਲੈਫਟ ਟੂ ਰਾਈਟ ਜਾਏਗਾ ਕਿ ਰਾਈਟ ਟੂ ਲੈਫਟ? ਆਈ ਸੋਚ ਕੇ ਦੱਸ ਦਿਓ ਪਹਿਲਾਂ ਤਾਂ, ਸੋਚੋ। Right to left. ਦੇਖੋ ਜੇ ਤੁਸੀਂ
मान लो पुट्ठा भी लिख दोगे ना कोई फर्क नहीं पैंदा, कैलकुलेशन करने के बाद करंट की वैल्यू नेगेटिव आ जाएगी बस। ਤੁਸੀਂ बस कोई भी करंट जो फाइंड करना करंट आई मान लो ਤੇ ਸੋਲਵ ਕਰੋ ਬਸ। ਤੇ ਤੁਸੀਂ ਮੰਨ ਲਓ ਹਾਂਜੀ ਕੀ ਕਹਿ ਰਹੇ ਰਾਈਟ ਟੂ ਲੈਫਟ ਕਿ ਲੈਫਟ ਰਾਈਟ? लेफ्ट लेफ्ट टू राइट ना, ए जाएगा ना करंट, यानी है यानी इस तरह। तो ਆਪਾਂ ਉੱਪਰੋਂ ਵਾਇਟਰੀ ਚੋਂ ਕਿੰਨਾ ਕਰੰਟ ਆਇਆ, ਹੁਣ ਉਹ ਪਹਿਲਾਂ ਵਾਲਾ ਨਹੀਂ ਲੈ ਸਕਦੇ ਜਿਹੜਾ ਹੁਣੀ ਲਿਆ ਸੀ ਉਹਨੇ ਹਸਨਦੀਪ ਨੇ ਕੈਲਕੂਲੇਟ ਕੀਤਾ, ਕਿਉਂਕਿ ਉਹ ਤਾਂ ਬੈਲੈਂਸ ਪੁਆਇੰਟ ਲਈ ਸੀ ਨਾ, ਹੁਣ ਤਾਂ ਇਹ ਸਭ ਮੋਡੀਫਾਈ ਹੋ ਚੁੱਕਿਆ। ਉੱਪਰੋਂ ਕਰੰਟ ਮੰਨ ਲਓ ਆ ਰਿਹਾ I, ਠੀਕ ਹੈ, ਤੇ ਇਸ ਗੈਲਵਾਨੋਮੀਟਰ ਚ ਜਾ ਰਿਹਾ ਕਰੰਟ ਮੰਨ ਲਓ I1, ਇਹਨੂੰ I1 ਮੰਨ ਲਓ, I1 ਪਤਾ ਕਰਨਾ ਹੈ। ਤੇ ਫਿਰ ਕਰੰਟ ਇਸ ਵਾਇਰ ਚ ਕਿੰਨਾ ਜਾ ਰਿਹਾ ਹੈਗਾ ਦੱਸੋ? I minus I1 है ना? Yes, sir. यस जिससे I minus I1 निकलेगा इधरों दी ਤੇ ਇਧਰੋਂ ਦੀ ਆਏਗਾ I1 ਮਿਲ ਕੇ ਕੀ ਬਣ ਜਾਏਗਾ I ਤੇ ਵਾਪਸ ਚਲ ਜਾਏਗਾ I, ਬਾਕੀ ਸਭ ਗਿਵਨ ਹੀ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਸਿੰਪਲ ਜੀ ਗੱਲ, ਪਹਿਲਾਂ ਹੁਣ ਇਸ ਸਰਕਟ ਨੂੰ ਜੇ ਸੋਲਵ ਕਰਨਾ ਜੇ ਆਪਾਂ ਨੂੰ KVL ਲਗਾਉਣ ਤੋਂ ਪਹਿਲਾਂ ਰੈਜ਼ਿਸਟੈਂਸਿਸ ਪਤਾ ਹੋਣੀ ਚਾਹੀਦੀ। ਸਾਨੂੰ ਰੈਜ਼ਿਸਟੈਂਸ ਪਤਾ ਕਰਨਾ ਪਏਗਾ ਦੋ ਵਾਇਰ ਦੇ ਦੋ ਟੁਕੜਿਆਂ ਦਾ। ਕਿਹੜੇ ਕਿਹੜੇ ਟੁਕੜੇ? ਇੱਕ ਤਾਂ ਆ ਟੁਕੜਾ है ना, इस पॉइंट तक दा जिसे जोड़िया, तो एक इस तो अगे वाला, तब 560 सेंटीमीटर की कितनी रेजिस्टेंस होगी पता कर सकते हो सीधा ही भी जे 600 सेंटीमीटर दी रेजिस्टेंस हैगी सी 15R, 1 सेंटीमीटर दी होएगी 15R बटा 600, ता 560 सेंटीमीटर दी रेजिस्टेंस होएगी 15R बटा 600 गुणा 560। क्लियर? Yes. ये 14 आएगा, इथे आएगा 15, 15 15 कटे 14R, सिंपल जी गल है 14R। ਇਹਦੀ 14R ਇਹਦੀ ਕੀ ਹੋਏਗੀ ਫਿਰ ਬਾਕੀ ਬਚੀ 40 ਸੈਂਟੀਮੀਟਰ ਦੀ 15R है ना? Yes, sir. तो ਸਰਕਟ ਨੂੰ ਸੋਲਵ ਕਰਨਾ ਤੁਸੀਂ ਐਵੇਂ ਬਣਾ ਲਓ, ਚਾਹੇ ਹੁਣ ਆਪਾਂ ਕਰੰਟ ਹੀ ਪਤਾ ਕਰਨਾ, ਆਪਣਾ ਮਕਸਦ ਤਾਂ ਉਹੀ ਆਪਾਂ ਹੁਣ ਉਹਦੀ ਬਹੁਤੀ ਉਹ ਚੱਕਰ ਚ ਨਾ ਪਈਏ, ਐ ਬਣਾ ਲਓ ਐ ਬਣਾ ਲਓ। ਆ ਮੰਨ ਲਓ ਹੈਗੀ ਹੈ ਇੱਕ ਰੈਜ਼ਿਸਟੈਂਸ 14R, ਆ ਪੁਆਇੰਟ ਜਿੱਥੇ ਆਪਣਾ ਉਹ ਲਗਾਈ ਹੋਈ ਹੈ, ਇਹਦੇ ਅੱਗੇ ਰੈਜ਼ਿਸਟੈਂਸ ਜਿਹੜੀ ਹੈਗੀ ਇਹ ਹੈਗੀ ਕੱਲੀ R, ਇਹਦੇ ਨਾਲ ਲੱਗੀ ਹੋਈ ਆ ਫਿਰ R, ਮੈਨੂੰ ਹੁਣ ਕੋਈ ਕਰੰਟ ਨਹੀਂ ਪਤਾ, ਐ ਕਰਕੇ ਇਹਦੇ ਨਾਲ ਲੱਗਿਆ ਆਇਆ ਵਾ ਇੱਥੇ E/2, ਇਹਦੇ ਨਾਲ ਵੀ ਲੱਗਿਆ ਹੈ ਇੱਕ R, ਤੇ ਇਹ ਲੱਗਿਆ ਹੈ ਜਾ ਕੇ ਇੱਥੇ। ਤੇ ਹੁਣ ਕਰੰਟ ਸਕੀਮ ਜਿਹੜੀ ਹੈ ਉਹ ਤੁਹਾਨੂੰ ਪਤਾ ਹੈ, ਇਧਰੋਂ ਕਰੰਟ ਆ ਰਿਹਾ ਸੀ I, इधर गया वा I1 जो कि पता करना है। गैल्वेनोमीटर में हटाता ला लो, चलो ठीक है, गैल्वेनोमीटर अपन नेगलेक्ट करके चल रहे हैं रेजिस्टेंस अभी। इधर हैगा I माइनस I1, इधर फिर जाएगा I, इधर आएगा I, ਇਹਦੇ ਵਿੱਚ ਤੁਸੀਂ I1 पता करना है। ਹੁਣ देखो KVL लगाना ਤੁਹਾਨੂੰ ਆਂਦਾ ही है, करके देखो ਹੁਣ कितना आएगा करंट, कैलकुलेट करो सब जाने, लगाओ KVL ਤੇ ਮੈਨੂੰ ਦੱਸੋ I1 ਕਿੰਨਾ ਆਇਆ, ਸਾਰੇ ਜਣੇ ਕਰੋ, ਇਹ ਵੀ ਹੁਣੀ ਕਰੋ, ਸਾਰੇ ਜਣੇ ਕਰਿਆ ਕਰੋ। ਜਦੋਂ ਮੈਂ ਕਹਿੰਦਾ ਸਾਰੇ मतलब ਸਾਰੇ ਜਣੇ, ਮੈਂ ਹੁਣੀ ਪੁੱਛੂੰਗਾ ਕਿੰਨਾ ਆਇਆ, कैलकुलेट करके तो E ਤੇ R ਦੀ ਟਰਮ ਚ ਆਨਸਰ ਆਏਗਾ ਤਾਂ ਪੱਕਾ ਹੀ ਹੈ। E ਤੇ R ਨੂੰ ਕੌਨਸਟੈਂਟ ਰੱਖੋ, KVL लगाओ ਦੋ ਲੂਪਸ ਵਿੱਚ ਕੋਈ ਵੀ, ਤੇ ਤੁਹਾਡੇ ਕੋਲ I ਤੇ I1 ਦੋ ਹੀ ਦਾ ਵੇਰੀਏਬਲ ਨੇ, ਕਰੋ ਸਾਰੇ ਜਣੇ ਸੋਲਵ ਕਰੋ ਹੁਣੀ, ਲਓ ਸਾਰੇ 2-3 ਮਿੰਟ ਸਾਰੇ ਸੋਲਵ ਕਰੋ, ਲਾ ਲਓ ਫਿਰ KVL ਲਗਾ ਲਓ। ਇਹਦੇ ਮੈਂ ਨਾਮ ਹੀ ਰੱਖੇ ਨਾ ਇਹਨਾਂ ਦੇ, ਊੜਾ ਐੜਾ ਆਈਡੀ ਸਭ ਕੁਝ ਰੱਖਦੀ ਹੈ। ਇਹਨੂੰ A ਕਹਿ ਦਿੰਨੇ ਆ, ਇਹਨੂੰ B ਕਹਿ ਦਿੰਨੇ ਆ, ਇਹਨੂੰ C ਕਹਿ ਦਿੰਨੇ ਆ, ਇਹਨੂੰ D ਕਹਿ ਦਿੰਨੇ ਆ, ਇਹਨੂੰ E ਕਹਿ ਦਿੰਨੇ ਆ, ਉਹੀ ਬਸ ਨਾਮ ਰੱਖ ਦੋ ਵੀ ਆਪਾਂ ਨੂੰ ਪਤਾ ਤਾਂ ਲੱਗੇ ਕਿੱਧਰ ਲਾ ਰਹੇ। ਤਾਂ ਪਹਿਲਾਂ ਆਪਾਂ ਲੂਪ ਤੇ ਲਾਈਏ, ਕਿਹੜੀ ਤੇ ਲਾਈਏ, A B C F A, ਆਹੀ ਲਾ ਦਈਏ। A तो B जाओगे, पहला आऊगा माइनस E, फिर आऊगा हायर टू लोअर जा रहे हैं, लो टू हायर जा रहे हैं, प्लस IR, फिर उस बाद आगे जाओगे प्लस IR, फिर प्लस IR आऊगा, उस तो बाद आगे जाओगे तो फिर प्लस I माइनस I1 इंटू 14, प्लस I माइनस I1 इंटू 14R, बिल्कुल करेक्ट, इक्वल टू 0। ते
ਇਹਦਾ ਹਿਸਾਬ ਜਿਹਾ ਬਣਾ ਲਈਏ ਪਹਿਲਾਂ 14R 15 16R ਆਇਆ ਨਾ I ਦੇ ਨਾਲ 16 IR minus 14 I1 R equal to ਮਾਈਨਸ 14R I1 ਆ ਜਾਊਗਾ ਨਾਲ ਹਨਾ ਆਪਾਂ ਇਹਨਾਂ ਨੂੰ ਲੈ ਕੇ ਚੱਲੀਏ ਬਰਾਬਰ ਹੈ E I ਆ ਗਿਆ ਨਾ हाँ जी सर यही बने मेरा ठीक है थल्ले वाली भी लगा देने हैं बलजीत दसो नाल नाल फिर की बनाइए FCDE के FEDC की करिए सर मैं किया AFED BA AFED CBA AFCDE अच्छा ठीक है तू फिर ये तो क्या शुरू कर रहा है तू क्या करना ऐ करके ऐ गया ना तू वो च किहड़ा कुछ हैगा इस वायर च ठीक है हाँ जी की बनया है F तो जा C वाले पासे ਨੂੰ ਪਹਿਲਾਂ हाँ जी, लोअर जा रहे हैं माइनस 14R गुणा I माइनस I1 हाँ जी I माइनस I1 ਤੇ ਫਿਰ ਇਧਰੋਂ ਆਉਂਦੇ ਹੋਏ ਇਧਰੋਂ ਕਰੰਟ ਕਿਹੜਾ ਸੀ I1 ਆ ਰਿਹਾ ਸੀ ਨਾ ਇਧਰ ਮੈਂ ਦਿਖਾਇਆ ਨਹੀਂ हाँ जी ਹਾਈਟ ਲੋਅਰ ਟੂ ਹਾਇਰ ਜਾ ਰਹੇ ਹੋ ਪਲੱਸ ਆਊਗਾ R into I1 ठीक है यस फिर प्लस आऊगा E बटा 2 बराबर है 0 क्लियर है यस ये आ जाऊगा I दे नाल आऊगा माइनस 14R I प्लस 14 R I1 प्लस 14 ते एक 15 ही कर ला ना हाँ जी 15 I1 ते इज इक्वल टू माइनस E बाय 2 ये आ गया अपनी दूजी इक्वेशन आ गई एन तुम चाहे सॉल्व कर लो हुण तू ग्रांच ये नहीं बनाई सर आही बढ़िया फिर सॉल्व तो करो मैं देखते हैं मैं सर, सच्ची हाँ। नहीं सर मैं प्लस 14 करी जा रहा प्लस 14 R I1 हाँ पता लग गया क्यों गलत है वे की आ हाँ जी सर चलो करो फिर इन्हां नूं आम ही उवें सॉल्व इन्हू पहला तो थोड़ा इन्हू थोड़ा सवार लो इन्हू थोड़ा ऐ रख लो 16R इसे कुछ कैंसिल तो कर नहीं सकते हम I माइनस 14R I1 इसे की करो -2 मल्टीप्लाई कर लो उधर कितना होगा 28R I माइनस 30R I1 इज इक्वल टू E ठीक है गल कि नहीं ठीक है सर ਹੁਣ I1 ਪਤਾ ਕਰਨਾ ਨਾ ਪਤਾ ਆਪਾਂ I ਨੂੰ ਐਲੀਮੀਨੇਟ ਕਰਦੇ ਹਾਂ ਫਿਰ I ਨੂੰ ਐਲੀਮੀਨੇਟ ਕਿਵੇਂ ਕਰਾਂਗੇ ਇਹਦੇ ਲਈ ਇਹਨੂੰ 28 ਨਾਲ ਗੁਣਾ ਕਰ ਦੋ ਇਹਨੂੰ 16 ਨਾਲ ਗੁਣਾ ਕਰ ਦੋ ਸਿੰਪਲ ਤੇ ਇਹ ਹੋਊਗਾ 28 ਗੁਣਾ 16 ਜਿੰਨਾ ਵੀ ਆਏਗਾ ਇਹਨੂੰ ਛੱਡ ਦੋ 28 ਗੁਣਾ 14 ਲਿਖੋ ਕਿੰਨਾ ਆਇਆ ਇਹ ਹੋਊਗਾ ਮਾਈਨਸ 28 ਗੁਣਾ 14 R I1 इज इक्वल टू 28E ਤੇ ਇਹ ਆ ਜਾਊਗਾ प्लस हो जाएगा इतने हम माइनस करके कैंसिल करांगे ना क्या होगा 16 गुणा 30 R I1 इज इक्वल टू 16 ही आई होगा ना माइनस हो रहा है माइनस क्यों होगा प्लस नहीं हाँ माइनस 16 ही ठीक है आप वो कर रहे हैं ना साइन भी चेंज करते ना आप करता शॉर्टकट जा ही रहे हैं ये आऊगा 12 हाँ जी 12 E आ गया इधर देख लो कितना आया बटा डिवाइड कर दो कर लो 14 ਨੂੰ 28 ਨਾਲ ਗੁਣਾ $392 आ गया ਤੇ नीचे आ गया 480 है ना 16 ਤੇ 48 480 ਵਿੱਚੋਂ 392 ਘਟਾ ਦੋ कितना आ गया 88 88 आ गया ये आ गया माइनस चाहे प्लस चाहे ना प्लस 88 R I1 आ गया I1 कितना आया 12E बटा 88 4 ते कट दो 4 ती 12 4 दूनी 8 4 3E बटा 22 आया जो करंट गैल्वेनोमीटर जो आया सर R वो R आ गया नाल हाँ R आ गया R भी आ गया भी नाल R इसे चल R नीचे R भी आऊगा
ਆਨਸਰ ਜਾ ਚੈੱਕ ਕਰ ਲਈ। ਹਾਂ ਆਹੀ ਆਨਸਰ ਬਈ, ਠੀਕ ਹੈ ਗੱਲ। ਨਹੀਂ ਸਵਾਲ ਚ ਵੀ 320 ਸੈਂਟੀਮੀਟਰ ਵੀ ਉਹ ਵੀ ਪੁੱਛਿਆ ਹੈ, ਫਿਰ ਦੂਜਾ ਪਾਰਟ ਇਹ ਪੁੱਛਿਆ ਹੈ ਵੀ ਹੁਣ ਕੀ ਹੋਊਗਾ 3E/22R ਆਇਆ। ਸਮਝ ਲੱਗ ਗਈ ਸਭ ਨੂੰ? Yes. Yes. Sir. Yes, sir. ਸੋ ਹੁਣ ਇੱਥੇ ਆਪਣੇ ਕੋਲ ਸਿੱਖਣ ਵਾਲੀ ਗੱਲ ਕੀ ਸੀ ਅੱਜ? ਸਿੱਖਣ ਵਾਲੀ ਗੱਲ ਇਹ ਸੀ ਕਿ ਜਿਹੜਾ ਕੁਝ ਵੀ ਅਸੀਂ ਕਰਦੇ ਹਾਂ ਉਹ 'ਚ ਪਹਿਲੀ ਗੱਲ ਤਾਂ ਪੋਟੈਂਸ਼ੀਅਲ ਗ੍ਰੇਡੀਐਂਟ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਪੋਟੈਂਸ਼ੀਅਲ ਗ੍ਰੇਡੀਐਂਟ ਨੂੰ ਪਤਾ ਕਰਨ ਦੇ 2-3 ਤਰੀਕੇ ਹੋ ਸਕਦੇ ਨੇ। ਜਿਹੜਾ ਵੀ ਸਾਨੂੰ ਮਿਲ ਗਿਆ ਅਸੀਂ ਉਸ ਹਿਸਾਬ ਨਾਲ ਚੱਲ ਪੈਂਦੇ ਹਾਂ। ਪੋਟੈਂਸ਼ੀਅਲ ਗ੍ਰੇਡੀਐਂਟ ਨੂੰ ਯੂਜ਼ ਕਰਨ ਤੋਂ ਬਾਅਦ ਆਪਾਂ ਜਦੋਂ ਆਪਾਂ ਬੈਲੈਂਸ ਪੁਆਇੰਟ ਫਾਈਂਡ ਕਰਦੇ ਹਾਂ, ਬੈਲੈਂਸ ਪੁਆਇੰਟ ਫਾਈਂਡ ਕਰਦੇ ਹੋਏ ਗੈਲਵੇਨੋਮੀਟਰ ਵਾਇਰ 'ਚ ਕੋਈ ਕਰੰਟ ਨਹੀਂ ਹੁੰਦਾ, ਇਸ ਲਈ ਉੱਪਰਲੇ ਸਰਕਟ ਲਈ, ਪ੍ਰਾਇਮਰੀ ਸਰਕਟ ਲਈ, ਸੈਕੰਡਰੀ ਸਰਕਟ ਹੁੰਦਾ ਹੀ ਨਹੀਂ ਹੈ, ਜਾਂ ਫਿਰ ਸਮਝ ਲਓ ਕਿ ਉਹਦੇ ਲਈ ਉਹ ਬਲਾਈਂਡ ਹੁੰਦਾ ਹੈ, ਅੱਖਾਂ ਤੇ ਪੱਟੀ ਬਣ ਲੈਂਦਾ, ਉਹਨੂੰ ਦਿਖਦਾ ਹੀ ਨਹੀਂ ਹੈ ਨੀਚੇ ਕੀ ਹੈ। ਇਸ ਲਈ ਆਮ ਕਰਕੇ ਤੁਸੀਂ ਜਦੋਂ ਬੈਲੈਂਸ ਪੁਆਇੰਟ ਦੀ ਗੱਲ ਕਰਦੇ ਹੋ ਉਸ ਸਮੇਂ ਤੁਸੀਂ ਕਰੰਟ ਫਾਈਂਡ ਕਰਦੇ ਹੋਏ, ਜਿਵੇਂ ਹੁਸਨਦੀਪ ਨੇ ਹੁਣੇ ਕੀਤਾ ਸੀ, ਉਹ ਕੁਝ ਵੀ ਸੋਲਵ ਕਰਦੇ ਤੁਸੀਂ ਕੋਈ ਗੱਲ ਦੀ ਟੈਨਸ਼ਨ ਨਹੀਂ ਲੈਂਦੇ ਕਿ ਨੀਚੇ ਕੀ ਚੱਲ ਰਿਹਾ ਵਾ, ਤੁਸੀਂ ਉੱਪਰਲਾ ਆਪਣਾ ਕੰਮ ਕਰਦੇ ਹੋ ਬਸ। ਪਰ ਜਿਵੇਂ ਹੀ ਬੈਲੈਂਸ ਪੁਆਇੰਟ ਡਿਸਟਰਬ ਕਰਦੇ ਹੋ, ਤੁਸੀਂ ਜੋਕੀ ਨੂੰ ਲੈਫਟ ਜਾਂ ਰਾਈਟ ਮੂਵ ਕਰਦੇ ਹੋ, ਗੈਲਵੇਨੋਮੀਟਰ 'ਚ ਕਰੰਟ ਆਉਣਾ ਸ਼ੁਰੂ ਹੁੰਦਾ ਹੈ, ਉਦੋਂ ਉੱਪਰਲਾ ਸਰਕਟ ਤੇ ਨਿਚਲਾ ਸਰਕਟ ਇੱਕ ਦੂਜੇ ਨਾਲ ਮਤਲਬ ਵਾਰਤਾਲਾਪ ਸ਼ੁਰੂ ਕਰ ਦਿੰਦੇ ਨੇ। ਵਾਰਤਾਲਾਪ ਕਹਿਣ ਦਾ ਮਤਲਬ ਵੀ ਗੱਲਬਾਤ ਸ਼ੁਰੂ ਕਰ ਦਿੰਦੇ ਨੇ, ਉਹ ਕਰੰਟ ਜਾਂ ਦੇਣਾ ਜਾਂ ਲੈਣਾ ਸ਼ੁਰੂ ਕਰ ਦਿੰਦੇ ਨੇ। ਉਹਦੇ ਕਰਕੇ ਉੱਪਰਲੇ ਸਰਕਟ ਦੇ ਵਿੱਚੋਂ ਜਿਹੜਾ ਕਰੰਟ ਨਿਕਲ ਰਿਹਾ ਸੀ ਨਾ, ਉਹ ਕਰੰਟ ਵੀ ਫਿਰ ਉਹ ਨਹੀਂ ਰਹਿੰਦਾ, ਉਹ ਕੁਝ ਹੋਰ ਹੋ ਜਾਂਦਾ। ਫਿਰ ਤੁਹਾਨੂੰ ਇਸ ਕੇਸ ਦੇ ਵਿੱਚ ਆ ਕੇ KVL ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਦਾ ਕਿ ਤੁਸੀਂ ਇਹਨੂੰ ਕਰ ਸਕੋ। ਪਰ ਜ਼ਿਆਦਾਤਰ ਜਿੱਥੇ ਤੱਕ ਬੋਰਡ ਐਗਜ਼ਾਮਸ ਵਿੱਚ ਜਾਂ ਉਹਦੇ ਵਿੱਚ ਆਪਾਂ ਨੂੰ ਬੈਲੈਂਸ ਪੁਆਇੰਟ ਬਾਰੇ ਪੁੱਛੀ ਜਾਂਦੀ ਗੱਲ, ਉੱਥੇ ਇਸ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ। ਇਸ ਸਵਾਲ ਦੇ ਥਰੂ ਬਸ ਆਪਾਂ ਇਹੀ ਸਿੱਖਿਆ ਵਾ। ਗੱਲ ਕਲੀਅਰ ਹੋਈ ਸਭ ਨੂੰ ਗੱਲ? Yes. ਠੀਕ ਹੈ। ਹੁਣ ਬਸ ਇੱਕ ਚੀਜ਼ ਜਿਹੜੀ ਹੋਰ ਆਪਾਂ ਇਹਦੇ ਰਿਲੇਟਡ ਇੱਕ ਚੀਜ਼ ਸਿੱਖਣੀ ਹੈ, ਉਹ ਹੈਗੀ ਆ ਸੈਂਸਿਟੀਵਿਟੀ ਆਫ ਦਾ ਗੈਲਵੇਨੋਮੀਟਰ। ਕਿ ਕਿਸੇ ਗੈਲਵੇਨੋਮੀਟਰ ਦੀ ਸੈਂਸਿਟੀਵਿਟੀ ਤੋਂ ਕੀ ਭਾਵ ਹੈ। ਹੁਣ ਇੱਕ ਮਿੰਟ ਵੀ ਪਾਣੀ ਪੀ ਲਾਂ। ਉਹ ਪੋਟੈਂਸ਼ੀਓਮੀਟਰ, ਦੇਖੋ ਸੈਂਸਿਟਿਵ ਹੋਣ ਤੋਂ ਮਤਲਬ ਇਹ ਹੈ ਕਿ ਉਹ ਜੇ ਤੁਸੀਂ ਕਿਸੇ ਵੀ EMF ਨੂੰ ਸੈਕੰਡਰੀ ਸਰਕਟ ਵਿੱਚ ਮੈਜ਼ਰ ਕਰ ਰਹੇ ਹੋ, EMF ਨੂੰ ਜਾਂ ਫਿਰ ਕਿਸੇ ਵੀ ਪੋਟੈਂਸ਼ੀਅਲ ਡਿਫਰੈਂਸ ਨੂੰ, ਕਿ ਜੇ ਪੋਟੈਂਸ਼ੀਅਲ ਡਿਫਰੈਂਸ ਵਿੱਚ ਮਾੜਾ ਜਿਹਾ ਵੀ ਚੇਂਜ ਆਉਂਦਾ ਆ ਤਾਂ ਨਾਲ ਹੀ ਬੈਲੈਂਸ ਪੁਆਇੰਟ ਨੂੰ ਕਾਫੀ ਜ਼ਿਆਦਾ ਬਦਲ ਦੇਵੇ ਅਗਰ, ਤਾਂ ਆਪਾਂ ਕਹਾਂਗੇ ਪੋਟੈਂਸ਼ੀਓਮੀਟਰ ਕਾਫੀ ਸੈਂਸਿਟਿਵ ਹੈ। ਪੋਟੈਂਸ਼ੀਓਮੀਟਰ ਕਾਫੀ ਸੈਂਸਿਟਿਵ ਹੈ ਕਿ ਜੇ ਥੋੜਾ ਜਿਹਾ ਵੀ ਅਸੀਂ ਚੇਂਜ ਕਰਦੇ ਹਾਂ EMF, ਜਿਹੜੀ ਆਪਣੀ ਅਨਨੋਨ ਬੈਟਰੀ ਦਾ ਆ, ਜੋ ਵੀ ਬਾਹਰੋਂ ਆਪਾਂ ਜੋ ਲਗਾਉਂਦੇ ਆ ਸੈੱਲ ਉਹਦੇ EMF ਨੂੰ, ਤਾਂ ਉਹਦੇ ਨਾਲ ਉਹਦੀ ਬਦਲ ਜਾਂਦੀ ਹੈ ਮਤਲਬ ਬੈਲੈਂਸ ਪੁਆਇੰਟ ਦੀ ਪੋਜੀਸ਼ਨ। ਹੁਣ ਜਿਵੇਂ ਕਹਿਣ ਦਾ ਮਤਲਬ ਇਹ ਹੈ, ਇਹਨੂੰ ਆਪਾਂ ਇਹ ਸਮਝਦੇ ਹਾਂ ਫਿਲਹਾਲ, ਜਿਵੇਂ ਆਪਾਂ ਦੋ ਸੈੱਲਸ ਨੂੰ ਕੰਪੇਅਰ ਕਰ ਰਹੇ ਸੀ ਨਾ ਹੁਣੀ, ਤਾਂ ਮੰਨ ਲਓ ਆ ਆਪਣੇ ਕੋਲ ਵਾਇਰ ਹੈ, ਆਪਣੀ ਪੋਟੈਂਸ਼ੀਓਮੀਟਰ ਵਾਇਰ ਹੈ, ਤੇ ਆ ਪੁਆਇੰਟ ਤੋਂ ਆਹੀ ਆਪਣਾ EMF ਹੈ। ਇਹ ਡਰਾਈਵਿੰਗ बैटरी है ऑब्वियसली, ਤੁਹਾਨੂੰ ਪਤਾ ਹੈ। रियोस्टेट लाओ चाहे ना लाओ, फिलहाल तो मैं गल कर रहा, एमीटर भी ला दो। आदत तो ये है अपन देखो तुसी भी जिन्ना डायग्राम बनाओगे, जिन्ना ज्यादा प्रॉपर करोगे उन्ना वधिया। पर न्यूमेरिकल च जिवें कि ना भावें ले लेने बस। आ अपनी पोटेंशियोमीटर वायर दा है AN। जे मान लो मैं इहदे नाल दो सैल आए, सोचण दी समझण दी कोशिश करना कि आ एक सैल लगाया जिहदा EMF है 10 वोल्ट, ये समझ लो 10 वोल्ट है, तो एक होर लगाया जिहदा EMF है 9.99 वोल्ट। इन दोनों च डिफरेंस बहुत थोड़ा है। इंटरनल रेजिस्टेंस है कि मान लो R1, इंटरनल रेजिस्टेंस की है कि नहीं है, मैटर नहीं कर दी बैलेंस पॉइंट ते ताकि जेड़ा करंट पास करना है जो, ते आपां मान लो इहदे विच इस तरह की लगा दिंदे आ। स्विच वन जोड़ सकते हो, 2 भी जोड़ सकते हो। इस तरह तो ये लगाने गैल्वेनोमीटर, तो आप ਇਹਦਾ बैलेंस पॉइंट लभदे हैं किते भी इस तरह। मान लो कि तुसी पहला 1 ਨੂੰ जो जोड़िया इस दे नाल, 1 ਨੂੰ जोड़िया इस दे नाल, ਤਾਂ ਤੁਹਾਨੂੰ ਜਿਹੜੀ बैलेंस पॉइंट मिलिया वो जाके इस पोजीशन ਤੇ मिलिया। ठीक है, इस पोजीशन ਦਾ नाम ਤੁਸੀਂ ਰੱਖ ਦੋ A1। ਤੇ ਜਦੋਂ ਤੁਸੀਂ 1 ਨੂੰ ਹਟਾਇਆ इथों, ठीक है, 1 ਨੂੰ हटा लो, 1 ਨੂੰ ऑफ कर दो, सॉरी 2 ਨਾਲ जोड़ दो,
2 ਨਾਲ ਜੋੜ ਦਿਓ ਤਾਂ ਜਿਹੜਾ ਤੁਹਾਡਾ ਬੈਲੈਂਸ ਪੁਆਇੰਟ ਮੰਨ ਲਓ ਉਹ ਜਿਵੇਂ ਹੁਣ ਬੈਲੈਂਸ ਪੁਆਇੰਟ ਤੁਸੀਂ ਦੱਸੋ ਲੈਫਟ ਜਾਣਾ ਚਾਹੀਦਾ ਰਾਈਟ ਜਾਣਾ ਚਾਹੀਦਾ ਪਹਿਲਾਂ ਦੱਸੋ ਹੁਣ ਸੋਚ ਕੇ ਦੱਸੋ ਪਹਿਲਾਂ ਵਾਲਾ ਬੈਲੈਂਸ ਪੁਆਇੰਟ ਆ ਗਿਆ ਉਹ 10 ਵੋਲਟ ਦੇ ਕਰਕੇ ਆਇਆ ਸੀ ਹੁਣ 9.99 ਕਰਕੇ ਆਣਾ ਲੈਫਟ ਹੋਏਗਾ ਕਿ ਰਾਈਟ ਹੋਏਗਾ Left. ਲੈਫਟ ਹੋਏਗਾ ਥੋੜਾ ਘਟਿਆ ਨਾ ਉਹ ਸੋ ਆਬਵੀਅਸਲੀ ਇੱਥੋਂ ਲੈ ਕੇ ਥੋੜਾ ਜਿਹਾ ਲੈਫਟ ਹੋਇਆ ਮੰਨ ਲਓ ਆ A2 ਤੇ ਆ ਗਿਆ ਠੀਕ ਹੈ ਜੀ ਤਾਂ ਆ ਜਿਵੇਂ ਥੋੜੇ ਜਿਹੇ ਉਹਦੇ ਕਰਕੇ ਮਤਲਬ ਜਿੰਨਾ ਉਹਨੇ ਜ਼ਿਆਦਾ ਜਿੰਨੀ ਜ਼ਿਆਦਾ ਦੂਰ ਹੋਣਗੇ ਪੁਆਇੰਟਸ ਉਨਾ ਹੀ ਜ਼ਿਆਦਾ ਆਪਾਂ ਕਹਾਂਗੇ ਕਿ ਪੋਟੈਂਸ਼ੀਓਮੀਟਰ ਜ਼ਿਆਦਾ ਸੈਂਸਿਟਿਵ ਹੈ ਤੇ ਹੁਣ ਤੁਹਾਡੇ ਵਿੱਚੋਂ ਕੋਈ ਮੈਨੂੰ ਇੰਨੀ ਗੱਲ ਤੁਸੀਂ ਸਿੱਖੀ ਹੈ ਇੰਨੀ ਸਾਰਾ ਲੈਕਚਰ ਆਪਾਂ ਇਸ ਤੇ ਗੱਲ ਕੀਤੀ ਹੈ ਮੈਂ ਇੱਕ ਛੋਟੀ ਜੀ ਗੱਲ ਵੈਸੇ ਪੁੱਛਣਾ ਚਾਹ ਰਿਹਾ ਹਾਂ ਕਿ ਤੁਹਾਡੇ ਵਿੱਚੋਂ ਕੋਈ ਦੱਸ ਸਕਦਾ A1 ਤੇ A2 ਪੁਆਇੰਟ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੋਏਗਾ 0.01 ਦਾ ਐਗਜ਼ੈਕਟਲੀ ਉਹੀ ਹੋਏਗਾ ਨਾ ਹਾਂਜੀ ਕਿਉਂਕਿ ਮਤਲਬ ਪਹਿਲਾਂ 10 ਵੋਲਟ ਤੇ ਉੱਥੇ ਡ੍ਰੌਪ ਹੋਇਆ 9.99 ਵੋਲਟ ਤੇ ਇੱਥੇ ਹੋਇਆ ਇਹਦਾ ਮਤਲਬ A1 ਤੇ A2 ਪੁਆਇੰਟ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਜੋ ਹੋਏਗਾ ਉਹ 0.01 ਵੋਲਟ ਦਾ ਹੋਏਗਾ ਜੇ ਤੁਸੀਂ ਆਹ ਗੱਲ ਨੂੰ ਡਿਟੈਕਟ ਕਰ ਪਾ ਰਹੇ ਹੋ ਸਮਝ ਪਾ ਰਹੇ ਹੋ ਮਤਲਬ ਤੁਹਾਨੂੰ ਪੋਟੈਂਸ਼ੀਓਮੀਟਰ ਸਮਝ ਆ ਗਿਆ ਹੈ ਹੁਣ ਅਗਰ ਤੁਸੀਂ ਇਹ ਗੱਲ ਨਹੀਂ ਸਮਝ ਪਾ ਰਹੇ ਹੋ ਇਹਦਾ ਮਤਲਬ ਹਲੇ ਵੀ ਪੋਟੈਂਸ਼ੀਓਮੀਟਰ ਸਮਝਣ ਚ ਹਲੇ ਆਪਾਂ ਨੂੰ ਥੋੜਾ ਹੋਰ ਮਿਹਨਤ ਕਰਨ ਦੀ ਲੋੜ ਹੈ ਇਹ ਗੱਲ ਪਤਾ ਲੱਗੀ ਹਿਮਾਨੀ Yes, sir. ਯੋਗੇਸ਼ Yes, sir. ਆ ਜਿਹੜਾ ਜਵਾਬ ਦਿੱਤਾ ਨੇ ਗੁਰਾਂਸ਼ ਨੇ ਹਾਂਜੀ ਬਲਜੀਤ Yes, sir. ਜੀ ਜਸ਼ਨਜੋਤ ਸੋ ਮੈਂ ਇਹ ਕਹਿ ਰਿਹਾ ਵਾਂ ਸੈਂਸਿਟੀਵਿਟੀ ਦਾ ਮਤਲਬ ਹੈ ਕਿ ਕੋਈ ਪੋਟੈਂਸ਼ੀਅਲ ਬਹੁਤ ਸੈਂਸਿਟਿਵ ਹੈ ਮੈਂ ਇਹ ਕਹਾਂਗਾ ਕਿ ਜੇ ਬਹੁਤ ਥੋੜਾ ਜਿਹਾ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਹੋਣ ਤੇ ਵੀ ਉਹ ਚੱਕ ਕੇ ਮਾਰਦਾ ਦੂਰ ਦੂਰ ਬੈਲੈਂਸ ਪੁਆਇੰਟ ਜੇ ਬੈਲੈਂਸ ਪੁਆਇੰਟ ਦੂਰ ਦੂਰ ਆਉਂਦੇ ਨੇ ਕਾਫੀ ਤੇ ਜੇ ਮੰਨ ਲਓ 10 ਵੋਲਟ ਦੀ ਬੈਟਰੀ ਦਾ ਬੈਲੈਂਸ ਪੁਆਇੰਟ ਤੇ 10.5 ਦਾ ਜਾਂ 11 ਦਾ ਨੇੜੇ ਨੇੜੇ ਹੀ ਆ ਰਿਹਾ ਕਾਫੀ ਮਤਲਬ ਉਹ ਬਹੁਤ ਸੈਂਸਿਟਿਵ ਨਹੀਂ ਹੈ ਪੋਟੈਂਸ਼ੀਓਮੀਟਰ ਜੇ ਤੁਹਾਨੂੰ ਹੁਣ ਜੇ ਮੰਨ ਲਓ ਇਹ ਚ ਮੰਨ ਲਓ ਜੇ ਪੁਆਇੰਟ ਬਹੁਤ ਨੇੜੇ ਨੇੜੇ ਆਣ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ 0.01 ਦਾ ਫਰਕ ਵੀ ਪਿਆ ਕੋਈ 1 ਮਿਲੀਮੀਟਰ ਤੇ ਤਾਂ ਤੁਹਾਡਾ ਉਹ ਹੋ ਜਾਂਦਾ ਮਤਲਬ ਮਾੜਾ ਮਾੜਾ ਅੱਛਾ ਵੀ ਸੈਂਸਿਟੀਵਿਟੀ ਵਧਾਈ ਕਿਵੇਂ ਜਾਵੇ ਸੈਂਸਿਟੀਵਿਟੀ ਵਧਾਉਣ ਲਈ ਕੀ ਕਰ ਸਕਦੇ ਹਾਂ ਅਸੀਂ ਬਸ ਮੈਂ ਇੱਕ ਚੀਜ਼ ਪੁੱਛੂੰਗਾ ਕਿ ਦੱਸੋ ਸੈਂਸਿਟੀਵਿਟੀ ਵਧਾਉਣ ਲਈ ਪੋਟੈਂਸ਼ੀਅਲ ਗ੍ਰੇਡੀਐਂਟ ਜਿਹੜਾ ਆ ਉਹ ਵਧਾ ਦੇਣਾ ਚਾਹੀਦਾ ਕਿ ਘਟਾ ਦੇਣਾ ਚਾਹੀਦਾ ਹੈ Decrease. देना चाहिए. ਹਾਂ ਕਿਉਂਕਿ ਪੋਟੈਂਸ਼ੀਅਲ ਗ੍ਰੇਡੀਐਂਟ ਜਿੰਨਾ ਘੱਟ ਹੋਏਗਾ ਯਾਨੀ ਵੋਲਟੇਜ ਡ੍ਰੌਪ ਪਰ ਯੂਨਿਟ ਲੈਂਥ ਜਿੰਨਾ ਘੱਟ ਹੋਏਗਾ ਉਨਾ ਹੀ ਉਹਨੂੰ ਦੂਰ ਦੂਰ ਚੱਕ ਕੇ ਮਾਰਨੇ ਪੈਣਗੇ ਉਹ ਥੋੜੇ ਜਿਹੇ ਪੋਟੈਂਸ਼ੀਅਲ ਡਿਫਰੈਂਸ ਲਈ ਪੁਆਇੰਟਸ ਇਹ ਸਮਝ ਲੱਗ ਗਈ ਸਿੱਧੇ ਹੀ ਤੁੱਕਾ ਤਾਂ ਨਹੀਂ ਮਾਰਿਆ ਹਿਮਾਨੀ नहीं sir, समझ लग. ਸਮਝ ਲੱਗ ਗਈ ਨਾ ਪੋਟੈਂਸ਼ੀਅਲ ਹਾਂਜੀ। ਗ੍ਰੇਡੀਐਂਟ ਜਿੰਨਾ ਘੱਟ ਹੋਇਆ ਮਤਲਬ ਕਹਿਣ ਦਾ ਭਾਵ ਇਹ ਆ ਮੈਂ ਇੱਕ ਰਫ ਸਮਝਾਣਾ ਰਫਲੀ ਕਿ ਮੰਨ ਲਓ ਇੱਕ ਆ ਹੈਗੀ ਆ ਤਾਰ ਇਹਦੇ ਚ ਪੋਟੈਂਸ਼ੀਅਲ ਗ੍ਰੇਡੀਐਂਟ ਜਿਹੜਾ ਹੈ ਮੰਨ ਲਓ ਇੱਥੇ ਇਹ ਹੈਗੀ 100 ਵੋਲਟ ਤੇ ਆ ਇਹ ਤੋਂ 0 ਵੋਲਟ ਤੇ ਜਿਸ ਮੰਨ ਲਓ ਤੇ ਤਾਰ ਜਿਹੜੀ ਹੈਗੀ ਉਹ 200 ਸੈਂਟੀਮੀਟਰ ਆ ਤਾਂ ਸਿੱਧੀ ਸਿੱਧੀ ਗੱਲ ਆ ਪੋਟੈਂਸ਼ੀਅਲ ਗ੍ਰੇਡੀਐਂਟ ਤਾਂ ਲਿਖ ਸਕਦੇ ਹੋ ਕੀ ਆਏਗਾ 0.2 ਹਾਂਜੀ 1/2 ਨਾ ਹਾਂਜੀ ਸਰ ਵੋਲਟ ਪਰ ਸੈਂਟੀਮੀਟਰ ਸੋ ਮੈਂ ਇੱਕ ਜੋ ਦੋ ਸੈੱਲ ਲਵਾਂ ਜਿਨ੍ਹਾਂ ਦਾ ਪੋਟੈਂਸ਼ੀਅਲ ਜਿਹੜਾ ਡਿਫਰੈਂਟ ਹੋਇਆ ਹੋਵੇ ਕਿ ਮੰਨ ਲਓ ਇੱਕ ਸੈੱਲ ਹੋਵੇ 10 ਵੋਲਟ ਤੇ 10 ਵੋਲਟ ਦਾ ਹੋਵੇ ਇੱਕ ਹੋਵੇ 10.5 ਵੋਲਟ ਦਾ ਤਾਂ ਉਹ ਕਿੰਨੀ ਕੁ ਦੂਰੀ ਤੇ ਹੋਣਗੇ ਇੱਕ ਦੂਜੇ ਤੋਂ ਇੱਥੇ Sir, 1 centimeter. 1 सेंटीमीटर. ਸੈਂਟੀਮੀਟਰ ਦੂਰ ਹੋਣਗੇ ਐਗਜ਼ੈਕਟਲੀ 10 ਵੋਲਟ ਵਾਲਾ ਕਿੱਥੇ ਕਿ ਡ੍ਰੌਪ ਹੋਏਗਾ ਸਿੱਧੇ ਇੱਥੇ ਦੱਸ ਦਿੰਦੇ ਆਪਾਂ ਨੂੰ ਪਰ ਰਫਲੀ ਉੱਪਰਲਾ ਸਟਰਕਚਰ ਹੈ ਨਹੀਂ ਕਿੰਨੇ ਸੈਂਟੀਮੀਟਰ ਤੇ ਆਏਗਾ 10 ਵੋਲਟ ਦੇ ਕਰਕੇ बैलेंस पॉइंट देखो ना आधा वोल्ट आधा 20 सेंटीमीटर सीधे सीधा याद है ना देसी तरीका है कि नहीं ते फिर 10.5 वाला कितने आएगा 21 सेंटीमीटर. हाँ जी वो जाके 21 सेंटीमीटर दे आ जाएगा बस 1 सेंटीमीटर का फर्क पे ना पर जे मैं कहा किसी वायर विच पोटेंशियल ड्रॉप पर यूनिट लेंथ बहुत ज़्यादा हो गई जे मान लो पोटेंशियल ड्रॉप पर ऐ हो कि फिर वो वायर 200 सेंटीमीटर ही है पर इतने पोटेंशियल जोड़ा है मान लो वो है 400 वोल्ट इतने है 0 हुण जो पोटेंशियल ड्रॉप ग्रेडियंट कितना है 2 वोल्ट पर सेंटीमीटर आएगा
Yes, sir. ਹੁਣ 10 ਵੋਲਟ ਵਾਲਾ ਕਿੰਨੇ ਤੇ ਡ੍ਰੌਪ ਹੋਏਗਾ ਦੱਸੋ, ਕਿੰਨੇ ਸੈਂਟੀਮੀਟਰ ਤੇ? 5 centimeter. 5 ਸੈਂਟੀਮੀਟਰ ਤੇ ਡ੍ਰੌਪ ਹੋਏਗਾ। ਸਿੰਪਲ ਜੀ ਗੱਲ ਹੈ, 5 ਸੈਂਟੀਮੀਟਰ ਦੇ ਕਿਤੇ ਡ੍ਰੌਪ ਹੋਏਗਾ, 5 ਸੈਂਟੀਮੀਟਰ ਦੇ। ਤੇ ਜਿਹੜਾ ਅਗਲਾ 10.5 ਵਾਲਾ ਉਹਦੇ ਨੇੜੇ ਹੋਊਗਾ ਬਿਲਕੁਲ। 5.25 ਸੈਂਟੀਮੀਟਰ ਤੇ ਹੋਏਗਾ ਨਾ, ਇੱਥੇ ਕਿਤੇ ਚੌਥੇ 1/4 ਸੈਂਟੀਮੀਟਰ ਹੋਰ ਐਡ ਹੋ ਜਾਏਗਾ ਇਹਦੇ ਲਈ, ਹਾਫ ਵੋਲਟ ਲਈ, ਤੇ ਉਹ ਕਾਫੀ ਨੇੜੇ ਨੇੜੇ ਹੋਣਗੇ ਨਾ ਕਿ ਨਹੀਂ? Yes, sir. ਯਾਨੀ ਇੱਕ 5 ਸੈਂਟੀਮੀਟਰ ਤੇ ਇੱਕ 5.25 ਸੈਂਟੀਮੀਟਰ ਤੇ, ਇੱਧਰ ਦੇਖੋ ਇੱਕ 20 ਸੈਂਟੀਮੀਟਰ ਤੇ ਇੱਕ 21 ਸੈਂਟੀਮੀਟਰ ਤੇ, ਦੂਰ ਦੂਰ ਨੇ, ਤਾਂ ਉਹ ਜ਼ਿਆਦਾ ਕਲੈਰਿਟੀ ਨਾਲ ਦਿਖਾ ਰਿਹਾ ਡਿਫਰੈਂਸ ਉਹਨਾਂ ਦਾ। ਇਹ ਥੋੜਾ ਜਿਹਾ 5 ਤੇ 5.2 2.5 ਹੋਰ ਹੈਗਾ, 2.5 ਮਿਲੀਮੀਟਰ ਹੋ ਗਿਆ ਬਸ। ਤੇ ਜੇ ਆਹੀ ਹੋ ਜਾਵੇ ਇੱਥੇ ਮੰਨ ਲਓ 800 ਜਾਂ 1000 ਤੇ ਪੋਟੈਂਸ਼ੀਅਲ ਗ੍ਰੈਡੀਐਂਟ ਹੋਰ ਜ਼ਿਆਦਾ ਵੱਡਾ ਹੋ ਜਾਏਗਾ, ਤੇ ਉਹ ਜ਼ਿਆਦਾ ਵੱਡਾ ਹੋਣ ਇਹ ਹੋਰ ਨੇੜੇ ਆਣਗੇ ਪੁਆਇੰਟ। ਇੱਕ 5 ਤੇ ਇੱਕ 5.1 ਤੇ ਆ ਜਾਵੇ ਮੰਨ ਲਓ ਹਨਾ, ਤਾਂ ਆਪਾਂ ਕਹਾਂਗੇ ਆ ਜ਼ਿਆਦਾ ਸੈਂਸਿਟਿਵ ਹੈ। ਸੋ ਜ਼ਿਆਦਾ ਸੈਂਸਿਟਿਵਿਟੀ ਦਾ ਮਤਲਬ ਹੁੰਦਾ ਹੈ ਜਦੋਂ ਉਹਦੇ ਪੋਟੈਂਸ਼ੀਓਮੀਟਰ ਵਾਇਰ ਦੇ ਉੱਪਰ ਪੋਟੈਂਸ਼ੀਅਲ ਗ੍ਰੈਡੀਐਂਟ ਜਿਹੜਾ ਆ ਉਹ ਘੱਟ ਹੋਵੇ। ਉਹਨੂੰ ਘਟਾਇਆ ਕਿਵੇਂ ਜਾ ਸਕਦਾ ਹੈ, ਇਹਦੇ ਬਾਰੇ ਆਪਾਂ ਗੱਲ ਕਰਾਂਗੇ ਅਗਲੇ ਲੈਕਚਰ 'ਚ, ਥੋੜਾ ਹੋਰ ਕੰਟੀਨਿਊ ਕਰਾਂਗੇ, ਹੋਰ ਨਵੀਆਂ ਗੱਲਾਂ ਕਰਾਂਗੇ। ਹਾਂਜੀ ਗੁਰਾਂਸ਼। ਸਰ ਜਿੱਦਾਂ ਆਹ ਵਾਇਰ ਆ, ਹੁਣ ਮੰਨ ਲਓ ਅਗਰ ਇਹ 100 ਵੋਲਟ ਤੋਂ 0 ਵੋਲਟ ਤੱਕ ਜਾਂਦੀ ਪਈ ਆ, ਤਾਂ ਹਾਂਜੀ ਸਰ ਇਹਦਾ ਜਿਹੜਾ ਪੋਟੈਂਸ਼ੀਅਲ ਆ ਮਤਲਬ ਡਿਕਰੀਜ਼ ਕਰਦਾ ਪਿਆ ਆ, ਮਤਲਬ ਇਕੁਅਲੀ ਡਿਕਰੀਜ਼ ਕਰ ਰਿਹਾ ਹਰ ਪੁਆਇੰਟ ਤੇ। ਹਾਂਜੀ ਹੁਣ ਮੰਨ ਲਓ ਅਗਰ ਮੈਂ 10 ਵੋਲਟ ਦੀ ਬੈਟਰੀ ਲਾ ਰਿਹਾ ਹਾਂ, ਤਾਂ ਹਾਂਜੀ ਉਹ ਉਸ ਪੁਆਇੰਟ ਮਤਲਬ 10 ਜਿਹੜਾ 100 ਵੋਲਟ ਹੈ ਉਹ ਉਸ ਪੁਆਇੰਟ ਤੇ ਹੋਗਾ ਜਦ ਉੱਥੇ 10 ਵੋਲਟ ਹੋਏਗਾ ਵਾਇਰ ਦੇ ਉੱਤੇ। ਹਾਂਜੀ ਹਾਂਜੀ ਸਰ, ਹੁਣ ਜਿੱਦਾਂ ਮੰਨ ਲਓ 10.5 ਵੋਲਟ ਦੀ ਬੈਟਰੀ ਲਾਈ, ਮਤਲਬ ਬੈਲੈਂਸ ਉਹ ਪੁਆਇੰਟ ਹੀ ਨਹੀਂ ਆਏਗਾ ਫਿਰ, ਨਹੀਂ ਉਹ ਸਰ, ਆਹੀ ਕਹਿ ਰਹੇ ਹਾਂਜੀ ਨਾ। ਸ਼ਿਫਟ ਕਰਤੀ ਆਪਾਂ, ਜੋਕੀ ਸ਼ਿਫਟ ਕਰਤਾ। ਹਾਂ 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 ਸਰ, ਤਦ ਉਹ ਲੈਫਟ ਸਾਈਡ ਨੂੰ ਸ਼ਿਫਟ ਹੋਏਗਾ ਨਾ। ਜੇ ਬੈਟਰੀ ਤੇਰੀ ਜਿੰਨੀ ਜ਼ਿਆਦਾ ਵੱਡੀ ਜ਼ਿਆਦਾ ਵਧਾਏਗਾ ਤੂੰ, ਉਹਨੇ ਰਾਈਟ ਸਾਈਡ ਨੂੰ ਸ਼ਿਫਟ ਹੋਏਗਾ ਨਾ ਬੈਲੈਂਸ ਪੁਆਇੰਟ ਤੇਰਾ। ਉਹਨੂੰ ਜ਼ਿਆਦਾ ਲੈਂਥ ਦੀ ਲੋਡ ਪੈਣੀ ਨਾ ਉੱਪਰ ਬੈਲੈਂਸ ਹੋਣ ਲਈ। ਹਾਂਜੀ ਜ਼ਿਆਦਾ EMF ਦੀ ਬੈਟਰੀ ਲਗਾਏਗਾ ਤਾਂ ਉੱਪਰ ਜ਼ਿਆਦਾ ਦੀ ਲੋਡ ਪੈਣੀ ਤੈਨੂੰ। ਤੂੰ ਕਿਹੜੀ ਬੈਟਰੀ ਦੀ ਗੱਲ ਕਰ ਰਿਹਾ, ਡਰਾਈਵਿੰਗ ਬੈਟਰੀ ਜਾਂ ਫਿਰ ਜਿਹੜੀ ਦਾ ਪਤਾ ਕਰਨਾ ਹੁੰਦਾ? ਨਹੀਂ, ਜਿਹਦਾ ਪਤਾ ਕਰਨਾ। ਹਾਂ ਫਿਰ ਉਹ ਉਹੀ ਕਹਿ ਰਿਹਾ ਵੀ ਜਿੰਨਾ ਜਿਹਦਾ ਪਤਾ ਕਰਨਾ ਉਹ ਜ਼ਿਆਦਾ ਹੋਏਗੀ। ਅੱਛਾ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਯਾਦ ਰੱਖਿਓ, ਜੇ ਉੱਪਰਲੀ ਵਾਇਰ ਆਹ ਵਾਲੀ ਵਾਇਰ ਹੈ, ਇਫਲੀ ਵਾਇਰ ਦੇ ਵਿੱਚ ਜਿਹੜਾ ਤੁਸੀਂ ਇੱਧਰ ਸੈੱਲ ਲਗਾਉਣਾ ਨਾ, ਉਸ ਸੈੱਲ ਦੇ ਲਈ ਉਹਦਾ ਸੈੱਲ ਦਾ EMF ਵੱਧ ਤੋਂ ਵੱਧ 100 ਵੋਲਟ ਹੀ ਹੋ ਸਕਦਾ ਜਿੰਨਾ ਇਹਦੇ ਅਕ੍ਰੋਸ ਡ੍ਰੌਪ ਹੋਇਆ। 100 ਵੋਲਟ ਤੋਂ ਜ਼ਿਆਦਾ ਫਿਰ ਤਾਂ ਕਿਤੇ ਬੈਲੈਂਸਮੈਂਟ ਆਣਾ ਹੀ ਨਹੀਂ ਆ, ਪੂਰੀ ਵਾਇਰ ਇੱਥੇ ਤੱਕ ਕਵਰ ਹੋ ਜਾਣੀ ਪਰ ਆਣਾ ਹੀ ਨਹੀਂ ਹੈ। ਪਤਾ ਨਾ ਇਹ ਗੱਲ? ਹਾਂਜੀ ਸਰ। ਸੋ ਵਾਇਰ ਤਾਰ ਦੇ ਉੱਪਰ ਜੇ ਟੋਟਲ ਡ੍ਰੌਪ 100 ਵੋਲਟ ਦਾ ਆ, ਤਾਂ 0 ਤੋਂ ਲੈ ਕੇ 100 ਤੱਕ ਦਾ ਕੋਈ ਮਰਜ਼ੀ ਸੈੱਲ ਉਹਦੇ ਨਾਲ ਤੁਸੀਂ ਕਰ ਸਕਦੇ ਹੋ ਬੈਲੈਂਸ। 100 ਤੋਂ ਉੱਪਰ ਨਹੀਂ ਜਾ ਸਕਦੇ ਫਿਰ ਤੁਸੀਂ। ਇਸ ਲਈ ਮੋਸਟਲੀ ਜਿਹੜੀ ਆਪਣੀ ਡਰਾਈਵਿੰਗ ਬੈਟਰੀ ਉਹ ਸਟਰੋਂਗ ਲੈਣੇ ਆ ਅਸੀਂ, ਤਾਂ ਕਿ ਤਾਰ ਦੇ ਉੱਪਰ ਇੱਕ ਰੇਂਜ ਮਿਲੇ ਸਾਨੂੰ ਵੋਲਟੇਜ ਦੀ, ਵੀ ਜਿਹਨੂੰ ਅਸੀਂ ਅੱਗੇ ਕਿਸੇ ਸੈੱਲ ਦੇ EMF ਪਤਾ ਕਰਨ ਲਈ ਯੂਜ਼ ਕਰ ਸਕਦੇ ਹੋ। ਕਲੀਅਰ ਹੈ ਗੱਲ? Yes, sir. ਇਸ ਤੇ ਵੀ ਗੱਲ ਕਰਾਂਗੇ, ਥੋੜੇ ਸੈਂਸਿਟੀਵਿਟੀ ਬਾਰੇ ਵਧਾਉਣ ਵਧੂਣ ਦੇ ਤਰੀਕੇ 2-4 ਹੋਰ ਗੱਲ ਕਰਾਂਗੇ। ਫਿਰ ਆਪਾਂ ਇਹ RC ਸਰਕਟ ਥੋੜੇ ਬਹੁਤੇ ਸਿੱਖਾਂਗੇ, ਫਿਰ ਕਾਰਬਨ ਐਂਡ ਸ਼ਾਇਦ ਇੱਕ ਲੈਕਚਰ ਹੋਰ ਲੱਗੇ, ਬਸ ਫਿਰ ਖਤਮ ਹੋ ਜਾਏਗਾ। ਫਿਰ ਆਪਾਂ ਗੱਲ ਕਰਾਂਗੇ, ਫਿਰ ਤੁਹਾਡਾ ਟੈਸਟ ਦੇ ਬਾਰੇ ਤੋਂ ਪਹਿਲਾਂ ਮੈਂ HC ਵਰਮਾ ਦੀ ਪ੍ਰੋਬਲਮਸ ਤੇ ਉਹ ਲਵਾਂਗੇ, ਫਿਰ ਦੇਖਾਂਗੇ ਕੋਈ ਟੈਸਟ ਵਗੈਰਾ ਰੱਖਾਂਗੇ। ਫਿਲਹਾਲ ਤੁਸੀਂ ਸਾਰੇ ਆਪਣਾ ਟੈਸਟ ਤਿਆਰ ਕਰੋ ਜਿਹੜਾ ਤੁਸੀਂ ਕਰਨਾ, ਆਪਣਾ ਜਿੰਨਾ ਤੁਹਾਨੂੰ ਮੈਂ ਕੱਲ ਸਮਝਾਇਆ ਸੀ ਆਪਣਾ NCERT ਵਾਲਾ, ਠੀਕ ਹੈ।